ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਮਾਰਟ ਮੂਵਜ਼ ਕਲਾਸਿਸ 'ਤੇ। ਅੱਜ ਫੇਰ ਤੁਹਾਡੇ ਸਾਹਮਣੇ ਇੱਕ ਨਵੀਂ ਕਲਾਸ ਲੈ ਕੇ ਆਏ ਹਾਂ। ਅੱਜ ਦੀ ਇਹ ਆਪਣੀ ਕਲਾਸ ਹੈਗੀ ਪੋਲੀਟੀਕਲ ਦੇ ਜਿੰਨੇ ਵੀ ਹੋਏ ਪੋਲੀਟੀਕਲ ਦੀ ਹੈਗੀ। ਇਹ ਕਲਾਸ 2011 ਤੋਂ ਲੈ ਕੇ 23 ਤੱਕ ਜਿੰਨੇ ਵੀ ਆਪਣੇ PS ਟੈਟ ਦੇ ਪੇਪਰ ਹੋ ਚੁੱਕੇ ਹੈਗੇ, ਉਹਦੇ ਵਿੱਚ ਪੋਲੀਟੀਕਲ ਦੇ ਜਿੰਨੇ ਵੀ ਪ੍ਰਸ਼ਨ ਆਏ ਉਹ ਸਾਰੇ ਇਸ ਕਲਾਸ ਦੇ ਵਿੱਚ ਕਵਰ ਕੀਤੇ ਹੋਏ ਹੈਗੇ। ਬਹੁਤ ਵਧੀਆ ਕਲਾਸ ਹੋਊਗੀ, ਸੋ ਕਲਾਸ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਣਾ। ਅਤੇ ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਤਾਂ ਕਿ ਆਪਣੀਆਂ ਆਉਣ ਵਾਲੀਆਂ ਕਲਾਸਿਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਸ ਤੋਂ ਪਹਿਲਾਂ ਕਾਫੀ ਸਾਰੀਆਂ ਕਲਾਸਿਸ PS ਟੈਟ ਦੀਆਂ ਅਪਲੋਡ ਕੀਤੀਆਂ ਹੋਈਆਂ ਹਨ, ਅਤੇ ਜੀਓਗ੍ਰਾਫੀ ਅਤੇ ਹਿਸਟਰੀ ਦੇ ਜਿੰਨੇ ਵੀ ਹੁਣ ਤੱਕ ਇਹ ਪ੍ਰਸ਼ਨ ਬਣੇ ਹੈਗੇ 2011 ਤੋਂ 23 ਤੱਕ ਪੇਪਰ ਦੇ, ਉਹ ਆਲਰੇਡੀ ਦੋਨੇ ਕਲਾਸਾਂ ਅਪਲੋਡ ਕੀਤੀਆਂ ਹੋਈਆਂ। ਉਹ ਤੁਸੀਂ ਦੇਖ ਸਕਦੇ ਹੋਗੇ। ਡਿਸਕ੍ਰਿਪਸ਼ਨ ਦੇ ਵਿੱਚ ਵੀ ਉਹਨਾਂ ਦਾ ਲਿੰਕ ਦਿੱਤਾ ਹੋਇਆ ਹੈਗਾ, ਉੱਥੇ ਵੀ ਤੁਸੀਂ ਦੇਖਦੇ ਪਲੇਲਿਸਟ ਬਣੀ ਹੋਈ ਹੈ, ਉੱਥੇ ਵੀ ਜਾ ਕੇ ਤੁਸੀਂ ਦੇਖ ਸਕਦੇ ਹੈਗੇ। ਅਤੇ ਆਪਾਂ ਪੋਲੀਟੀਕਲ ਦਾ ਦੇਖਦੇ ਹੈਗੇ। ਪਹਿਲਾਂ ਇਹ ਜੋ 2023 ਦੇ ਵਿੱਚ ਅਪ੍ਰੈਲ ਦੇ ਵਿੱਚ ਲੇਟੈਸਟ ਪੇਪਰ ਹੋਇਆ ਸੀਗਾ, ਉਹ ਆਪਾਂ ਪ੍ਰਸ਼ਨ ਦੇਖਦੇ ਹੈਗੇ। ਕੀ ਹੈ ਪਹਿਲਾ ਪ੍ਰਸ਼ਨ ਹੈ, ਕਹਿੰਦਾ ਨਿਮਨ ਲਿਖਤ ਵਿੱਚੋਂ ਕਿਹੜੇ ਕੇਂਦਰੀ ਸੂਚੀ ਵਿੱਚ ਦਰਜ ਹੈਗੇ। ਇਹ ਫੰਡਾਮੈਂਟਲ ਜੋ ਜੋ ਆਪਣਾ ਕੌਨਸਟੀਟਿਊਸ਼ਨ ਉਹਦੇ ਵਿੱਚ ਸ਼ਡਿਊਲਸ ਹੈਗੇ, ਉਹਦੇ ਵਿੱਚੋਂ ਇਹ ਪ੍ਰਸ਼ਨ ਬਣਿਆ ਹੋਇਆ ਹੈਗਾ। ਕੀ ਹੈਗਾ, ਕਹਿੰਦਾ ਕੇਂਦਰੀ ਸੂਚੀ ਪੁਲਿਸ, ਵਪਾਰ, ਖੇਤੀਬਾੜੀ ਜਾਂ ਰੱਖਿਆ। ਸੋ ਇਹਦੇ ਵਿੱਚ ਜੋ ਕੇਂਦਰੀ ਸੂਚੀ ਦੇ ਵਿੱਚ ਦਰਜ ਆ ਉਹ ਹੈਗਾ ਰੱਖਿਆ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਇਹ 7ਵੀਂ ਅਨੁਸੂਚੀ ਦੇ ਵਿੱਚ 3 ਸੂਚੀਆਂ ਹੈਗੀਆਂ, ਮਤਲਬ ਕਿ 12 ਆਪਣੇ ਸ਼ਡਿਊਲ ਹੈਗੇ। ਸ਼ਡਿਊਲਸ ਨੂੰ ਮੈਂ ਪੂਰੀ ਚੰਗੀ ਤਰ੍ਹਾਂ ਕਵਰ ਕੀਤਾ ਹੋਇਆ। ਸ਼ਡਿਊਲਸ ਹੋ ਗਏ, ਫੰਡਾਮੈਂਟਲ ਰਾਈਟਸ ਹੋ ਗਏ, ਉਹਦੀ ਵੀਡੀਓ ਅਪਲੋਡ ਕੀਤੀ ਹੋਈ ਹੈਗੀ, ਉਹ ਤੁਸੀਂ ਦੇਖ ਸਕਦੇ ਹੋ। ਕਿਉਂਕਿ ਸ਼ਡਿਊਲਸ ਅਤੇ ਫੰਡਾਮੈਂਟਲ ਰਾਈਟਸ ਇਹ ਦੋਨਾਂ ਦੇ ਵਿੱਚੋਂ ਲਗਭਗ 2-3 ਪ੍ਰਸ਼ਨ ਪੇਪਰ ਦੇ ਵਿੱਚ ਬਣਦੇ ਹੀ ਬਣਦੇ ਹੈਗੇ। ਤੁਸੀਂ ਅੱਗੇ ਜਾ ਕੇ ਦੇਖੋਗੇ ਹਰ ਇੱਕ ਪੇਪਰ ਦੇ ਵਿੱਚ 2 ਤੋਂ 3 ਪ੍ਰਸ਼ਨ ਆਏ ਹੋਏ ਹੈਗੇ। ਮੈਂ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਕਨਸੈਪਟ ਅਤੇ MCQs ਕਰਾਏ ਹੋਏ ਵੀਡੀਓ, ਉਹ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੈਗੇ। ਅਤੇ 7ਵੀਂ ਸੂਚੀ ਦੇ ਵਿੱਚ 3 ਸੂਚੀਆਂ ਸ਼ਾਮਲ ਹਨ, ਜਿਵੇਂ ਕੇਂਦਰ ਅਤੇ ਰਾਜਾਂ ਸਰਕਾਰਾਂ ਦੁਆਰਾ ਕੰਮ ਕੀਤੇ ਜਾਂਦੇ ਹੈਗੇ, ਅਤੇ ਇੱਕ ਮਤਲਬ ਕਿ ਦੋਨਾਂ ਦੁਆਰਾ ਰਲ ਕੇ ਕੰਮ ਕੀਤੇ ਜਾਂਦੇ। ਉਹਨਾਂ ਨੂੰ ਕਿਹਾ ਜਾਂਦਾ ਕਿ ਇੱਕ ਤਾਂ ਯੂਨੀਅਨ ਸੂਚੀ, ਰਾਜ ਸੂਚੀ ਅਤੇ ਸਮਕਾਲੀ ਸੂਚੀ। ਹੁਣ ਯੂਨੀਅਨ ਸੂਚੀ ਦੇ ਵਿੱਚ ਕੀ ਕੰਮ ਆ ਜਾਂਦਾ, ਜਿਵੇਂ ਕਿ ਰੱਖਿਆ, ਵਿਦੇਸ਼ੀ ਮਾਮਲੇ, ਪਰਮਾਣੂ ਊਰਜਾ ਅਤੇ ਮੁਦਰਾ, ਜਾਂ ਹੋਰ ਵੀ ਜਿਹੜੇ ਵੱਡੇ ਫੈਸਲੇ ਹੈਗੇ ਉਹ ਸੈਂਟਰ ਗੌਰਮੈਂਟ ਜਿਹਦੇ ਉੱਪਰ ਕਾਨੂੰਨ ਬਣਾਉਂਦੀ ਹੈਗੀ, ਉਹਨਾਂ ਨੂੰ ਬੋਲਿਆ ਜਾਂਦਾ ਹੈਗਾ ਯੂਨੀਅਨ ਲਿਸਟ। ਫਿਰ ਆ ਗਈ ਰਾਜ ਸੂਚੀ। ਇਹਦੇ ਵਿੱਚ ਜੋ ਆਪਣੀ ਸਟੇਟ ਗੌਰਮੈਂਟ ਬਣਾਉਂਦੇ, ਜਿਵੇਂ ਕਿ ਆਪਣੀ ਪੰਜਾਬ ਗੌਰਮੈਂਟ ਬਣਾਊਗੀ, ਉਹ ਜਿਨ੍ਹਾਂ ਦੇ ਉੱਪਰ ਉਹ ਸਾਰੇ ਆਪਣੇ ਕਾਨੂੰਨ ਬਣਾ ਸਕਦੇ, ਉਹਨਾਂ ਦੇ ਅਧਿਕਾਰ ਖੇਤਰ ਅੰਦਰ ਆਉਂਦੇ ਆ। ਉਹ ਕਿਹੜੇ ਹੈਗੇ, ਪੁਲਿਸ, ਜਨਤਕ ਹਿੱਤ, ਖੇਤੀਬਾੜੀ, ਸਥਾਨਕ ਸਰਕਾਰਾਂ ਜਿਵੇਂ ਕਿ ਪੰਚਾਇਤਾਂ ਆਦਿ। ਸਮਵਰਤੀ ਇਹਦੇ ਵਿੱਚ ਦੋਨਾਂ ਦੇ ਅਧੀਨ ਆਉਂਦੇ ਹੈਗੇ, ਜਿਵੇਂ ਕਿ ਸੈਂਟਰ ਗੌਰਮੈਂਟ ਵੀ ਅਤੇ ਸਟੇਟ ਗੌਰਮੈਂਟ ਵੀ, ਅਤੇ ਇਹ ਦੋਨੇ ਇਹਦੇ 'ਤੇ ਕਾਨੂੰਨ ਬਣਾ ਸਕਦੇ, ਜਿਵੇਂ ਕਿ ਸਿੱਖਿਆ, ਵਿਆਹ, ਤਲਾਕ, ਦਿਵਾਲੀਆਪਣ ਅਤੇ ਹੋਰ ਕੋਈ ਮਤਲਬ ਕਿ ਜਿਹੜੇ ਕਿ ਆਉਂਦੇ ਹੈਗੇ, ਉਹ ਦੋਨਾਂ ਦੇ ਉੱਪਰ ਕਾਨੂੰਨ ਬਣਾ ਸਕਦੇ ਆ। ਸੋ ਉਹਨੂੰ ਬੋਲਦੇ ਹੈਗੇ ਸਮਵਰਤੀ ਸੂਚੀ। ਨੈਕਸਟ ਪ੍ਰਸ਼ਨ ਕੀ ਹੈ, ਕਹਿੰਦਾ ਇਕਾਤਮਕ ਸਰਕਾਰ ਦੇ ਸੰਦਰਭ ਵਿੱਚ ਨਿਮਨ ਲਿਖਤ ਵਿੱਚੋਂ ਕਿਹੜਾ ਗਲਤ ਹੈਗਾ। ਜਾਂ ਤਾਂ ਸਰਕਾਰ ਦਾ ਇੱਕੋ ਪੱਧਰ ਹੁੰਦਾ ਹੈ, ਲਘੂ ਇਕਾਈਆਂ ਕੇਂਦਰੀ ਸਰਕਾਰ ਦੇ ਅਧੀਨ ਹੁੰਦੀਆਂ ਹਨ, ਕੇਂਦਰ ਦੀ ਸਰਕਾਰ ਸੂਬੇ ਦੀ ਸਰਕਾਰ ਨੂੰ ਹੁਕਮ ਜਾਰੀ ਕਰ ਸਕਦੀ ਹੈ, ਕੇਂਦਰ ਦੀ ਸਰਕਾਰ ਸੂਬੇ ਦੀ ਸਰਕਾਰ ਨੂੰ ਕੁਝ ਵੀ ਕਰਨ ਲਈ ਹੁਕਮ ਜਾਰੀ ਨਹੀਂ ਕਰ ਸਕਦੀ, ਜਾਂ ਸੂਬੇ ਦੀ ਸਰਕਾਰ ਕੇਂਦਰ ਦੇ ਸੰਰਖਣ ਵਿੱਚ ਹੁੰਦੀ ਹੈ। ਸੋ ਇਹਦਾ ਜੋ ਆਨਸਰ ਹੈਗਾ ਆਪਸ਼ਨ ਸੀ। ਕਹਿੰਦਾ ਕੇਂਦਰ ਦੀ ਸਰਕਾਰ ਸੂਬੇ ਦੀ ਸਰਕਾਰ ਨੂੰ ਕੁਝ ਵੀ ਕਰਨ ਲਈ ਹੁਕਮ ਜਾਰੀ ਨਹੀਂ ਕਰ ਸਕਦੀ। ਸੋ ਇਹਦਾ ਕੀ ਉੱਤਰ ਹੈ, ਇਹ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਇਹ ਕੀ ਹੁੰਦੇ, ਏਕਤਾ ਵਾਲੀ ਸਰਕਾਰ ਹੁੰਦੀ ਹੈਗੀ। ਕੇਂਦਰ ਸਰਕਾਰ ਰਾਜ ਸਰਕਾਰ ਨੂੰ ਹੁਕਮ ਜਾਰੀ ਕਰ ਸਕਦੀ ਹੈਗੀ। ਸਰਕਾਰ ਦਾ ਇੱਕ ਪੱਧਰ ਹੁੰਦਾ ਹੈ ਅਤੇ ਉਪ ਇਕਾਈਆਂ ਕੇਂਦਰ ਦੇ ਅਧੀਨ
ਹੁੰਦੀਆਂ ਗੀਆਂ, ਜਿਵੇਂ ਕਿ ਸ਼ਾਮਲ ਆਗੀਆਂ ਸਿੰਗਲ ਤੇ ਨਿਰਣਾਇਕ ਫੈਸਲਾ, ਵਿਧਾਇਕ ਟੈਕਸ ਡਾਲਰਾਂ ਦੀ ਵਰਤੋਂ ਕਰਨ ਵਿੱਚ ਵਧੇਰੇ ਕੁਸ਼ਲ, ਛੋਟੀ ਸਰਕਾਰਾਂ ਬਾਰੇ ਕੇਂਦਰੀ ਸਰਕਾਰ ਤੇ ਪ੍ਰਸ਼ਾਸਨਿਕ ਵੰਡ ਬਣਾ ਸਕਦੀ ਹੈਗੀ। ਉਪ ਰਾਸ਼ਟਰੀ ਇਕਾਈਆਂ ਸਿਰਫ ਉਹ ਸ਼ਕਤੀਆਂ ਵਰਤਦੀਆਂ ਹਨ ਜੋ ਕੇਂਦਰ ਸਰਕਾਰ ਸੌਂਪਣ ਲਈ ਚਾਹੁੰਦੀ ਹੈਗੀ। ਨੈਕਸਟ ਪ੍ਰਸ਼ਨ ਆ, ਜਦੋਂ ਕੋਈ ਉਸ ਪਾਰਟੀ ਤੋਂ ਟੁੱਟ ਕੇ ਜਿਸ ਦੀ ਨੁਮਾਇੰਦਗੀ ਵਿੱਚ ਉਹ ਭੇਂਟਾਂ ਵਿੱਚ ਜਿੱਤ ਕੇ ਕਿਸੇ ਵਿਧਾਨ ਪਾਲਿਕਾ ਲਈ ਚੁਣਿਆ ਗਿਆ ਹੋਵੇ ਤੇ ਕਿਸੇ ਹੋਰ ਪਾਰਟੀ ਨਾਲ ਜੁੜ ਜਾਵੇ ਤਾਂ ਇਹਨੂੰ ਕੀ ਬੋਲਦੇ ਹੈਗੇ? ਦਲ ਤਿਆਗ, ਹਲਫਨਾਮਾ, ਘੋਸ਼ਣਾ ਪੱਤਰ ਜਾਂ ਪ੍ਰਾਰਥਨਾ। ਸੋ ਇਹਨੂੰ ਬੋਲਦੇ ਹੈਗੇ ਦਲ ਤਿਆਗ। ਕੀ ਹੈਗਾ ਕਹਿੰਦਾ, ਜਿਵੇਂ ਕਿ ਸਪੋਜ਼ ਕਰੋ ਇੱਕ ਪਾਰਟੀ ਹੈਗੀ, ਏ ਪਾਰਟੀ ਹੈਗੀ, ਉਹਦੇ ਤੋਂ ਉਹ ਜਿੱਤ ਕੇ MLA ਬਣ ਗਿਆ। ਸੋ ਉਹ MLA ਬਣ ਕੇ ਉਹ ਦੂਜੀ ਪਾਰਟੀ ਦੇ ਵਿੱਚ ਜਾ ਕੇ ਰਲ ਜੇ, ਕਿਸੇ ਕਿ ਜਿਵੇਂ ਕਿ B ਪਾਰਟੀ ਦੇ ਵਿੱਚ ਰਲ ਜੇ ਪਹਿਲੇ ਜਿੱਤ ਕੇ, ਉਹਨੂੰ ਕੀ ਬੋਲਦੇ ਹੈਗੇ? ਦਲ ਤਿਆਗ ਬੋਲਦੇ ਹੈਗੇ। ਇਹ ਵੀ ਕਿਹਦਾ ਹਿੱਸਾ ਗਾ? ਸ਼ਡਿਊਲਜ਼ ਦਾ ਹੀ ਹਿੱਸਾ ਗਾ। ਸ਼ਡਿਊਲਜ਼ ਦੇ ਵਿੱਚ ਇਹ ਦੱਸਿਆ ਗਿਆ ਗਾ। ਇਹ ਭਾਰਤੀ ਸੰਵਿਧਾਨ ਦੀ 10ਵੀਂ ਅਨੁਸੂਚੀ ਦੇ ਵਿੱਚ ਦਰਜ ਹੈਗਾ, ਜਿਹਨੂੰ ਬੋਲਦੇ ਕਿ ਵਿਰੋਧੀ ਦਲ ਕਾਨੂੰਨ ਬਾਰੇ ਇਹਦੇ ਵਿੱਚ ਦੱਸਿਆ ਹੋਇਆ ਹੈਗਾ। ਇਹਨੂੰ ਕੀ ਸੀਗਾ? 52ਵੀਂ ਅਮੈਂਡਮੈਂਟ 1985 ਦੇ ਵਿੱਚ ਸ਼ਾਮਲ ਕੀਤਾ ਗਿਆ ਸੀਗਾ। ਦਲਬਦੀ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਗਿਆ, ਕਿਸੇ ਅਹੁਦੇ 'ਚ ਐਸੋਸੀਏਸ਼ਨ ਨੂੰ ਛੱਡਣਾ, ਪਹਿਲਾਂ ਉਹਨੂੰ ਜੇਕਰ ਉਹਨੇ ਜਿੱਤ ਕੇ ਦੂਜੀ ਪਾਰਟੀ 'ਚ ਰਲਣਾ, ਉਹਨੂੰ ਇਸ ਅਹੁਦੇ ਤੋਂ ਆਪਣਾ ਕੀ ਹੈਗਾ? ਰਿਜ਼ਾਈਨ ਦੇਣਾ ਪਊਗਾ। ਨੈਕਸਟ ਪ੍ਰਸ਼ਨ ਆ, ਕਹਿੰਦਾ ਹਾਲ ਹੀ ਦੇ ਵਿੱਚ ਕਿਹੜੀ ਪਾਰਟੀ ਦੀ ਰਾਸ਼ਟਰੀ ਮਾਨਤਾ ਰੱਦ ਕੀਤੀ ਗਈ ਹੈਗੀ? ਆਲ ਇੰਡੀਆ ਤ੍ਰਿਣਮੂਲ ਕਾਂਗਰਸ, ਆਮ ਆਦਮੀ ਪਾਰਟੀ, ਕਮਿਊਨਿਸਟ ਆਫ ਮਾਰਕਸਿਸਟ ਜਾਂ ਬਹੁਜਨ ਸਮਾਜ ਪਾਰਟੀ। ਸੋ ਜਿਹੜੀ ਇਹ ਮਾਨਤਾ ਰੱਦ ਕੀਤੀ ਗਈ ਆ, ਉਹ ਕੀਤੀ ਗਈ ਆ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੀ ਕੀਤੀ ਗਈ ਸੀਗੀ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਹੁਣ ਆਮ ਆਦਮੀ ਪਾਰਟੀ ਨੂੰ ਨੈਸ਼ਨਲ ਪਾਰਟੀ ਦਾ ਦਰਜਾ ਵੀ ਦਿੱਤਾ ਗਿਆ ਹੈਗਾ। ਇਸ ਵਾਰ ਪੇਪਰ ਦੇ ਪੁੱਛਣ ਦੇ ਵਿੱਚ ਪੂਰੇ ਚਾਂਸ ਆ ਗਏ। ਜਿਵੇਂ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਉਹ ਹੈਗੀ ਕੇਜਰੀਵਾਲ ਦੀ ਅਗਵਾਈ ਹੇਠ ਚੱਲਦੀ ਹੈਗੀ। ਇਹ 10 ਅਪ੍ਰੈਲ 2023 ਨੂੰ ਕਾਂਗਰਸ, ਭਾਰਤੀ ਕਮਿਊਨਿਸਟ ਪਾਰਟੀ ਅਤੇ ਰਾਸ਼ਟਰੀਵਾਦੀ ਕਾਂਗਰਸ ਨੂੰ ਵਾਪਸ ਰਾਸ਼ਟਰੀ ਪਾਰਟੀ ਦਾ ਦਰਜਾ ਦਿੱਤਾ ਗਾ। ਸੋ NCP, CPI ਅਤੇ TMC ਨੂੰ ਹਟਾਉਣ ਨਾਲ ਦੇਸ਼ ਵਿੱਚ ਹੁਣ ਕਿੰਨੀਆਂ ਪਾਰਟੀਆਂ ਰਹਿ ਗਈਆਂ? 6 ਰਾਸ਼ਟਰੀ ਨੈਸ਼ਨਲ ਪਾਰਟੀਆਂ ਰਹਿ ਗਈਆਂ। ਕਿਹੜੀਆਂ ਕਿਹੜੀਆਂ? ਭਾਜਪਾ ਰਹਿ ਗਈ ਇੱਕ, ਤਾਂ ਕਾਂਗਰਸ ਰਹਿ ਗਈ, ਨੈਸ਼ਨਲ ਪੀਪਲਸ ਪਾਰਟੀ, CPM ਰਹਿ ਗਈ ਅਤੇ ਬਹੁਜਨ ਸਮਾਜ ਪਾਰਟੀ ਅਤੇ ਆਮ ਆਦਮੀ ਪਾਰਟੀ। ਇਹ 6 ਪਾਰਟੀਆਂ ਹੁਣ ਨੈਸ਼ਨਲ ਪਾਰਟੀਆਂ ਰਹਿ ਚੁੱਕੀਆਂ ਹੈਗੀਆਂ। ਨੈਕਸਟ, ਵਿਸ਼ਵੀਕਰਨ ਦੇ ਸੰਦਰਭ ਵਿੱਚ ਨਿਮਨਲਿਖਤ ਵਿੱਚੋਂ ਕਿਹੜਾ ਕਥਨ ਸਹੀ ਹੈਗਾ? ਵਿਸ਼ਵੀਕਰਨ ਕੇਵਲ ਵਸਤਾਂ ਲਈ ਹਿਲਜੁਲ ਹੀ ਹੈ। ਵਿਸ਼ਵੀਕਰਨ ਕੀਮਤਾਂ ਅਤੇ ਮਤਭੇਦ ਨਾਲ ਜੁੜਿਆ ਹੈ। ਵਿਸ਼ਵੀਕਰਨ ਵਿਸ਼ਵੀ ਪੱਧਰ ਅੰਤਰ ਸੰਪਰਕਾਂ ਬਾਰੇ ਵਿੱਚ ਹੈ। ਸੇਵਾ ਵਿਸ਼ਵੀਕਰਨ ਦਾ ਮਹੱਤਵਪੂਰਨ ਪਹਿਲੂ ਹੈਗਾ। ਸੋ ਇਹਦਾ ਆਨਸਰ ਕੀ ਹੈਗਾ? ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਵਿਸ਼ਵੀਕਰਨ ਵਿਸ਼ਵ ਪੱਧਰੀ ਅੰਤਰ ਸੰਪਰਕਾਂ ਦੇ ਵਿੱਚ ਆਉਂਦਾ ਗਾ। ਇਹਦਾ ਆਪਸ਼ਨ ਕੀ ਬਣ ਜੂ? ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਕੀ ਹੈ ਕਹਿੰਦਾ? ਵਿਸ਼ਵੀਕਰਨ ਮਾਲ, ਸੇਵਾਵਾਂ, ਤਕਨੋਲੋਜੀ, ਸੂਚਨਾ ਅਤੇ ਨੌਕਰੀਆਂ ਦੇ ਰਾਸ਼ਟਰੀ ਸੱਭਿਆਚਾਰਕ ਸਰਹੱਦਾਂ ਵਿੱਚ ਫੈਲਣ ਦੀ ਪ੍ਰਕਿਰਿਆ ਹੈਗੀ। ਇਹ ਇੱਕ ਬਹੁ ਅਯਾਮੀ ਵਰਤਾਰਾ ਹੈ ਜਿਸ ਵਿੱਚ ਇੱਕ ਦੇਸ਼ ਦੀ ਆਰਥਿਕਤਾ ਦਾ ਵਿਸ਼ਵ ਅਰਥਚਾਰੇ ਨਾਲ ਏਕੀਕਰਨ ਸ਼ਾਮਲ ਹੈਗਾ। ਵਿਸ਼ਵੀਕਰਨ ਦੀ ਵਿਸ਼ੇਸ਼ਤਾ ਨੈੱਟਵਰਕਾਂ ਦੀ ਸਿਰਜਣਾ, ਸਮਾਜਿਕ, ਆਰਥਿਕ ਅਤੇ ਭੂਗੋਲਿਕਤਾ ਨੂੰ ਬਦਲਣ ਦੀ ਕੋਸ਼ਿਸ਼ ਦੁਆਰਾ ਕੀਤੀ ਜਾਂਦੀ ਹੈਗੀ। ਨੈਕਸਟ ਕਹਿੰਦਾ ਲਿਸਟ ਜਿਹੜੀ ਪਹਿਲੀ ਹੈਗੀ ਉਹਨੂੰ ਦੂਜੀ ਲਿਸਟ ਨਾਲ ਮਿਲਾਉਣਾ ਗਾ, ਮਤਲਬ ਕਿ ਕੀ ਹੈਗਾ? ਜਿਵੇਂ ਕਿ ਆਰਟੀਕਲ 14 ਦਾ ਸੰਬੰਧ, ਆਰਟੀਕਲ 17, 21 ਅਤੇ 29 ਦਾ। ਹੁਣ ਆਰਟੀਕਲ 14 ਕੀ ਹੈਗਾ? ਇਹਦੇ ਵਿੱਚ ਤੁਸੀਂ ਕੁਛ ਕੁ ਚੀਜ਼ਾਂ ਦੇਖ ਸਕਦੇ ਹੈਗੇ। ਜਿਵੇਂ ਉਹਦੇ ਵਿੱਚ ਆਪਾਂ ਦੇਖਦੇ ਹੈਗੇ ਆਰਟੀਕਲ 14 ਕੀ, ਕਾਨੂੰਨ ਦੇ ਸਾਰੇ ਸਾਹਮਣੇ ਕੀ ਹੈਗੇ? ਬਰਾਬਰ ਹੈਗੇ। ਫਿਰ ਕੀ ਆ ਗਿਆ ਆਪਣਾ ਆਰਟੀਕਲ 17, ਇਹਦੇ ਕੀ ਹੈਗਾ? ਛੂਆਛਾਤ ਦਾ ਖਾਤਮਾ ਕਹਿੰਦਾ ਹੈਗਾ। ਅਤੇ ਆਰਟੀਕਲ 21 ਕੀ ਹੈਗਾ? ਆਰਟੀਕਲ 21 ਕਹਿੰਦਾ ਹੈਗਾ ਜੀਵਨ ਅਤੇ ਨਿੱਜੀ ਸੁਰੱਖਿਆ ਬਣਾਈ ਰੱਖਣਾ। ਇਹਦਾ ਇਹੀ ਬਣ ਜੂ ਆਰਟੀਕਲ 29 ਕੇ ਘੱਟ ਗਿਣਤੀਆਂ ਦੇ ਹੱਕਾਂ ਦੀ ਸੁਰੱਖਿਆ। ਸੋ ਇਹਦਾ ਕੀ ਹੈਗਾ? ਏ ਦਾ ਬਣਦਾ ਚੌਥਾ। ਕਿੱਥੇ ਆ ਗਿਆ ਆਪਸ਼ਨ? ਪਹਿਲੇ ਅਤੇ ਸੀ ਦੇ ਵਿੱਚ। ਫਿਰ ਏ ਦਾ ਦੂਜਾ ਪਹਿਲਾ ਬਣਦਾ ਕੀ ਬਣੂਗਾ ਆਪਣਾ? ਆਪਸ਼ਨ ਏ ਇਜ਼ ਦਾ ਰਾਈਟ ਆਨਸਰ।
ਇਹ ਫੰਡਾਮੈਂਟਲ ਰਾਈਟਸ ਦਾ ਪ੍ਰਸ਼ਨ ਹੈਗਾ। ਜਿਵੇਂ ਤੁਹਾਨੂੰ ਪਹਿਲਾਂ ਹੀ ਕਿਹਾ ਹੈਗਾ, ਸ਼ਡਿਊਲਸ ਅਤੇ ਫੰਡਾਮੈਂਟਲ ਰਾਈਟਸ ਤੋਂ 3 ਪ੍ਰਸ਼ਨ ਬਣਦੇ ਆ ਪੇਪਰ ਦੇ ਵਿੱਚ। ਮੈਂ ਕਲਾਸ ਅਪਲੋਡ ਕੀਤੀ ਹੋਈ ਆ, ਉਹ ਤੁਸੀਂ ਜ਼ਰੂਰ ਦੇਖੋ। ਉੱਥੇ ਤੁਹਾਡੇ 2 ਤੋਂ 3 ਪ੍ਰਸ਼ਨ ਬਣਨਗੇ। ਸੋ ਮੌਲਿਕ ਅਧਿਕਾਰ ਆ ਜਿਹੜੇ ਆ ਇਹ ਆਪਣੇ ਭਾਗ 3 ਵਿੱਚ ਦਰਜ ਹੈਗੇ। USA ਤੋਂ ਅਡੋਪਟ ਕੀਤੇ ਗਏ ਹੈਗੇ। ਪਹਿਲਾਂ 7 ਸੀ, ਫਿਰ ਬਾਅਦ ਵਿੱਚ 6 ਰਹਿ ਗਏ। ਜਿਹੜੇ ਆਪਣਾ ਸੰਪੱਤੀ ਦਾ ਅਧਿਕਾਰ ਸੀਗਾ ਉਹਨੂੰ 44ਵੀਂ ਅਮੈਂਡਮੈਂਟ ਦੇ ਰਾਹੀਂ 1978 ਦੇ ਵਿੱਚ ਹਟਾ ਕੇ ਕੀ ਬਣਾਤਾ ਸੀਗਾ, ਕਾਨੂੰਨੀ ਅਧਿਕਾਰ ਬਣਾਤਾ ਸੀਗਾ। ਕਿਹੜੇ ਆਰਟੀਕਲ ਦੇ ਅਕੋਰਡਿੰਗ? ਆਰਟੀਕਲ 300A ਦੇ ਅਕੋਰਡਿੰਗ। ਅਤੇ ਹੁਣ ਕਿੰਨੇ ਰਹਿ ਗਏ ਕਰੰਟ ਦੇ ਵਿੱਚ ਆਪਣੇ ਮੌਲਿਕ ਅਧਿਕਾਰ? 6 ਰਹਿ ਗਏ। ਨੈਕਸਟ ਪ੍ਰਸ਼ਨ, ਪ੍ਰਧਾਨਤਾ ਬਾਰੇ ਨਿਮਨਲਿਖਤ ਵਿੱਚੋਂ ਕਿਹੜਾ ਕਥਨ ਗਲਤ ਹੈਗਾ? ਇਹ ਸ਼ਬਦ ਕਿਸੇ ਇੱਕ ਰਾਜੇ ਦੀ ਨੇਤਾਗਿਰੀ ਦੇ ਦਬਦਬੇ ਨੂੰ ਦਰਸਾਉਂਦਾ ਹੈ। ਇਹ ਪੁਰਾਤਨ ਗਰੀਸ ਵਿੱਚ ਏਥਨਜ਼ ਦੇ ਦਬਦਬੇ ਲਈ ਵਰਤਿਆ ਜਾਂਦਾ ਸੀ। ਪ੍ਰਧਾਨਤਾ ਦੀ ਸਥਿਤੀ ਵਾਲਾ ਮੁਲਕ ਬਿਨਾਂ ਰੋਕ ਟੋਕ ਦੇ ਫੌਜੀ ਸ਼ਕਤੀ ਰੱਖੇਗਾ। ਪ੍ਰਧਾਨਤਾ ਦੀ ਸਥਿਤੀ ਪੱਕੀ ਹੈ। ਇੱਕ ਵਾਰ ਪ੍ਰਧਾਨਤਾ ਹਮੇਸ਼ਾ ਦੀ ਪ੍ਰਧਾਨਤਾ ਉਹੀ ਹੋ ਗਈ, ਇਹ ਸਥਿਤੀ ਪੱਕੀ ਹੋ ਗਈ। ਇੱਕ ਵਾਰ ਦੀ ਪ੍ਰਧਾਨਤਾ ਮੀਨਜ਼ ਹਮੇਸ਼ਾ ਦੀ ਪ੍ਰਧਾਨਤਾ। ਇਹੀ ਬਣੂਗਾ। ਸੋ ਉੱਤਰ ਕੀ ਬਣੂਗਾ? ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਪ੍ਰਸ਼ਨ, ਇਹਨਾਂ ਧਾਰਨਾਵਾਂ ਦਾ ਇਹਨਾਂ 'ਤੇ ਪ੍ਰਭਾਵ ਨਾਲ ਮਿਲਾਓ ਕਰੋ। ਹੌਸਲਾ ਵਧਾਊ ਯਤਨ, ਹਥਿਆਰਾਂ 'ਤੇ ਕੰਟਰੋਲ, ਗੱਠਜੋੜ ਜਾਂ ਨਿਸ਼ਸਤਰੀਕਰਨ ਦੇ ਬਾਰੇ। ਸੋ ਇਹਦਾ ਕੀ ਹੈਗਾ? ਜਿਹੜਾ ਹੌਸਲਾ ਵਧਾਓ ਯਤਨ ਹੈਗਾ ਇਹਦਾ ਕੀ ਬਣੂਗਾ? ਪਹਿਲੇ ਦਾ ਇਹੀ ਬਣੂਗਾ। ਇਹ ਕਿਸੇ ਖਾਸ ਕਿਸਮ ਮਤਲਬ ਕਿ ਹੌਸਲਾ ਵਧਾਊ ਦਾ ਬਣਦਾ ਗਾ ਖਾਸ ਕਿਸਮ ਦੇ ਹਥਿਆਰਾਂ ਦਾ ਤਿਆਗ। ਹਥਿਆਰਾਂ 'ਤੇ ਕੰਟਰੋਲ ਦਾ ਕੀ ਬਣੂਗਾ? ਕਿ ਮਤਲਬ ਕਿ ਨਿਯਮਿਤ ਤੌਰ 'ਤੇ ਰੱਖਿਆ ਸੰਬੰਧਿਤ, ਮਤਲਬ ਕਿ ਰਾਸ਼ਟਰ ਦੀ ਰੱਖਿਆ ਕਰਨੀ। ਗੱਠਜੋੜ ਦਾ ਬਣਦਾ ਗਾ, ਸੋਰੀ ਥੋੜ੍ਹਾ ਜਿਹਾ ਧਿਆਨ ਨਾਲ ਦੇਖਦੇ। ਕਹਿੰਦਾ ਹੌਸਲਾ ਵਧਾਊ ਯਤਨ। ਹੌਸਲਾ ਵਧਾਊ ਯਤਨ ਦਾ ਜਿਹੜਾ ਬਣੂਗਾ ਆਪਣਾ ਆਨਸਰ ਬਣੂਗਾ, ਇਹ ਬਣੂਗਾ ਨਿਯਮਿਤ ਤੌਰ 'ਤੇ ਰਾਸ਼ਟਰ ਦੀ ਰੱਖਿਆ ਨਾਲ ਸੰਬੰਧਿਤ ਜਾਣਕਾਰੀ ਬਣੂਗੀ। ਹਥਿਆਰਾਂ ਦਾ ਜਿਹੜਾ ਕਿ ਕੰਟਰੋਲ ਬਣੂਗਾ ਉਹ ਬਣੂਗਾ ਹਥਿਆਰਾਂ ਦੀ ਪ੍ਰਾਪਤੀ ਅਤੇ ਵਿਕਾਸ ਨੂੰ ਨਿਯਮਿਤ ਕਰਨਾ। ਗੱਠਜੋੜ ਜਿਹੜਾ ਆਪਣਾ ਬਣੂਗਾ ਗੱਠਜੋੜ ਦਾ ਬਣੂਗਾ ਮਤਲਬ ਕਿ ਗੱਠਜੋੜ ਦਾ ਬਣਦਾ ਆਪਣਾ ਇੱਥੇ। ਸੋ ਗੱਠਜੋੜ ਦੇ ਇਹ ਬਣਦਾ ਕਿਸੇ ਫੌਜੀ ਹਮਲੇ ਜਾਂ ਟੱਲ ਨੂੰ ਰਾਸ਼ਟਰਾਂ ਦਾ ਗੱਠਜੋੜ। ਅਤੇ ਨਿਸ਼ਸਤਰੀਕਰਨ ਦਾ ਬਣਦਾ ਹੈਗਾ ਕਿਸੇ ਖਾਸ ਕਿਸਮ ਦੇ ਹਥਿਆਰਾਂ ਦਾ ਤਿਆਗ। ਸੋ ਇੱਥੇ ਕੀ ਬਣੂਗਾ ਆਪਣਾ? ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਪ੍ਰਸ਼ਨ ਕਹਿੰਦਾ ਸਾਰਕ ਦੀ ਪਹਿਲੀ ਮੀਟਿੰਗ ਕਿੱਥੇ ਹੋਈ ਸੀਗੀ? ਦਿੱਲੀ, ਇਸਲਾਮਾਬਾਦ, ਢਾਕਾ ਜਾਂ ਕਾਠਮੰਡੂ ਦੇ ਵਿੱਚ। ਸੋ ਸਾਰਕ ਦੀ ਜੋ ਪਹਿਲੀ ਮੀਟਿੰਗ ਹੋਈ ਸੀਗੀ ਇਹ ਹੋਈ ਸੀਗੀ ਢਾਕਾ ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਕੀ ਕਹਿੰਦਾ? ਸਾਰਕ ਦੀ ਫੁੱਲ ਫਾਰਮ ਕੀ ਹੁੰਦੀ ਹੈ? ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ। ਇਹ ਸਾਰਕ ਦੀ ਫੁੱਲ ਫਾਰਮ ਹੁੰਦੀ ਹੈ। ਸਾਰਕ ਦੀ ਸਥਾਪਨਾ ਹੋਈ ਸੀਗੀ 1985 ਦੇ ਵਿੱਚ ਕੀਤੀ ਗਈ ਸੀਗੀ। ਇਹਦਾ ਜੋ ਪਹਿਲਾ ਸਿਖਰ ਸੰਮੇਲਨ ਹੋਇਆ ਸੀ ਉਹ ਹੋਇਆ ਸੀਗਾ ਬੰਗਲਾਦੇਸ਼ ਦੇ ਵਿੱਚ ਹੋਇਆ ਸੀਗਾ। ਕਿੱਥੇ ਹੋਇਆ ਸੀ? ਢਾਕਾ ਦੇ ਵਿੱਚ। ਇਹ 8 ਮੈਂਬਰੀ ਇੱਕ ਮਤਲਬ ਕਿ ਐਸੋਸੀਏਸ਼ਨ ਹੈਗੀ। 8 ਦੇਸ਼ ਸ਼ਾਮਲ ਆ। ਕਿਹੜੇ? ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ਼੍ਰੀਲੰਕਾ। ਅਫਗਾਨਿਸਤਾਨ ਨੂੰ 2007 ਦੇ ਵਿੱਚ ਸ਼ਾਮਲ ਕੀਤਾ ਗਿਆ ਸੀ। ਤਾਂ ਇਹਦਾ ਮੁੱਖ ਦਫ਼ਤਰ ਕਿੱਥੇ ਹੈਗਾ? ਕਾਠਮੰਡੂ, ਨੇਪਾਲ ਦੇ ਵਿੱਚ ਹੈਗਾ। ਅਤੇ ਸਾਰਕ ਦਾ ਦੂਜਾ ਸੰਮੇਲਨ ਹੋਇਆ ਸੀ 1986 ਦੇ ਵਿੱਚ ਬੰਗਲੌਰ ਦੇ ਵਿੱਚ ਹੋਇਆ ਸੀਗਾ। ਅਤੇ ਭਾਰਤ ਵਿੱਚ ਇਹ ਪਹਿਲਾ ਸਾਰਕ ਸੰਮੇਲਨ ਸੀਗਾ। ਨੈਕਸਟ, ਜਿਸ ਗੁਨਾਹ ਲਈ ਪੁਲਿਸ ਕਿਸੇ ਵਿਅਕਤੀ ਨੂੰ ਬਿਨਾਂ ਅਦਾਲਤ ਦੀ ਆਗਿਆ ਦੇ ਗ੍ਰਿਫਤਾਰ ਕਰ ਸਕਦੀ ਹੈ ਉਹਨੂੰ ਕੀ ਕਹਿੰਦੇ ਹੈਗੇ? ਸਮਝਣਯੋਗ ਜਾਂ ਕੋਗਨੀਜ਼ੇਬਲ, ਕ੍ਰੋਸ, ਦੋਸ਼ੀ, ਨਿਰਪੱਖ। ਸੋ ਜਦੋਂ ਬਿਨਾਂ ਕਿਸੇ ਗੁਨਾਹ ਦੇ ਮਤਲਬ ਕਿ ਉਹਦੀ ਆਗਿਆ ਤੋਂ ਬਿਨਾਂ ਪੁਲਿਸ ਉਹਨੂੰ ਗ੍ਰਿਫਤਾਰ ਕਰ ਸਕਦੀ ਹੈਗੀ ਉਹਨੂੰ ਕਹਿੰਦੇ ਹੈਗੇ ਸਮਝਣਯੋਗ ਜਾਂ ਕੋਗਨੀਜ਼ੇਬਲ। ਸੋ ਆਪਸ਼ਨ ਏ ਇਜ਼ ਦਾ ਰਾਈਟ ਆਨਸਰ।
ਕੀ ਹੁੰਦਾ ਗਾ ਕੋਗਨੀਜ਼ੇਬਲ ਮਤਲਬ ਕਿ ਜੁਰਮ ਲਈ ਪੁਲਿਸ ਸਿੱਧੇ ਤੌਰ 'ਤੇ ਅਪਰਾਧ ਦਾ ਨੋਟਿਸ ਲੈਂਦੀ ਹੈ ਅਤੇ ਉੱਥੇ ਉਹ ਮਤਲਬ ਕਿ ਅਦਾਲਤ ਦੀ ਮਨਜ਼ੂਰੀ ਦੀ ਵੀ ਜ਼ਰੂਰਤ ਨਹੀਂ ਹੁੰਦੀ ਅਤੇ ਉਹ ਪੁਲਿਸ ਕਿਸੇ ਵਿਅਕਤੀ ਨੂੰ ਬਿਨਾਂ ਵਾਰੰਟ ਦੇ ਮਤਲਬ ਕਿ ਗ੍ਰਿਫਤਾਰ ਕਰ ਸਕਦੀ ਹੈ। ਕਿਹੜੇ ਕਿਹੜੇ ਅਪਰਾਧ ਹੋ ਗਏ ਇਹ? ਕਤਲ ਹੋ ਗਿਆ, ਬਲਾਤਕਾਰ ਹੋ ਗਈ, ਚੋਰੀ, ਅਗਵਾ ਕਰਨਾ ਕਿਸੇ ਨੂੰ, ਜਾਂ ਕੋਈ ਵੀ ਜਾਲੀ ਦੇਸ਼ ਦੇ ਪ੍ਰਤੀ ਕੰਮ ਕਰਦਾ ਗਾ, ਤਾਂ ਉੱਥੇ ਪੁਲਿਸ ਉਹਨੂੰ ਬਿਨਾਂ ਵਾਰੰਟ ਦੇ ਮਤਲਬ ਕਿ ਬਿਨਾਂ ਪੁੱਛੇ ਦੱਸੇ ਅਦਾਲਤ ਦੀ ਮਨਜ਼ੂਰੀ ਦੇ ਮਤਲਬ ਕਿ ਗ੍ਰਿਫਤਾਰ ਕਰ ਸਕਦੀ ਹੈਗੀ। ਨੈਕਸਟ ਪ੍ਰਸ਼ਨ ਕਹਿੰਦਾ USA ਵਿੱਚ ਸਿਵਲ ਅਧਿਕਾਰਾਂ ਦੇ ਅੰਦੋਲਨ ਨੂੰ ਉਭਾਰਨ ਲਈ ਸ਼ਾਮਲ ਔਰਤ ਦੀ ਪਛਾਣ ਕਰੋ। ਰੋਸਾ ਪਾਰਕਸ, ਰੋਸ਼ਨੀ ਬੇਟੀ, ਏਵਾ ਕੋਕਸ ਜਾਂ ਵਿਡਾ ਗੋਲਸਟੇਨ। ਸੋ USA ਦੇ ਵਿੱਚ ਜੋ ਸਿਵਲ ਅਧਿਕਾਰਾਂ ਨੂੰ ਉਭਾਰਨ ਲਈ ਔਰਤ ਹੈਗੀ ਉਹਦਾ ਨਾਮ ਹੈਗਾ ਰੋਸਾ ਪਾਰਕਸ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਕੀ ਸੀ? ਕਹਿੰਦਾ 4 ਫਰਵਰੀ 1913 ਤੋਂ 24 ਅਕਤੂਬਰ 2005 ਤੱਕ ਇਹ ਅੰਦੋਲਨ ਜੋ ਚੱਲਿਆ ਸੀਗਾ, ਇੱਕ ਲਹਿਰ ਸੀਗੀ ਉਹਦੇ ਵਿੱਚ। ਇਹਦੇ ਵਿੱਚ ਕੀ ਸੀਗਾ ਜੋ ਕਿ ਮੈਂਟਗੋਮਰੀ ਬੱਸ ਬਾਈਕਾਟ ਉਹਦੀ ਮੁਹਿੰਮ ਅਹਿਮ ਭੂਮਿਕਾ ਮਸ਼ਹੂਰ ਸੀਗੀ। ਸੋ ਯੂਨਾਈਟਿਡ ਸਟੇਟ ਕਾਂਗਰਸ ਨੇ ਉਹਨੂੰ ਨਾਗਰਿਕ ਅਧਿਕਾਰਾਂ ਦੀ ਪਹਿਲੀ ਔਰਤ ਅਤੇ ਆਜ਼ਾਦੀ ਲਹਿਰ ਦੀ ਮਾਂ ਕਿਹਾ ਗਾ। ਕਿਹਨੂੰ? ਰੋਜ਼ਾ ਪਾਰਕਸ ਨੂੰ। 1 ਦਸੰਬਰ 1955 ਨੂੰ ਅਲਬਾਮਾ ਦੇ ਮੈਂਟਗੋਮਰੀ ਵਿੱਚ ਪਾਰਕਸ ਨੇ ਇੱਕ ਵਾਰ ਗੋਰਾ ਭਾਗ ਭਰਿਆ ਗਿਆ ਤਾਂ ਬੱਸ ਦੇ ਡਰਾਈਵਰ ਜੇਮਜ਼ ਐਫ ਬਲੈਕ ਨੇ ਇੱਕ ਗੋਰੇ ਯਾਤਰੀ ਦੇ ਹੱਕ ਵਿੱਚ ਰੰਗਦਾਰ ਭਾਗ ਵਿੱਚ 4 ਸੀਟਾਂ ਦੀ ਕਤਾਰ ਖਾਲੀ ਕਰਨ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਸੀਗਾ। ਸੋ ਇਸ ਕਰਕੇ ਇਹ ਲਹਿਰ ਚੱਲੀ ਸੀਗੀ। ਨੈਕਸਟ ਪ੍ਰਸ਼ਨ ਨੈਕਸਟ ਹੈ ਕਹਿੰਦਾ ਨਿਮਨ ਲਿਖਤ ਵਿੱਚੋਂ ਭਾਰਤ ਵਿੱਚ ਰਾਜ ਵਿਧਾਨ ਪਾਲਿਕਾ ਦੇ ਕਿਹੜੇ ਸਦਨ ਹੁੰਦੇ ਆ? ਲੋਕ ਵਿਧਾਨ ਪਾਲਿਕਾ ਜਾਂ ਰਾਜ ਵਿਧਾਨ ਪਾਲਿਕਾ, ਲੋਕ ਵਿਧਾਨ ਪਾਲਿਕਾ ਅਤੇ ਵਿਧਾਨ ਸਭਾ, ਵਿਧਾਨ ਪਾਲਿਕਾ, ਵਿਧਾਨ ਪ੍ਰੀਸ਼ਦ ਅਤੇ ਰਾਜ ਵਿਧਾਨ ਪਾਲਿਕਾ, ਵਿਧਾਨ ਪ੍ਰੀਸ਼ਦ ਅਤੇ ਵਿਧਾਨ ਸਭਾ। ਮਤਲਬ ਕਿ ਰਾਜ ਵਿਧਾਨ ਪਾਲਿਕਾ ਦੇ ਕਿਹੜੇ ਕਿਹੜੇ ਸਦਨ ਹੋ ਸਕਦੇ? ਇਹਦੇ ਵਿੱਚ ਵਿਧਾਨ ਪ੍ਰੀਸ਼ਦ ਅਤੇ ਵਿਧਾਨ ਸਭਾ ਹੁੰਦੇ ਹੈਗੇ। ਸੋ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਜਿਵੇਂ ਕਿ ਆਪਣੀ ਪੰਜਾਬ ਸਟੇਟ ਇੱਥੇ ਓਨਲੀ ਕੀ ਹੈ? ਇਕੱਲੀ ਵਿਧਾਨ ਸਭਾ ਹੀ ਹੈ, ਵਿਧਾਨ ਪ੍ਰੀਸ਼ਦ ਆਪਣੇ ਨਹੀਂ ਹੈਗੀ। ਸੋ ਭਾਰਤ ਵਿੱਚ ਰਾਜ ਵਿਧਾਨ ਸਭਾਵਾਂ ਵਿਧਾਨ ਸਭਾ ਅਤੇ ਵਿਧਾਨ ਪ੍ਰੀਸ਼ਦ ਵਿੱਚ ਰੱਖੀਆਂ ਜਾਂਦੀਆਂ। ਵਿਧਾਨ ਸਭਾ ਕੀ ਹੁੰਦੀ ਹੈ? ਰਾਜ ਸਭਾ ਦਾ ਜਿਵੇਂ ਕਿ ਲੋਕ ਸਭਾ ਹੋਵੇ ਉਵੇਂ ਸੰਸਦ ਦਾ, ਉਵੇਂ ਵਿਧਾਨ ਸਭਾ ਹੇਠਲਾ ਸਦਨ ਹੁੰਦਾ ਗਾ, ਸਾਰੇ ਰਾਜਾਂ ਦੇ ਵਿੱਚ ਮੌਜੂਦ ਹੁੰਦੀ ਹੈ। ਵਿਧਾਨ ਸਭਾ ਦੇ ਮੈਂਬਰ ਲੋਕਾਂ ਦੁਆਰਾ ਸਿੱਧੇ ਤੌਰ 'ਤੇ ਚੁਣੇ ਜਾਂਦੇ ਆ। ਜਿਵੇਂ ਕਿ ਵਿਧਾਨ ਪ੍ਰੀਸ਼ਦ ਹੋ ਗਈ, ਇਹ ਉੱਪਰਲਾ ਸਦਨ ਹੁੰਦਾ ਗਾ, ਅਤੇ ਇਹ ਕੀ ਹੈਗਾ? 2 ਸਦਨ ਮਤਲਬ ਕਿ ਉੱਪਰਲਾ ਸਦਨ ਹੁੰਦਾ ਇਹ ਮਤਲਬ ਸਿੱਧੇ ਤੌਰ 'ਤੇ ਚੁਣੇ ਜਾਂਦੇ। ਕਿਹਦੇ ਦੁਆਰਾ ਚੁਣੇ ਜਾਂਦੇ? ਜਿਹੜੇ ਆਪਣੇ ਲੋਕ ਸਿੱਧੇ ਤੌਰ 'ਤੇ ਚੁਣੇ ਜਾਂਦੇ MLA ਉਹਨਾਂ ਦੁਆਰਾ ਇਹ ਚੁਣੇ ਜਾਂਦੇ, ਮਤਲਬ ਕਿ ਨਾਮਜ਼ਦ ਕੀਤੇ ਜਾਂਦੇ। ਕੁਛ ਕੁ ਸਰਕਾਰ ਦੁਆਰਾ ਇਹ ਰਾਜਪਾਲ ਦੁਆਰਾ ਨੋਮੀਨੇਟ ਕੀਤੇ ਜਾਂਦੇ ਆ ਮੈਂਬਰ। ਸੋ 2 ਸਦਨਾਂ ਵਾਲੀਆਂ ਵਿਧਾਨ ਸਭਾ ਰਾਜਾਂ ਵਿੱਚ ਵਿਧਾਨ ਸਭਾ ਅਤੇ ਦੋਨੇ ਹੁੰਦੇ ਹੈਗੇ। ਕਿਹੜੇ ਕਿਹੜੇ ਰਾਜਾਂ 'ਚ ਇਹ ਦੋਨੇ ਜਿਹੜੇ ਕਿ ਸਦਨ ਹੈਗੇ? ਮਹਾਰਾਸ਼ਟਰਾ ਦੇ ਵਿੱਚ ਆ, ਉੱਤਰ ਪ੍ਰਦੇਸ਼ ਦੇ ਵਿੱਚ ਆ, ਬਿਹਾਰ 'ਚ, ਕਰਨਾਟਕਾ 'ਚ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਰਾਜਾਂ ਦੇ ਵਿੱਚ 6 ਰਾਜਾਂ ਦੇ ਵਿੱਚ ਇਹ ਦੋਨੇ ਹੈਗੀਆਂ ਵਿਧਾਨ ਸਭਾ ਅਤੇ ਵਿਧਾਨ ਪ੍ਰੀਸ਼ਦ। ਸੋ ਨੈਕਸਟ ਪ੍ਰਸ਼ਨ ਨਿਮਨ ਲਿਖਤ ਵਿੱਚੋਂ ਕਿਸ ਦਾ ਸਹੀ ਮਿਲਾਨ ਨਹੀਂ ਹੈਗਾ? ਸੋ ਸਹੀ ਮਿਲਾਨ ਕਿਹਦਾ ਨਹੀਂ ਹੈ? ਸੰਵਿਧਾਨਕ ਸੁਰੱਖਿਆ ਦਾ ਅਧਿਕਾਰ ਆਰਟੀਕਲ 32, ਜੀਵਨ ਦੀ ਸੁਰੱਖਿਆ ਦਾ ਅਧਿਕਾਰ ਆਰਟੀਕਲ 15, ਸਭਾ ਦਾ ਸੰਗਠਨ ਆਰਟੀਕਲ 19, ਕਿਸੇ ਜੁਰਮ ਲਈ ਦੰਡ ਦੇ ਸੰਦਰਭ ਵਿੱਚ ਸੁਰੱਖਿਆ ਦਾ ਅਧਿਕਾਰ ਆਰਟੀਕਲ 20। ਸੋ ਇਹਦੇ ਵਿੱਚੋਂ ਜਿਹੜਾ ਕਿ ਸਹੀ ਕਾਨੂੰਨ ਨਹੀਂ ਹੈਗਾ ਉਹ ਹੈਗਾ ਆਪਸ਼ਨ B ਇਜ਼ ਦਾ ਰਾਈਟ ਆਨਸਰ। ਸੋ ਆਰਟੀਕਲ 15 ਕੀ ਕਹਿੰਦਾ ਹੈਗਾ? ਆਰਟੀਕਲ 15 ਇਹੀ ਕਹਿੰਦਾ ਕਿ ਕਿਸੇ ਧਰਮ, ਜਾਤ, ਨਸਲ ਦੇ ਆਧਾਰ 'ਤੇ ਕਿਸੇ ਨਾਲ ਵੀ ਆਪਾਂ ਭੇਦਭਾਵ ਨਹੀਂ ਕਰ ਸਕਦੇ। ਆਰਟੀਕਲ 32 ਕੀ ਹੈ? ਆਰਟੀਕਲ 32 ਕਹਿੰਦਾ ਸੰਵਿਧਾਨ ਦੀ ਦਿਲ ਅਤੇ ਆਤਮਾ ਬਾਰੇ ਦੱਸਿਆ ਗਿਆ ਹੈਗਾ, ਜਿਹਨੂੰ ਕਿ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਕਿਹਾ ਜਾਂਦਾ ਹੈਗਾ। ਜੇਕਰ ਆਪਣੇ ਅਧਿਕਾਰਾਂ ਨੂੰ ਕੋਈ ਹਾਨੀ ਪਹੁੰਚਾਉਂਦਾ ਹੈਗਾ ਤਾਂ ਕੀ ਹੈ? ਸਿੱਧਾ ਹਾਈ ਕੋਰਟ ਦੇ ਵਿੱਚ ਜਾ ਸਕਦੇ ਹਾਂ ਜਾਂ ਸੁਪਰੀਮ ਕੋਰਟ ਰਿਟ ਜਾਰੀ ਕਰ ਸਕਦੇ ਹੈਗੇ। ਸੋ ਨੈਕਸਟ ਪ੍ਰਸ਼ਨ ਉਹਨਾਂ ਕਾਨੂੰਨਾਂ ਨੂੰ ਕੀ ਕਹਿੰਦੇ ਹਨ ਜਿਹੜੇ ਜ਼ਾਲਮਾਨਾ ਤਰੀਕੇ ਨਾਲ ਲੋਕਾਂ ਨੂੰ ਕੰਟਰੋਲ ਕਰਦੇ ਆ ਅਤੇ ਉਹਨਾਂ ਨੂੰ ਬੋਲਣ ਅਤੇ ਇਕੱਠੇ ਹੋਣ ਦੇ ਅਧਿਕਾਰ ਸਮੇਤ ਮੌਲਿਕ ਅਧਿਕਾਰਾਂ ਨੂੰ ਵਰਤਣ ਤੋਂ ਵਰਜਿਤ
ਕਰ ਸਕਦੇ ਹੈਗੇ। ਜਿਵੇਂ ਕਿ ਆਪਸ਼ਨ ਏ ਦਮਨਕਾਰੀ, ਦੇਸ਼ ਧਰੋਹ, ਵਿਕਾਸ ਜਾਂ ਆਲੋਚਨਾ। ਸੋ ਉਹਨਾਂ ਕਾਨੂੰਨਾਂ ਨੂੰ ਬੋਲਦੇ ਹੈਗੇ ਦਮਨਕਾਰੀ ਬੋਲਦੇ ਆ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਉਹ ਕਾਨੂੰਨ ਜੋ ਲੋਕਾਂ ਨੂੰ ਬੇਰਹਿਮੀ ਨਾਲ ਨਿਯੰਤਰਿਤ ਕਰਦੇ ਹੈਗੇ ਅਤੇ ਅਕਸਰ ਉਹਨਾਂ ਨੂੰ ਬੁਨਿਆਦੀ ਅਧਿਕਾਰਾਂ ਦੀ ਵਰਤੋਂ ਕਰਨ ਤੋਂ ਰੋਕਦੇ ਆ। ਉਹਨਾਂ ਨੂੰ ਕੀ ਕਿਹਾ ਜਾਂਦਾ ਗਾ? ਦਮਨਕਾਰੀ ਕਾਨੂੰਨ ਕਿਹਾ ਜਾਂਦਾ ਗਾ। ਦੇਸ਼ ਧਰੋਹ ਕਾਨੂੰਨ ਇੱਕ ਕਿਸਮ ਦਾ ਦਮਨਕਾਰੀ ਕਾਨੂੰਨ ਹੈਗਾ ਜੋ ਪ੍ਰਗਟਾਵੇ ਦੀ ਆਜ਼ਾਦੀ ਨੂੰ ਖਤਰਾ ਪੈਦਾ ਕਰ ਸਕਦਾ ਗਾ। ਭਾਰਤ ਵਿੱਚ ਦੇਸ਼ ਧਰੋਹ ਕਾਨੂੰਨ ਦੀ ਵਰਤੋਂ ਕਰਨਾ ਕਾਰਕੁਨਾਂ, ਸਮਾਜਿਕ ਅਧਿਕਾਰਾਂ ਦੇ ਨੇਤਾਵਾਂ ਅਤੇ ਸ਼ਾਂਤੀਪੂਰਨ ਪ੍ਰਦਰਸ਼ਨਕਾਰੀ ਨੂੰ ਸ਼ਮੂਲੀਅਤ ਦੇ ਸਬੂਤ ਤੋਂ ਬਿਨਾਂ ਕੈਦ ਲਈ ਕੀਤੀ ਜਾਂਦੀ ਹੈਗੀ। ਨੈਕਸਟ ਪ੍ਰਸ਼ਨ, 1950 ਦੇ ਦਹਾਕੇ ਵਿੱਚ ਅਮਰੀਕਾ ਵਿੱਚ ਕਿਹੜਾ ਅਮਰੀਕਨ ਦੇ ਬਰਾਬਰ ਅਧਿਕਾਰਾਂ ਲਈ ਚੱਲਿਆ ਸੀਗਾ? ਮਤਲਬ ਕਿ ਕਿਹੜਾ ਅੰਦੋਲਨ ਚੱਲਿਆ ਸੀਗਾ? ਸੋ ਇਹ ਸੀਗਾ ਸਿਵਲ ਅਧਿਕਾਰਾਂ ਦਾ ਅੰਦੋਲਨ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਇਹ ਸੀਗਾ ਅੰਦੋਲਨ, ਇੱਕ ਨਿਆਂ ਪ੍ਰਤੀ ਲਹਿਰ ਸੀਗੀ ਜੋ ਕਿ 1950 ਤੋਂ 1960 ਦੇ ਦਹਾਕੇ ਵਿੱਚ ਅਮਰੀਕੀ ਸੰਯੁਕਤ ਰਾਜ ਕਾਨੂੰਨ ਦੇ ਤਹਿਤ ਬਰਾਬਰ ਅਧਿਕਾਰ ਪ੍ਰਾਪਤ ਕਰਨ ਲਈ ਹੋਇਆ ਸੀਗਾ। ਮਤਲਬ ਕਿ ਹਰ ਇੱਕ ਨੂੰ, ਮਤਲਬ ਕਿ ਉੱਥੇ ਗੋਰਿਆਂ ਕਾਲਿਆਂ ਦਾ ਥੋੜ੍ਹਾ ਜਿਹਾ ਚੱਲਦਾ ਸੀਗਾ ਉਸ ਸਮੇਂ। ਸੋ ਉਦੋਂ ਕੀ ਹੋਇਆ ਸੀਗਾ, ਇਹਨਾਂ ਨੇ ਮਤਲਬ ਕਿ ਇੱਕ ਬਰਾਬਰ ਲੈਣ ਲਈ ਆਪਣਾ ਅਧਿਕਾਰ, ਇਹ ਲਹਿਰ ਚਲਾਈ ਸੀਗੀ। ਨੈਕਸਟ ਆ ਗਿਆ ਆਪਣਾ 2 ਦਸੰਬਰ 2021 ਦੇ ਵਿੱਚ ਜਿਹੜਾ ਹੋਇਆ ਸੀਗਾ ਉਹ ਹੈਗਾ ਇਹ ਕੁਐਸਚਨ ਪੇਪਰ। ਸੋ ਕੀ ਆ ਗਿਆ, ਕਹਿੰਦਾ ਸਾਰਕ ਕਦੋਂ ਬਣੀ ਹੈਗੀ? ਆਪਾਂ ਪਹਿਲਾਂ ਪਿੱਛੇ ਵੀ ਪੜ੍ਹਿਆ ਹੈਗਾ ਸਾਰਕ ਕਦੋਂ ਬਣੀ ਹੈਗੀ। 1983 'ਚ ਬਣੀ ਆ, 84 'ਚ, 85 ਜਾਂ 86 ਦੇ ਵਿੱਚ। ਸੋ ਇਹ ਬਣੀ ਹੈਗੀ 1985 ਦੇ ਵਿੱਚ ਬਣੀ ਹੈਗੀ। ਸੋ 1985 'ਚ ਬਣੀ ਆ। ਕਿੱਥੇ ਹੋਈ ਹੈ? ਬੰਗਲਾਦੇਸ਼ 'ਚ ਹੋਈ ਹੈਗੀ। ਕਿਹੜੇ ਕਿਹੜੇ ਦੇਸ਼ ਹੈਗੇ? ਭਾਰਤ, ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਭੂਟਾਨ, ਅਫਗਾਨਿਸਤਾਨ, ਸ਼੍ਰੀਲੰਕਾ ਅਤੇ ਮਾਲਦੀਵ। ਪਹਿਲੀ ਮੀਟਿੰਗ ਕਿੱਥੇ ਹੋਈ ਸੀਗੀ? ਬੰਗਲਾਦੇਸ਼ ਦੇ ਢਾਕਾ ਦੇ ਵਿੱਚ। ਇਹਦਾ ਹੈੱਡ ਆਫਿਸ ਕਿੱਥੇ ਹੈਗਾ? ਕਾਠਮੰਡੂ ਦੇ ਵਿੱਚ ਸਥਿਤ ਹੈਗਾ। ਸੋ ਭਾਰਤ 'ਚ ਕਿੱਥੇ ਹੋਈ ਸੀਗੀ? ਪਹਿਲਾਂ ਬੰਗਲੌਰ ਦੇ ਵਿੱਚ ਇਹਦੀ ਮੀਟਿੰਗ ਹੋਈ ਸੀਗੀ। ਕਿਹੜੀ ਹੋਈ ਸੀਗੀ? ਦੂਜੀ ਹੀ ਹੋਈ ਸੀਗੀ। ਸੋ ਭਾਰਤ ਨੇ ਸਾਰਕ ਸੈਟੇਲਾਈਟ GSAT-9 ਮੈਂਬਰਾਂ ਵਜੋਂ ਤੋਹਫੇ ਵਜੋਂ ਦਿੱਤਾ ਸੀਗਾ ਅਤੇ ਅਗਸਤ 2014 ਦੇ ਵਿੱਚ ਇਹ ਲਾਂਚ ਕੀਤਾ ਸੀਗਾ। ਨੈਕਸਟ ਪ੍ਰਸ਼ਨ, ਸਰਵਉੱਚ ਅਦਾਲਤ ਦੀ ਸਥਾਪਨਾ ਕਦੋਂ ਹੋਈ ਸੀਗੀ? 15 ਅਗਸਤ 1948 ਨੂੰ, 15 ਅਗਸਤ 1949 ਨੂੰ, 26 ਜਨਵਰੀ 1949 ਨੂੰ ਜਾਂ 26 ਜਨਵਰੀ 1950 ਨੂੰ। ਸੋ ਸਰਵਉੱਚ ਅਦਾਲਤ ਦੀ ਜੋ ਸਥਾਪਨਾ ਹੋਈ ਸੀ ਇਹ ਹੋਈ ਸੀਗੀ 26 ਜਨਵਰੀ 1950 ਨੂੰ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਸੋ ਭਾਰਤ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਹੋਈ ਸੀਗੀ 1777 ਦੇ ਵਿੱਚ ਰੈਗੂਲੇਟਿੰਗ ਐਕਟ ਦੇ ਤਹਿਤ ਕੀਤੀ ਗਈ ਸੀਗੀ। ਇਹਦੇ 'ਚ ਕੀ ਹੋਇਆ ਸੀਗਾ 1773 ਦੇ ਵਿੱਚ ਫੋਰਟ ਵਿਲੀਅਮ ਕਲਕੱਤਾ ਵਿਖੇ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ ਸੀਗੀ। ਕਿੱਥੇ ਕੀਤੀ ਗਈ ਸੀ? ਕਲਕੱਤਾ ਦੇ ਵਿੱਚ। ਹਰੀ ਲਾਲ ਯੈਕੀਸ ਦਾਸ ਕਾਨੀਆ, ਮਤਲਬ ਕਿ ਹਰੀ ਲਾਲ ਜੇ ਕਾਨੀਆ ਭਾਰਤ ਦੇ ਪਹਿਲੇ ਚੀਫ ਜਸਟਿਸ ਹੋਇਆ। ਕਦੋਂ ਹੋਇਆ? ਜਿਹੜੇ ਆਪਣੇ 1950 ਦੇ ਵਿੱਚ ਬਣੀ ਹੈਗੀ। ਸੁਪਰੀਮ ਕੋਰਟ ਦੇ 26 ਜਨਵਰੀ 1950 ਨੂੰ ਸੰਵਿਧਾਨ ਦੇ ਲਾਗੂ ਹੋਣ ਦੇ ਨਾਲ ਦੇਸ਼ ਵਿੱਚ ਇਹ ਹੋਂਦ ਵਿੱਚ ਆਇਆ ਸੀਗਾ। ਸੁਪਰੀਮ ਕੋਰਟ ਸ਼ੁਰੂ ਵਿੱਚ ਪੁਰਾਣੇ ਸੰਸਦ ਵਿੱਚ ਭਵਨ ਵਿੱਚ 1958 ਵਿੱਚ ਤੱਕ ਰਿਹਾ ਹੈਗਾ, 57 ਤੱਕ। ਸੋ 58 ਤਾਂ ਵਿੱਚ ਕੀ ਹੋਇਆ? ਤਿਲਕ ਮਾਰਗ ਨਵੀਂ ਦਿੱਲੀ ਦੇ ਵਿੱਚ ਇਹ ਇਮਾਰਤ ਬਣੀ ਅਤੇ ਉੱਥੇ ਕੰਮ ਸ਼ੁਰੂ ਕੀਤਾ ਗਿਆ। 28 ਜਨਵਰੀ 1950 ਨੂੰ ਭਾਰਤ ਦੇ ਪ੍ਰਭੂਸੱਤਾ ਸੰਪੰਨ ਲੋਕਤੰਤਰੀ ਗਣਰਾਜ ਬਣਨ ਤੋਂ 2 ਦਿਨ ਬਾਅਦ ਸੁਪਰੀਮ ਕੋਰਟ ਦਾ ਉਦਘਾਟਨ ਕੀਤਾ ਗਿਆ। ਸੋ 1937 ਤੋਂ 1950 ਤੱਕ 12 ਸਾਲ ਭਾਰਤ ਦੀ ਸੰਘੀ ਅਦਾਲਤ ਬੈਠੀ ਸੀਗੀ ਪਾਰਲੀਮੈਂਟ ਦੇ ਵਿੱਚ। ਸੋ ਭਾਰਤ ਦਾ ਜੋ ਕਰੰਟ ਦੇ ਵਿੱਚ CGI ਇਹ ਕੌਣ ਹੈਗਾ? DY ਚੰਦਰਚੂੜ ਹੈਗਾ। ਨੈਕਸਟ ਪ੍ਰਸ਼ਨ, ਕਹਿੰਦਾ ਸੰਵਿਧਾਨ ਦਾ ਆਰਟੀਕਲ 22 ਅਤੇ ਅਪਰਾਧਿਕ ਕਾਨੂੰਨ ਦੀ ਗ੍ਰਿਫਤਾਰ ਕੀਤੇ ਵਿਅਕਤੀ ਨੂੰ ਹੇਠ ਲਿਖੇ ਮੌਲਿਕ ਅਧਿਕਾਰਾਂ ਦੀ ਗਰੰਟੀ ਦਿੰਦਾ। ਕਿਹੜੀ ਕਿਹੜੀ ਦਿੰਦਾ? ਗ੍ਰਿਫਤਾਰ ਹੋਣ ਦੇ 24 ਘੰਟਿਆਂ ਦੇ ਅੰਦਰ ਜੱਜ ਦੇ ਸਾਹਮਣੇ ਪੇਸ਼ ਕਰਨ ਦਾ ਅਧਿਕਾਰ, ਗ੍ਰਿਫਤਾਰੀ ਦੌਰਾਨ ਜਾਂ ਕੈਦ ਵਿੱਚ ਤਕਲੀਫ ਯਾਤਨਾ ਮਤਲਬ ਕਿ ਦੇਣ ਦਾ ਅਧਿਕਾਰ,
ਪੁਲਿਸ ਕੈਦ ਵਿੱਚ ਕੀਤੇ ਕਬੂਲਨਾਮੇ ਨੂੰ ਦੋਸ਼ੀ ਵਿਰੁੱਧ ਸਬੂਤ ਵਜੋਂ ਨਾ ਵਰਤੇ ਜਾਣ ਦਾ ਅਧਿਕਾਰ, 15 ਸਾਲ ਤੋਂ ਘੱਟ ਉਮਰ ਦਾ ਲੜਕਾ ਅਤੇ ਔਰਤ ਨੂੰ ਕੇਵਲ ਪੁੱਛ-ਗਿੱਛ ਲਈ ਪੁਲਿਸ ਸਟੇਸ਼ਨ ਨਾ ਬੁਲਾਏ ਜਾਣ ਦਾ ਅਧਿਕਾਰ। ਸੋ ਇਹਦੇ ਵਿੱਚ ਜੋ ਆਪਣਾ ਉੱਤਰ ਬਣੂਗਾ ਸਾਰੇ ਮਤਲਬ ਕਿ ਇਹ ਵਿੱਚ ਆਰਟੀਕਲ 22 ਹੈਗੀ ਸਾਰਿਆਂ ਨੂੰ ਗਰੰਟੀ ਦਿੰਦਾ ਹੈਗਾ। ਸੋ ਇਹਦੇ ਇਸ ਕਰਕੇ ਆਪਣਾ ਕੀ ਬਣ ਜੂਗਾ, ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਹੈ। ਸੋ ਜਿਹੜਾ ਫੰਡਾਮੈਂਟਲ ਰਾਈਟਸ ਦੇ ਵਿੱਚ ਇਹ ਪ੍ਰਸ਼ਨ ਹੈਗਾ ਆਉਂਦਾ ਗਾ ਆਰਟੀਕਲ 22 ਆਉਂਦਾ ਗਾ। ਇੱਥੇ ਕੀ ਹੈਗਾ, ਗ੍ਰਿਫਤਾਰ ਤੋਂ ਬਾਅਦ 24 ਘੰਟੇ ਦੇ ਅੰਦਰ ਜੱਜ ਦੇ ਪੇਸ਼ ਕਰਨ ਦਾ ਅਧਿਕਾਰ ਹੁੰਦਾ ਗਾ। ਗ੍ਰਿਫਤਾਰੀ ਦੇ ਦੌਰਾਨ ਉਹਨੂੰ ਕੋਈ ਵੀ ਤਕਲੀਫ ਨਹੀਂ ਦਿੱਤੀ ਜਾ ਸਕਦੀ, ਮਤਲਬ ਕਿ ਟੌਰਚਰ ਨਹੀਂ ਕੀਤਾ ਜਾ ਸਕਦਾ। ਇਹ ਵੀ ਕਹਿੰਦਾ ਗਾ ਆਰਟੀਕਲ 22। ਪੁਲਿਸ ਕੈਦ ਦੇ ਵਿੱਚ ਜਦੋਂ ਕੋਈ ਵੀ ਕੈਦੀ ਪੁਲਿਸ ਕੈਦ ਦੇ ਵਿੱਚ ਹੁੰਦਾ ਗਾ ਉਹਨੂੰ ਉਹਦੇ ਵਿਰੁੱਧ ਮਤਲਬ ਕਿ ਸਬੂਤ ਦਾ ਕਹਿਣ ਦਾ ਅਧਿਕਾਰ ਨਹੀਂ ਹੈਗਾ ਗਾ। ਸੋ 15 ਸਾਲ ਤੋਂ ਜਦੋਂ ਕੋਈ ਘੱਟ ਦਾ ਹੁੰਦਾ ਗਾ ਜਾਂ ਔਰਤਾਂ ਨੂੰ ਕੇਵਲ ਪੁੱਛ-ਗਿੱਛ ਲਈ ਹੀ ਸਟੇਸ਼ਨ ਨਾ ਬੁਲਾਏ ਜਾਣ ਦਾ ਅਧਿਕਾਰ ਹੈਗਾ ਗਾ। ਸੋ ਇਹਦੇ ਇਸ ਕਰਕੇ ਕੀ ਹੋ ਜੂ ਆਪਣਾ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਸੋ ਇਹ ਯਕੀਨੀ ਬਣਾਉਂਦਾ ਕਿ ਅਜਿਹੀਆਂ ਗ੍ਰਿਫਤਾਰੀਆਂ ਦੇ ਗ੍ਰਿਫਤਾਰ ਨਜ਼ਰਬੰਦ ਨਹੀਂ ਕੀਤਾ ਜਾ ਸਕਦਾ। ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨ ਦਾ ਅਧਿਕਾਰ ਆਰਟੀਕਲ 22 ਇਹ ਗਰੰਟੀ ਦਿੰਦਾ ਗਾ ਅਤੇ 24 ਘੰਟਿਆਂ ਦੇ ਅੰਦਰ ਅੰਦਰ ਉਹਦੇ ਕੀ ਹੈ ਸਾਹਮਣੇ ਪੇਸ਼ ਕਰਨਾ ਪੈਂਦਾ ਗਾ। ਸੋ ਨੈਕਸਟ ਪ੍ਰਸ਼ਨ ਆ ਗਿਆ, ਭਾਰਤ ਦੀ ਕੇਂਦਰੀ ਸਰਕਾਰ ਦੁਆਰਾ ICSSR ਦੀ ਸਥਾਪਨਾ ਕਦੋਂ ਕੀਤੀ ਗਈ, ਇਹਦਾ ਪੂਰਾ ਨਾਂ ਕੀ ਹੈਗਾ। ਸੋ ਇਹਦਾ ਜੋ ਪੂਰਾ ਨਾਂ ਗਾ 1967 ਦੇ ਵਿੱਚ ਬਣੀ ਸੀਗੀ ਇੰਡੀਅਨ ਮਤਲਬ ਕਿ ਕਾਊਂਸਲ ਆਫ ਸੋਸ਼ਲ ਸਟੱਡੀਜ਼ ਰਿਸਰਚ ਬਣਦਾ ਗਾ, ਜਾਂ 1969 ਦੇ ਵਿੱਚ ਇੰਡੀਅਨ ਕਾਊਂਸਲ ਆਫ ਸੋਸ਼ਲ ਸਾਇੰਸ ਰਿਸਰਚ ਬਣਦਾ ਗਾ, ਜਾਂ 69 ਦੇ ਵਿੱਚ ਹੀ ਇੰਡੀਅਨ ਕਾਨਫਰੰਸ ਸੋਸ਼ਲ ਸਾਇੰਸ ਰਿਸਰਚ ਬਣਦਾ ਗਾ। ਸੋ ਇਹਦਾ ਜੋ ਸਹੀ ਉੱਤਰ ਬਣੂਗਾ ਆਪਣਾ ਇਹ 1969 ਦੇ ਵਿੱਚ ਬਣੀ ਸੀ। 69 ਦੇ ਵਿੱਚ ਇੰਡੀਅਨ ਕਾਊਂਸਲ ਆਫ ਸੋਸ਼ਲ ਸਾਇੰਸ ਰਿਸਰਚ ਦਾ ਸਹੀ ਉੱਤਰ ਬਣਦਾ ਗਾ ਆਪਸ਼ਨ ਬੀ। ਇਹ ਬਣੀ ਸੀਗੀ 69 ਦੇ ਵਿੱਚ। ਕੀ ਇਹਦਾ ਪੂਰਾ ਨਾਂ ਇੰਡੀਅਨ ਕਾਊਂਸਲ ਆਫ ਸੋਸ਼ਲ ਸਾਇੰਸ ਰਿਸਰਚ ਹੈ। ਸੋ ਇਹਦਾ ਕੀ ਹੈਗਾ, ਇਹ ਵਿਗਿਆਨ ਦੇ ਖੇਤਰ ਨੂੰ ਉਤਸ਼ਾਹਿਤ ਕਰਦੀ ਹੈਗੀ। ਸੋ ਇਹਦੇ ਵਿੱਚ ਕੀ ਹੈਗਾ, ਵਿਗਿਆਨ ਦੀ ਸਥਿਤੀ ਦੀ ਮਤਲਬ ਕਿ ਜਾਂਚ ਬਾਰੇ ਅਤੇ ਪੇਸ਼ਕਸ਼ ਕਰਨਾ ਗਾ। ਸਮਾਜਿਕ ਵਿਗਿਆਨ ਖੋਜ ਪਹਿਲ ਕਦਮੀਆਂ ਦੇ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਕੀ ਹੈਗਾ ਇਹਦਾ ਮੋਟਿਵ ਹੈਗਾ। ਸੋ ਕੀ ਹੈਗਾ ਇਹ ਬਾਕੀ ਤੁਸੀਂ PDF ਦੇ ਵਿੱਚ ਬਾਕੀ ਡਿਟੇਲ ਪੜ੍ਹ ਸਕਦੇ ਹੋਗੇ। ਨੈਕਸਟ, ਮਨੁੱਖੀ ਤਸਕਰੀ ਜਾਂ ਵਪਾਰ ਕਰਨ ਦੀ ਮਨਾਹੀ ਭਾਰਤੀ ਸੰਵਿਧਾਨ ਦੇ ਕਿਹੜੇ ਅਧਿਕਾਰ ਦੇ ਅਧੀਨ ਆਉਂਦੀ ਹੈਗੀ। ਸਮਾਨਤਾ ਦਾ ਅਧਿਕਾਰ, ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਧਾਰਮਿਕ ਸੁਤੰਤਰਤਾ ਦਾ ਅਧਿਕਾਰ ਜਾਂ ਸੰਪੱਤੀ ਦੇ ਅਧਿਕਾਰ ਅੰਡਰ ਆਉਂਦੀ ਹੈਗੀ। ਸੋ ਮਨੁੱਖੀ ਤਸਕਰੀ ਜਾਂ ਵਪਾਰ ਕਰਨਾ ਨੂੰ ਇਹ ਆਉਂਦਾ ਗਾ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦੇ ਅੰਡਰ ਆਉਂਦਾ ਗਾ। ਸੋ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਆਪਾਂ ਕਿਸੇ ਵੀ ਮਨੁੱਖ ਨੂੰ ਵੇਚ ਖਰੀਦ ਨਹੀਂ ਸਕਦੇ, ਇਹ ਕੀ ਹੈਗਾ ਕਾਨੂੰਨੀ ਅਪਰਾਧ ਹੈਗਾ ਗਾ। ਸੋ ਆਰਟੀਕਲ 23 ਅਤੇ 24 ਕੀ ਹੈ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦੇ ਵਿੱਚ ਆਉਂਦਾ ਗਾ। ਆਰਟੀਕਲ 23 ਕੀ ਕਹਿੰਦਾ, ਕਿਸੇ ਮਨੁੱਖ ਨੂੰ ਖਰੀਦਣਾ, ਵੇਚਣਾ, ਬੰਦੀ ਬਣਾ ਕੇ ਕੰਮ ਕਰਾਉਣਾ ਕੀ ਹੈ ਇੱਕ ਗੈਰ ਕਾਨੂੰਨੀ ਅਧਿਕਾਰ ਹੈਗਾ। ਸੋ ਆਰਟੀਕਲ 24 ਇਹ ਕਹਿੰਦਾ ਹੈਗਾ ਕਿ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਾਰਖਾਨਿਆਂ ਦੇ ਖਾਨਾਂ ਦੇ ਵਿੱਚ ਕੰਮ ਨਹੀਂ ਕਰਾਇਆ ਜਾ ਸਕਦਾ, ਇਹ ਕੀ ਹੈਗਾ ਗੈਰ ਕਾਨੂੰਨੀ ਹੈਗਾ ਗਾ। ਨੈਕਸਟ, ਸੋ ਨੈਕਸਟ ਹੋਇਆ ਜੋ ਆਪਣਾ ਪੇਪਰ ਜਨਵਰੀ 2020 ਦੇ ਵਿੱਚ ਹੋਇਆ ਸੀਗਾ। ਸੋ ਇਹਦੇ ਆਪਾਂ ਪ੍ਰਸ਼ਨ ਦੇਖਦੇ ਆਂਗੇ। ਕੀ ਹੈ, ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਮੌਲਿਕ ਅਧਿਕਾਰ ਹੈਗਾ। ਸੰਪੱਤੀ ਦਾ ਅਧਿਕਾਰ, ਧਾਰਮਿਕ ਆਜ਼ਾਦੀ ਦਾ ਅਧਿਕਾਰ, ਕੰਮ ਕਰਨ ਦਾ ਅਧਿਕਾਰ ਜਾਂ ਉਪਰੋਕਤ ਸਾਰੇ। ਸੋ ਇੱਥੇ ਆਨਸਰ ਉਪਰੋਕਤ ਸਾਰੇ ਨਹੀਂ ਆਉਣਾ। ਸੰਪੱਤੀ ਦਾ ਅਧਿਕਾਰ ਕੀ ਹੈਗਾ ਕਾਨੂੰਨੀ ਅਧਿਕਾਰ ਬਣ ਗਿਆ। ਕੰਮ ਕਰਨ ਦਾ ਅਧਿਕਾਰ ਕੀ ਹੈਗਾ ਆਪਣਾ ਨਿੱਜੀ ਅਧਿਕਾਰ ਹੋ ਗਿਆ। ਸੋ ਧਾਰਮਿਕ ਆਜ਼ਾਦੀ ਦਾ ਅਧਿਕਾਰ ਕੀ ਹੋ ਗਿਆ ਆਪਣਾ ਮੌਲਿਕ ਅਧਿਕਾਰ ਹੋ ਗਿਆ। ਸੋ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਧਾਰਮਿਕ ਆਜ਼ਾਦੀ ਦਾ ਅਧਿਕਾਰ ਭਾਰਤੀ ਸੰਵਿਧਾਨ ਦੇ ਅਨੁਸਾਰ ਇੱਕ ਬੁਨਿਆਦੀ ਅਧਿਕਾਰ ਹੈਗਾ। ਇਹ ਆਰਟੀਕਲ 25 ਤੋਂ ਲੈ ਕੇ 28 ਤੱਕ ਹੈਗਾ ਗਾ। ਇਹਦੇ ਵਿੱਚ ਕੀ ਹੈਗਾ, ਹਰੇਕ ਨਾਗਰਿਕ ਨੂੰ ਆਪਣੀ ਧਰਮ ਦੀ ਆਜ਼ਾਦੀ ਦੀ ਗਰੰਟੀ ਦਿੰਦਾ ਗਾ ਕਿ ਆਪਣੇ ਧਰਮ ਦੇ ਅਨੁਸਾਰ ਉਹ ਜੀ ਸਕਦਾ ਗਾ, ਆਪਣੀ ਨਿੱਜੀ ਸੁਤੰਤਰਤਾ ਬਣਾਈ ਰੱਖ ਸਕਦਾ ਗਾ।
ਸੋ ਇਹ ਕੀ ਹੈਗਾ, ਧਾਰਮਿਕ ਆਜ਼ਾਦੀ ਦਾ ਅਧਿਕਾਰ ਬਣਦਾ। ਹਰ ਇੱਕ ਨੂੰ ਆਪਣਾ ਆਪਣਾ ਧਰਮ ਮੰਨਣ ਦਾ ਅਧਿਕਾਰ ਹੈਗਾ। ਤੁਸੀਂ ਆਪਣੇ ਦੇਸ਼ ਦੇ ਵਿੱਚ ਦੇਖੋ ਬਹੁਤ ਸਾਰੇ ਧਰਮ ਹੈਗੇ, ਹਰ ਇੱਕ ਨਾਗਰਿਕ ਆਪਣਾ ਆਪਣਾ ਧਰਮ ਅਪਣਾਉਂਦਾ। ਇਹ ਨਹੀਂ ਕਹਿੰਦਾ ਗਾ ਤੂੰ ਇਹ ਦੂਜਾ ਧਰਮ, ਕਿਉਂਕਿ ਆਪਣੀ ਸੁਸਾਇਟੀ ਦੇ ਵਿੱਚ ਹੀ ਦੇਖੋ ਤੁਸੀਂ ਹਰ ਇੱਕ ਧਰਮ ਦੇ ਲੋਕ ਰਹਿੰਦੇ ਹੈਗੇ। ਨੈਕਸਟ, ਸੋ ਪਹਿਲਾਂ ਤਾਂ ਇਹ ਆਪਣਾ ਆ ਗਿਆ ਧਾਰਮਿਕ ਆਜ਼ਾਦੀ ਅਧਿਕਾਰ। ਹੁਣ ਤੁਸੀਂ ਦੇਖੋ ਜਾਇਦਾਦ ਦਾ ਅਧਿਕਾਰ, ਯਾਨੀ ਕਿ ਸੰਪੱਤੀ ਦਾ ਅਧਿਕਾਰ ਕਦੋਂ ਹੋਇਆ ਸੀਗਾ, ਆਰਟੀਕਲ 31 ਦੇ ਅੰਡਰ ਆਉਂਦਾ ਗਾ। 1978 ਦੇ ਵਿੱਚ 44ਵੀਂ ਅਮੈਂਡਮੈਂਟ ਰਾਹੀਂ ਇਹਨੂੰ ਕੀ ਬਣਾਤਾ ਸੀ, ਕਾਨੂੰਨੀ ਅਧਿਕਾਰ ਬਣਾਤਾ ਸੀਗਾ, ਜਿਹਦੇ ਵਿੱਚ 300A ਆਰਟੀਕਲ ਦੇ ਤਹਿਤ ਬਣਾਇਆ ਸੀਗਾ। ਜਿਵੇਂ ਕਿ ਵੋਟ ਪਾਉਣ ਦਾ ਅਧਿਕਾਰ, ਆਪਾਂ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੋਇਆ ਹੈਗਾ, ਇਹ ਇੱਕ ਕਾਨੂੰਨੀ ਅਧਿਕਾਰ ਹੈਗਾ। 1950 ਦੇ ਵਿੱਚ ਇਹ ਸੋਧਾਂ ਦੇ ਐਕਟ ਦੁਆਰਾ ਪ੍ਰਦਾਨ ਕੀਤਾ ਗਿਆ। ਸੋ ਰਾਜਨੀਤਿਕ ਅਧਿਕਾਰ, ਜਿਹਦੇ ਵਿੱਚ ਹਰੇਕ ਬੰਦਾ ਆਪਣਾ ਰਾਜਨੀਤਿਕ ਦੇ ਵਿੱਚ ਆਪਣਾ ਦਖਲਅੰਦਾਜ਼ੀ ਕਰ ਸਕਦਾ, ਮਤਲਬ ਕਿ ਭਾਗ ਲੈ ਸਕਦਾ ਗਾ, ਉਹ ਵੋਟਾਂ ਦੇ ਵਿੱਚ ਖੜਾ ਹੋ ਸਕਦਾ ਗਾ, ਵੋਟ ਪਾ ਸਕਦਾ, ਰਾਜਨੀਤਿਕ ਮਤਲਬ ਕਿ ਦੇ ਵਿੱਚ ਇਹ ਚੀਜ਼ ਅਧਿਕਾਰ ਮਿਲਦਾ ਗਾ। ਨੈਕਸਟ ਪ੍ਰਸ਼ਨ, ਭਾਰਤ ਦਾ ਗਵਰਨਰ ਜਨਰਲ ਬਣਨ ਵਾਲਾ ਪਹਿਲਾ ਭਾਰਤੀ ਕੌਣ ਸੀਗਾ? MK ਗਾਂਧੀ, ਰਾਮਾ ਸੁਆਮੀ ਰੇਡੀਆਰ, ਵੱਲਭ ਭਾਈ ਪਟੇਲ ਜਾਂ ਚੱਕਰਵਰਤੀ ਰਾਜਾ ਗੋਪਾਲਚਾਰੀਆ। ਸੋ ਜੋ ਭਾਰਤ ਦਾ ਗਵਰਨਰ ਜਨਰਲ ਬਣਨ ਵਾਲਾ ਪਹਿਲਾ ਭਾਰਤੀ ਸੀ ਉਹ ਸੀਗਾ ਚੱਕਰਵਰਤੀ ਰਾਜਾ ਗੋਪਾਲਚਾਰੀਆ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਸੋ ਚੱਕਰਵਰਤੀ ਰਾਜਾ ਗੋਪਾਲਚਾਰੀਆ ਆਜ਼ਾਦੀ ਤੋਂ ਬਾਅਦ ਭਾਰਤ ਦੇ ਪਹਿਲੇ ਅਤੇ ਆਖਰੀ ਭਾਰਤੀ ਮੂਲ ਦੇ ਗਵਰਨਰ ਜਨਰਲ ਸਨ। ਚੱਕਰਵਰਤੀ ਰਾਜਾ ਗੋਪਾਲਚਾਰੀਆ ਰਾਜਾ ਜੀ ਦੇ ਨਾਂ ਨਾਲ ਮਸ਼ਹੂਰ ਸਨ। ਸੋ ਇਹ ਕਾਂਗਰਸ ਦੇ ਮੈਂਬਰ ਸਨ ਅਤੇ ਮਹਾਤਮਾ ਗਾਂਧੀ ਦੇ ਵਫਾਦਾਰ ਸਮਰਥਕ ਵੀ ਸਨ। ਇਹਨਾਂ ਦਾ ਜਨਮ 10 ਦਸੰਬਰ 1878 ਨੂੰ ਤਾਮਿਲਨਾਡੂ ਦੇ ਮਦਰਾਸ ਵਿੱਚ ਹੋਇਆ ਸੀਗਾ। ਸੋ ਹੋਰ ਜਾਣਕਾਰੀ ਜੇ ਆਪਾਂ ਦੇਖੀਏ ਤਾਂ ਲਾਰਡ ਮਾਊਂਟਬੈਟਨ ਭਾਰਤ ਦਾ ਆਖਰੀ ਬ੍ਰਿਟਿਸ਼ ਗਵਰਨਰ ਜਨਰਲ ਹੈਗਾ ਸੀ। ਕਈ ਵਾਰ ਇਹ ਵੀ ਪੇਪਰ ਦੇ ਵਿੱਚ ਪੁੱਛ ਸਕਦੇ ਹੈਗੇ, ਜਿਵੇਂ ਕਿ ਲਾਰਡ ਵਾਰਨ ਹੇਸਟਿੰਗਸ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਸੀਗਾ ਅਤੇ ਲਾਰਡ ਕਰਜ਼ਨ 1905 ਵਿੱਚ ਬੰਗਾਲ ਦੀ ਵੰਡ ਦਾ ਮੁੱਖ ਪਾਤਰ ਸੀਗਾ। ਸੋ ਨੈਕਸਟ ਪ੍ਰਸ਼ਨ, ਪੰਚਾਇਤੀ ਰਾਜ ਪ੍ਰਣਾਲੀ ਸਭ ਤੋਂ ਪਹਿਲਾਂ ਕਿੱਥੇ ਲਾਗੂ ਹੋਈ ਸੀਗੀ? ਤਾਮਿਲਨਾਡੂ ਦੇ ਵਿੱਚ, ਰਾਜਸਥਾਨ 'ਚ, ਆਂਧਰਾ ਪ੍ਰਦੇਸ਼ ਜਾਂ ਕੇਰਲਾ ਦੇ ਵਿੱਚ। ਸੋ ਜੋ ਪੰਚਾਇਤੀ ਰਾਜ ਪ੍ਰਣਾਲੀ ਸਭ ਤੋਂ ਪਹਿਲਾਂ ਸਟਾਰਟ ਹੋਈ ਸੀ, ਇਹ ਹੋਈ ਸੀ ਰਾਜਸਥਾਨ ਦੇ ਵਿੱਚ। ਪੰਚਾਇਤੀ ਰਾਜ ਪ੍ਰਣਾਲੀ ਸਭ ਤੋਂ ਪਹਿਲਾਂ ਕਿੱਥੇ ਸਟਾਰਟ ਹੋਈ? ਰਾਜਸਥਾਨ ਦੇ ਵਿੱਚ। 1992 ਦੇ ਵਿੱਚ 73ਵੀਂ ਅਮੈਂਡਮੈਂਟ ਰਾਹੀਂ ਇਹ ਇੱਕ ਪੰਚਾਇਤੀ ਜੋ ਕਿ ਸਿਸਟਮ ਆ ਇਹ ਲਾਗੂ ਕੀਤਾ ਗਿਆ ਸੀਗਾ। 3 ਪੱਧਰੀਆਂ ਪੰਚਾਇਤਾਂ ਹੁੰਦੀਆਂ, ਕਿਹੜੀਆਂ ਕਿਹੜੀਆਂ ਹੋ ਗਈਆਂ? ਗ੍ਰਾਮ ਪੰਚਾਇਤ ਪਿੰਡ ਪੱਧਰ 'ਤੇ, ਮੰਡਲ ਪਰਿਸ਼ਦ ਜਾਂ ਬਲਾਕ ਸਮਿਤੀ ਜਾਂ ਪੰਚਾਇਤ ਸਮਿਤੀ ਇਹ ਹੋ ਗਈ ਬਲਾਕ ਪੱਧਰ 'ਤੇ, ਜ਼ਿਲ੍ਹਾ ਪਰਿਸ਼ਦ ਹੋ ਗਈ ਜ਼ਿਲ੍ਹਾ ਪੱਧਰ 'ਤੇ। ਸੋ ਵਰਤਮਾਨ ਦੇ ਵਿੱਚ ਨਾਗਾਲੈਂਡ ਅਤੇ ਮੇਘਾਲਿਆ, ਮਿਜ਼ੋਰਮ ਤਿੰਨਾਂ ਸਟੇਟਾਂ ਨੂੰ ਛੱਡ ਕੇ ਬਾਕੀ ਸਾਰੇ ਦੇਸ਼ ਦੇ ਵਿੱਚ ਪੰਚਾਇਤਾਂ ਮੌਜੂਦ ਆ ਅਤੇ ਇੱਕ ਦਿੱਲੀ ਨੂੰ। ਸੋ ਪੰਚਾਇਤੀ ਰਾਜ ਪ੍ਰਣਾਲੀ ਸਭ ਤੋਂ ਪਹਿਲਾਂ ਰਾਜਸਥਾਨ ਦੇ ਵਿੱਚ ਨਗੌਰ ਜ਼ਿਲ੍ਹੇ ਦੇ ਵਿੱਚ ਸਟਾਰਟ ਕੀਤੀ ਗਈ ਸੀ। ਕਦੋਂ? 2 ਅਕਤੂਬਰ 1959 ਨੂੰ ਸਟਾਰਟ ਕੀਤੀ ਗਈ ਸੀਗੀ। ਨੈਕਸਟ ਪ੍ਰਸ਼ਨ, ਸੋ ਇਹ ਕਿਹੜੀਆਂ ਪੰਚਾਇਤੀ ਦੇ ਮਤਲਬ ਕਿ ਜੋ ਕਿ ਕਮੇਟੀਆਂ ਬਣੀਆਂ ਹੁੰਦੀਆਂ ਹੈਗੀਆਂ? ਬਲਵੰਤ ਰਾਏ ਮਹਿਤਾ ਕਮੇਟੀ ਹੈਗੀ 1957 'ਚ ਬਣੀ ਸੀਗੀ। VT ਕ੍ਰਿਸ਼ਨਾਮਚਾਰੀ ਕਮੇਟੀ ਹੋ ਗਈ 1960 'ਚ ਬਣੀ ਸੀਗੀ। ਤਖਤਮਲ ਜੈਨ ਸਟੱਡੀ ਗਰੁੱਪ 1966 ਦੇ ਵਿੱਚ। ਅਸ਼ੋਕ ਮਹਿਤਾ ਕਮੇਟੀ ਹੋ ਗਈ। GVK ਰਾਓ ਕਮੇਟੀ, ਸਿੰਘਵੀਂ ਕਮੇਟੀ, ਥੁੰਗਨ ਕਮੇਟੀ ਅਤੇ ਮਹਿੰਦਰ ਸਿੰਘ ਕਮੇਟੀ। ਇਹ ਅਲੱਗ-ਅਲੱਗ ਸਮੇਂ ਅਨੁਸਾਰ ਪੰਚਾਇਤਾਂ ਨਾਲ ਰਿਲੇਟਡ ਕਮੇਟੀਆਂ ਬਣੀਆਂ, ਜਿਨ੍ਹਾਂ ਨੇ ਸਰਕਾਰ ਨੂੰ ਸਿਫਾਰਿਸ਼ਾਂ ਕੀਤੀਆਂ ਕਿ ਇਹਦੇ ਪੰਚਾਇਤੀ ਸਿਸਟਮ ਦੇ ਵਿੱਚ ਸੋਧਾਂ ਲੈ ਕੇ ਤੁਸੀਂ ਆ ਸਕਦੇ ਹੈਗੇ। ਸੋ ਨੈਕਸਟ ਪ੍ਰਸ਼ਨ, ਅਮਰੀਕਨ ਸਿਵਲ ਯੁੱਧ ਕਿਸ ਸਾਲ ਅੰਤ ਹੋਇਆ? ਗੁਲਾਮ ਪ੍ਰਥਾ ਨਾਲ ਹੋਇਆ, ਜ਼ਿਮੀਂਦਾਰ ਪ੍ਰਥਾ ਨਾਲ ਹੋਇਆ, ਤਾਨਾਸ਼ਾਹੀ ਨਾਲ ਹੋਇਆ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਅਮਰੀਕਨ ਸਿਵਲ ਯੁੱਧ ਦਾ ਅੰਤ ਹੋਇਆ ਸੀਗਾ ਗੁਲਾਮ ਪ੍ਰਥਾ ਦਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਕੀ ਹੈ ਕਹਿੰਦਾ, ਆਰਥਿਕ ਮੁੱਦਿਆਂ ਪੱਛਮ ਵਿੱਚ ਮਤਲਬ ਕਿ ਜਿਹੜੇ ਕਿ ਹੋਏ ਸੀਗੇ, ਇਹ ਹੋਏ ਸੀ ਉੱਤਰੀ ਅਤੇ ਦੱਖਣੀ ਰਾਜਾਂ ਦੇ ਵਿੱਚ ਤਣਾਅ ਦੇ ਕਾਰਨ। 1861 ਦੇ ਵਿੱਚ ਇਹ ਅਮਰੀਕੀ ਘਰੇਲੂ ਯੁੱਧ ਹੋਇਆ ਸੀਗਾ ਅਤੇ ਜੰਗ 1865 ਤੱਕ ਚੱਲਦੇ ਇਹ ਖਤਮ ਹੋ ਗਈ ਅਤੇ ਦੇਸ਼ ਵਿੱਚ ਗੁਲਾਮੀ ਦਾ ਕੀ ਹੋ ਗਿਆ ਸੀਗਾ? ਅੰਤ ਹੋ ਗਿਆ ਸੀਗਾ। ਸੋ ਕੀ ਬਣਦਾ ਸੀ ਇਹਦੇ ਵਿੱਚ? ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੀ ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਆ?
ਸੰਸਦੀ ਸਰਕਾਰ, ਸੰਘਾਤਮਕ ਸਰਕਾਰ, ਦੋਹਰੀ ਨਾਗਰਿਕਤਾ ਜਾਂ ਲਿਖਤੀ ਸੰਵਿਧਾਨ। ਸੋ ਇਹਦੇ ਵਿੱਚ ਜੋ ਆਪਣਾ ਭਾਰਤੀ ਸੰਵਿਧਾਨ ਦੇ ਵਿੱਚ ਸੰਸਦੀ ਸਰਕਾਰ ਵੀ ਆ, ਸੰਘਾਤਮਕ ਸਰਕਾਰ ਵੀ ਆ, ਲਿਖਤੀ ਸੰਵਿਧਾਨ ਵੀ ਆ ਆਪਣੇ ਕੋਲੇ, ਪਰ ਆਪਣੇ ਕੋਲੇ ਕੀ ਹੈਗੀ, ਦੋਹਰੀ ਨਾਗਰਿਕਤਾ ਨਹੀਂ ਹੈਗੀ। ਜਿਵੇਂ ਕਿ ਅਮਰੀਕਾ ਦੇ ਵਿੱਚ ਹੈਗਾ ਦੇਸ਼ ਦੀ ਅਲੱਗ ਆ ਗਈ, ਪੂਰੇ ਦੇਸ਼ ਦੀ ਇੱਕ ਸਟੇਟ ਦੀ ਅਲੱਗ ਨਾਗਰਿਕਤਾ ਹੋ ਗਈ, ਪਰ ਭਾਰਤ 'ਚ ਇੱਕ ਹੀ ਨਾਗਰਿਕਤਾ ਗਈ, ਇਕਹਿਰੀ ਨਾਗਰਿਕਤਾ ਗਈ। ਸੋ ਦੋਹਰੀ ਨਾਗਰਿਕਤਾ ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਹੈਗੀ। ਇਕਹਿਰੀ ਨਾਗਰਿਕਤਾ ਪ੍ਰਦਾਨ ਆ ਭਾਰਤ ਦੇ ਵਿੱਚ, ਚਾਹੇ ਉਹ ਕਿਤੇ ਵੀ ਰਹਿੰਦੇ ਹੋਣ। ਇਹਦੇ ਉਲਟ ਦੋਹਰੀ ਨਾਗਰਿਕਤਾ ਇਸਦੇ ਉਲਟ ਦੂਜੇ ਸੰਘੀ ਦੇਸ਼ ਦੋਹਰੀ ਨਾਗਰਿਕਤਾ ਪ੍ਰਦਾਨ ਕਰਦੇ, ਜਿਵੇਂ ਕਿ ਅਮਰੀਕਾ ਵਗੈਰਾ ਹੋ ਗਿਆ। ਸੋ ਭਾਰਤੀ ਸੰਵਿਧਾਨ ਦੇ ਵਿੱਚ ਇਕਹਿਰੀ ਨਾਗਰਿਕਤਾ ਸਰਕਾਰ ਕਿਹੜੀ ਹੈਗੀ, ਸੰਸਦ ਦੀ ਹੈਗੀ, ਸੰਵਿਧਾਨ ਆਪਣਾ ਕਿਹੜਾ ਹੈਗਾ, ਹੱਥ ਨਾਲ ਲਿਖਿਆ ਹੋਇਆ ਹੈਗਾ। ਨੈਕਸਟ, ਸੰਯੁਕਤ ਰਾਸ਼ਟਰ ਸੰਘ ਨੇ ਸਾਰੇ ਮਨੁੱਖਾਂ ਲਈ ਡੈਸ਼ 'ਤੇ ਜ਼ੋਰ ਦਿੱਤਾ, ਵਿਅਕਤੀਗਤ ਅਤੇ ਬਰਾਬਰੀ 'ਤੇ, ਪਹਿਚਾਣ 'ਤੇ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਸੰਯੁਕਤ ਰਾਸ਼ਟਰ ਸੰਘ ਨੇ ਕਾਹਦੇ ਲਈ ਬਰਾਬਰੀ 'ਤੇ ਜ਼ੋਰ ਦਿੱਤਾ, ਹਰੇਕ ਇਨਸਾਨ ਬਰਾਬਰ ਹੈ, ਕੋਈ ਵੀ ਵੱਡਾ ਛੋਟਾ ਨਹੀਂ ਹੈਗਾ। ਸੋ ਮਤਲਬ ਕਿ 24 ਅਕਤੂਬਰ ਨੂੰ 24 ਅਕਤੂਬਰ 1945 ਨੂੰ ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕੀ ਹੋਇਆ ਸੀਗਾ, ਸੰਯੁਕਤ ਰਾਸ਼ਟਰ ਦੀ ਸਥਾਪਨਾ ਹੋਈ ਸੀਗੀ। ਸੋ ਨਾਰਵੇ ਵਕੀਲ ਅਤੇ ਸਿਆਸਤਦਾਨ ਟ੍ਰਾਈਗਵੇਰੇ ਸੰਯੁਕਤ ਰਾਸ਼ਟਰ ਦੇ ਪਹਿਲੇ ਸਕੱਤਰ ਸਨ। 1946 ਤੋਂ 53 ਤੱਕ 7 ਸਾਲਾਂ ਤੱਕ ਇਹ ਅਹੁਦੇ 'ਤੇ ਰਹੇ ਅਤੇ ਇਹਨੂੰ ਦੁਨੀਆ ਦੀ ਸਭ ਤੋਂ ਔਖੀ ਨੌਕਰੀ ਵਜੋਂ ਮਸ਼ਹੂਰ ਕੀਤਾ ਸੀਗਾ। ਅਤੇ ਮੌਜੂਦਾ ਜਿਹੜੇ ਕਿਹੜੇ ਹੈਗੇ, ਐਂਟਨੀਓ ਗੁਟਰੇਸ, ਇਹ ਸੰਯੁਕਤ ਰਾਸ਼ਟਰ ਦੇ ਹੁਣ ਮੁੱਖ ਸਕੱਤਰ ਜਨਰਲ ਹੈਗੇ। ਹੋਰ ਨੈਕਸਟ ਪ੍ਰਸ਼ਨ ਆ ਗਿਆ ਆਪਣਾ, ਰਾਸ਼ਟਰਪਤੀ ਦੀ ਚੋਣ ਲਈ ਚੋਣ ਮੰਡਲ ਵਿੱਚ ਸ਼ਾਮਲ ਹੁੰਦੇ ਆ ਕਿਹੜੇ ਕਿਹੜੇ ਹੁੰਦੇ ਹੈਗੇ, MP, MLA, ਗ੍ਰਾਮ ਸਭਾ ਦੇ ਮੈਂਬਰ, ਸੰਸਦ, ਰਾਜ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ। ਸੋ ਰਾਸ਼ਟਰਪਤੀ ਦੀ ਜੋ ਚੋਣ ਹੁੰਦੀ ਆ ਉਹਦੇ ਵਿੱਚ ਸੰਸਦ ਦੇ ਮੈਂਬਰ ਹੋ ਗਏ, ਸੰਸਦ ਦੇ ਵਿੱਚ ਜਿਵੇਂ ਕਿ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ। ਫਿਰ ਆਪਣੇ ਸਟੇਟਾਂ ਦੇ ਵਿੱਚ ਜਿਵੇਂ ਕਿ ਵਿਧਾਨ ਪਰਿਸ਼ਦ ਅਤੇ ਵਿਧਾਨ ਸਭਾ ਦੇ ਮੈਂਬਰ। ਸੋ ਕੀ ਹੋਊਗਾ ਆਪਣਾ ਸਹੀ ਉੱਤਰ, ਆਪਸ਼ਨ D ਇਜ਼ ਦਾ ਰਾਈਟ ਆਨਸਰ। ਸੋ ਰਾਸ਼ਟਰਪਤੀ ਆ ਭਾਰਤ ਦੇ ਪਹਿਲੇ ਨਾਗਰਿਕ ਵਜੋਂ ਕੰਮ ਕਰਦਾ ਗਾ। ਸੰਸਦ ਦਾ ਅਣਖਿੜਵਾਂ ਅੰਗ ਗਾ, 5 ਸਾਲਾਂ ਦੀ ਮਿਆਦ ਹੁੰਦੀ ਆ, 35 ਸਾਲ ਘੱਟੋ ਘੱਟ ਉਮਰ ਹੋਣੀ ਚਾਹੀਦੀ ਹੈਗੀ। ਲੋਕ ਸਭਾ ਦਾ ਮੈਂਬਰ ਹੋਣ ਦਾ ਯੋਗ ਹੋਣਾ ਚਾਹੀਦਾ ਗਾ। ਸੋ ਇਲੈਕਟੋਰਲ ਕਾਲਜ ਦੇ ਵੋਟਾਂ ਦੁਆਰਾ ਇਹ ਚੁਣਿਆ ਜਾਂਦਾ, ਕਿਹਦੇ ਦੁਆਰਾ, ਲੋਕ ਸਭਾ, ਰਾਜ ਸਭਾ ਅਤੇ ਰਾਜ ਸਭਾ ਦੀਆਂ ਵਿਧਾਨ ਸਭਾ ਅਤੇ ਦਿੱਲੀ ਦੀਆਂ ਅਤੇ ਪੁਡੂਚੇਰੀ ਦੀਆਂ ਜੋ ਕਿ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਵਿਧਾਨ ਸਭਾ ਹੈਗੀਆਂ ਉਹਨਾਂ ਦੇ ਮੈਂਬਰਾਂ ਦੁਆਰਾ ਇਹ ਚੁਣਿਆ ਜਾਂਦਾ ਹੈਗਾ। ਨੈਕਸਟ, ਰਾਜ ਸਭਾ ਲਈ ਕ੍ਰਮਵਾਰ ਕਿੰਨੇ ਮੈਂਬਰ ਚੁਣੇ ਜਾਂਦੇ ਹਨ ਅਤੇ ਨਾਮਜ਼ਦ ਕੀਤੇ ਜਾਂਦੇ ਹੈਗੇ, 238 12, 233 12, 240 10 ਜਾਂ 242 8। ਸੋ ਰਾਜ ਸਭਾ ਦੇ ਵਿੱਚ ਜੋ ਕਿ ਮੈਂਬਰ ਨੋਮੀਨੇਟ ਕੀਤੇ ਜਾਂਦੇ ਅਤੇ ਮੈਂਬਰ ਚੁਣੇ ਜਾਂਦੇ ਹੈਗੇ ਉਹ ਹੈਗਾ 233 12। ਆਪਸ਼ਨ B ਇਜ਼ ਦਾ ਰਾਈਟ ਆਨਸਰ। ਕੀ ਹੈ, ਰਾਜ ਸਭਾ 238 ਮੈਂਬਰ ਚੁਣੇ ਜਾਂਦੇ ਹੈਗੇ ਅਤੇ 12 ਕੀ ਹੈ, ਨੋਮੀਨੇਟ ਕੀਤੇ ਜਾਂਦੇ ਹੈਗੇ। ਟੋਟਲ ਕਿੰਨੇ ਮੈਂਬਰ ਹੋ ਗਏ ਆਪਣੇ, 250 ਮੈਂਬਰ ਹੋ ਗਏ। 200 2 ਸਾਲ ਬਾਅਦ ਰਾਜ ਸਭਾ ਦੇ 1/3 ਮੈਂਬਰ ਸੇਵਾ ਮੁਕਤ ਹੋ ਜਾਂਦੇ ਹੈਗੇ ਅਤੇ ਆਰਟੀਕਲ 79 ਕੀ ਹੈਗਾ, ਸੰਸਦ ਨੂੰ ਪਰਿਭਾਸ਼ਿਤ ਕਰਦਾ ਹੈਗਾ ਅਤੇ ਇਹ ਮਤਲਬ ਕਿ ਕੀ ਕਹਿੰਦਾ ਹੈਗਾ, ਇਹਦੇ ਵਿੱਚ ਸੰਸਦ ਆ ਗਈ, ਰਾਜ ਸਭਾ ਅਤੇ ਲੋਕ ਸਭਾ ਗਈ। ਜਿਵੇਂ ਕਿ ਆਰਟੀਕਲ 80 ਕਹਿੰਦਾ ਹੈਗਾ, ਇਹ ਮਤਲਬ ਕਿ ਰਾਜ ਸਭਾ ਉੱਪਰਲਾ ਸਦਨ ਹੈ, ਇਹਦੇ ਵਿੱਚ ਮੈਂਬਰਾਂ ਦੀ ਗਿਣਤੀ ਘੱਟੋ ਘੱਟ ਵੱਧ ਤੋਂ ਵੱਧ ਕਿੰਨੀ ਹੋਊਗੀ, 250। ਸੋ ਆਰਟੀਕਲ 81 ਲੋਕ ਸਭਾ ਦਾ ਜ਼ਿਕਰ ਕਰਦਾ ਗਾ। ਸੋ ਇਹਦੇ ਵਿੱਚ ਵੱਧ ਤੋਂ ਵੱਧ ਕਿੰਨੇ ਮੈਂਬਰ ਹੁੰਦੇ ਹੈਗੇ, 550 ਮੈਂਬਰ ਚੁਣੇ ਜਾਂਦੇ ਹੈਗੇ। ਨੈਕਸਟ ਪ੍ਰਸ਼ਨ, ਰਾਸ਼ਟਰਪਤੀ ਦੀ ਚੋਣ ਸੰਬੰਧੀ ਝਗੜੇ ਦੀ ਸੁਣਵਾਈ ਕਿੱਥੇ ਹੁੰਦੀ ਹੈਗੀ, ਚੋਣ ਕਮਿਸ਼ਨ ਦੀ, ਸੰਸਦ ਕੋਲੇ, ਸਰਵਉੱਚ ਅਦਾਲਤ ਕੋਲੇ ਜਾਂ ਉਪ ਰਾਸ਼ਟਰਪਤੀ ਦੇ ਕੋਲ। ਸੋ ਰਾਸ਼ਟਰਪਤੀ ਦੀ ਜੋ ਚੋਣ ਦੇ ਸੰਬੰਧੀ ਝਗੜੇ ਹੁੰਦੇ ਕਿੱਥੇ ਜਾਂਦੇ ਹੈਗੇ, ਸਰਵਉੱਚ ਅਦਾਲਤ ਦੇ ਕੋਲ ਜਾਂਦੇ ਹੈਗੇ। ਸੋ ਭਾਰਤ ਦੀ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਚੋਣਾਂ ਸੰਬੰਧੀ ਵਿਵਾਦਾਂ ਦਾ ਫੈਸਲਾ ਕਿਹਦੇ ਕੋਲ ਜਾਂਦਾ, ਸੁਪਰੀਮ ਕੋਰਟ ਦੇ ਕੋਲ ਜਾਂਦਾ ਗਾ। ਸੋ ਉਹਨਾਂ ਕੋਲ ਇਹ ਆਖਰੀ ਫੈਸਲਾ ਕਰਨ ਦਾ ਅਧਿਕਾਰ ਆ ਕਿ ਮਤਲਬ ਕਿ ਇਹ ਵਿਵਾਦਾਂ ਨੂੰ ਕਿਵੇਂ ਦੇਖਿਆ ਜਾ ਸਕਦਾ ਹੈਗਾ। ਨੈਕਸਟ ਪ੍ਰਸ਼ਨ, ਭਾਰਤੀ ਸੰਵਿਧਾਨ ਦੇ ਵਿੱਚ ਕਿੰਨੀਆਂ ਅਨੁਸੂਚੀਆਂ ਹੈਗੀਆਂ, 9 10 11 12। ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਆਨਸਰ ਦੱਸਣਾ ਕਿ ਭਾਰਤੀ ਸੰਵਿਧਾਨ ਦੇ ਵਿੱਚ ਕਿੰਨੀਆਂ ਅਨੁਸੂਚੀਆਂ ਹੈਗੀਆਂ। ਨੈਕਸਟ ਪ੍ਰਸ਼ਨ,
ਭਾਰਤ ਵਿੱਚ ਭਾਸ਼ਾ ਦੇ ਆਧਾਰ 'ਤੇ ਰਾਜਾਂ ਦੀ ਵੰਡ ਕਦੋਂ ਹੋਈ ਸੀਗੀ? 1947 'ਚ, 51 'ਚ, 56 'ਚ ਜਾਂ 66 ਦੇ ਵਿੱਚ। ਸੋ ਭਾਰਤ ਦੇ ਵਿੱਚ ਭਾਸ਼ਾ ਦੇ ਆਧਾਰ 'ਤੇ ਰਾਜਾਂ ਦੀ ਵੰਡ ਹੋਈ ਸੀਗੀ 1956 ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਸੋ 1956 ਦੇ ਵਿੱਚ ਭਾਸ਼ਾ ਦੇ ਆਧਾਰ 'ਤੇ ਰਾਜਾਂ ਦੀ ਵੰਡ ਹੋਈ ਸੀਗੀ। ਰਾਜਾਂ ਦਾ ਭਾਸ਼ਾ ਦੇ ਆਧਾਰ 'ਤੇ ਰਾਜਾਂ ਅਤੇ ਪ੍ਰਦੇਸ਼ਾਂ ਦੀਆਂ ਸੀਮਾਵਾਂ ਦਾ ਪੁਨਰਗਠਨ ਕੀਤਾ ਗਿਆ। ਇਹ ਐਕਟ ਦੇ ਅਧੀਨ ਕੀ ਹੋਇਆ ਸੀ? ਇੱਕ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਇਕੱਠਾ ਕੀਤਾ ਗਿਆ, ਜਿਵੇਂ ਕਿ ਬੰਬਈ, ਮਦਰਾਸ, ਹੈਦਰਾਬਾਦ ਰਿਆਸਤ ਦੇ ਕੋਡਾਗੂ ਸੂਬੇ ਦੇ ਕੰਨੜ ਬੋਲਣ ਵਾਲੇ ਲੋਕ। ਆਂਧਰਾ ਪ੍ਰਦੇਸ਼ ਭਾਸ਼ਾ ਦੇ ਆਧਾਰ 'ਤੇ ਬਣਨ ਵਾਲਾ ਪਹਿਲਾ ਰਾਜ ਕਿਹੜਾ ਸੀਗਾ? ਆਂਧਰਾ ਪ੍ਰਦੇਸ਼। ਆਜ਼ਾਦੀ ਘੁਲਾਟੀਏ ਪੇਟੀ ਸਿਰਾਮੂਲ ਨੇ 19 ਅਕਤੂਬਰ 1952 ਦੇ ਤੋਂ ਮਰਨ ਵਰਤ ਰਾਹੀਂ ਆਂਧਰਾ ਪ੍ਰਦੇਸ਼ ਦੇ ਰਾਜ ਦੀ ਮੰਗ ਕੀਤੀ ਸੀਗੀ। ਰਾਜ ਪੁਨਰਗਠਨ ਕਮਿਸ਼ਨ 1956 ਦੇ ਰਾਜ ਪੁਨਰਗਠਨ ਐਕਟ ਨੇ ਰਾਜ ਪੁਨਰਗਠਨ ਕਮਿਸ਼ਨ ਦੀ ਕੁਝ ਸਿਫਾਰਸ਼ਾਂ ਨੂੰ ਲਾਗੂ ਕੀਤਾ ਸੀਗਾ, ਜਿਵੇਂ ਕਿ 1947 ਵਿੱਚ ਭਾਰਤ ਦੀ ਆਜ਼ਾਦੀ ਦੇ ਸਮੇਂ 500 ਤੋਂ ਵੱਧ ਰਿਆਸਤਾਂ ਦਾ ਬਣਿਆ ਹੋਇਆ ਸੀਗਾ। ਸੋ ਇਹਨਾਂ ਮਤਲਬ ਕਿ ਵੱਖ-ਵੱਖ ਰਾਜਾਂ ਨੂੰ ਮਿਲਾਇਆ ਗਿਆ ਸੀਗਾ। ਨੈਕਸਟ ਪ੍ਰਸ਼ਨ, ਭਾਰਤ 'ਚ ਪਹਿਲੀ ਵਾਰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਜਿਵੇਂ ਕਿ EVM ਮਸ਼ੀਨ ਇਹ ਕਦੋਂ ਵਰਤੀ ਗਈ ਸੀ? 2007 'ਚ, 4 'ਚ, 3 ਜਾਂ 1990 ਦੇ ਵਿੱਚ। ਸੋ ਭਾਰਤ ਦੇ ਵਿੱਚ ਜੋ ਕਿ ਪਹਿਲੀ ਵਾਰ EVM ਮਸ਼ੀਨ ਵਰਤੀ ਗਈ ਸੀ, ਇਹ ਵਰਤੀ ਗਈ ਸੀ 2004 ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਮਈ 1982 ਦੇ ਵਿੱਚ ਕੇਰਲਾ ਦੇ ਵਿੱਚ ਆਮ ਚੋਣਾਂ ਹੋਈਆਂ ਸੀਗੀਆਂ। ਉੱਥੇ ਕੀ ਹੋਇਆ ਸੀ? ਪਹਿਲੀ ਵਾਰ EVM ਮਸ਼ੀਨ ਮਤਲਬ ਕਿ ਆਮ ਚੋਣਾਂ ਦੇ ਵਿੱਚ ਵਰਤੀ ਗਈ ਸੀ, ਜਿਵੇਂ ਕਿ ਲੋਕਲ ਚੋਣਾਂ, ਪੰਚਾਇਤੀ ਚੋਣਾਂ ਕਹਿ ਲਓ ਜਾਂ ਕੁਛ ਵੀ ਕਹਿ ਲਓ। ਫਿਰ 2001 ਦੇ ਵਿੱਚ ਵਿਧਾਨ ਸਭਾ ਚੋਣਾਂ ਤਾਮਿਲਨਾਡੂ, ਕੇਰਲਾ, ਪੁਡੂਚੇਰੀ, ਪੱਛਮੀ ਬੰਗਾਲ ਰਾਜ ਵਿੱਚ EVM ਦੀ ਵਰਤੋਂ ਕੀਤੀ ਗਈ ਸੀ, ਜਿਵੇਂ ਕਿ ਵਿਧਾਨ ਸਭਾ ਇਹ ਹਲਕੇ ਹੋ ਗਏ। ਫਿਰ 2004 ਦੇ ਵਿੱਚ ਲੋਕ ਸਭਾ ਦੀਆਂ ਆਮ ਚੋਣਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਹ 543 ਸੰਸਦੀ ਹਲਕਿਆਂ ਦੇ ਵਿੱਚ ਇਹ 10 ਲੱਖ ਤੋਂ ਵੱਧ ਇਹ ਵਰਤੋਂ ਕੀਤੀ ਗਈ ਸੀਗੀ। EVM ਨੂੰ 1988 ਦੇ ਵਿੱਚ ਪੇਸ਼ ਕੀਤੇ ਗਏ RP ਐਕਟ 1951 ਦੀ ਧਾਰਾ ਐਕਟ 61 ਆਰਟੀਕਲ 61 ਦੇ ਤਹਿਤ ਕਾਨੂੰਨੀ ਸਮਰਥਨ ਪ੍ਰਾਪਤ ਆ। ਉਹਦੇ ਅਕੋਰਡਿੰਗ EVM ਮਸ਼ੀਨਾਂ ਦੇ ਅਕੋਰਡਿੰਗ ਆਪਣੇ ਦੇਸ਼ ਦੇ ਵਿੱਚ ਵੋਟਿੰਗ ਹੁੰਦੀ ਹੈਗੀ। ਨੈਕਸਟ, ਮਿਡ ਡੇ ਮੀਲ ਸਭ ਤੋਂ ਪਹਿਲਾਂ ਕਿਹੜੇ ਸਟੇਟ ਦੇ ਵਿੱਚ ਲਾਗੂ ਹੋਈ ਸੀ? ਕੇਰਲਾ, ਤਾਮਿਲਨਾਡੂ, ਮਹਾਰਾਸ਼ਟਰ ਜਾਂ ਮੱਧ ਪ੍ਰਦੇਸ਼ ਦੇ ਵਿੱਚ। ਸੋ ਮਿਡ ਡੇ ਮੀਲ ਸਭ ਤੋਂ ਪਹਿਲਾਂ ਸਟਾਰਟ ਹੋਈ ਸੀਗੀ ਤਾਮਿਲਨਾਡੂ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਮਿਡ ਡੇ ਮੀਲ ਸਭ ਤੋਂ ਪਹਿਲਾਂ 1956 ਦੇ ਵਿੱਚ ਤਾਮਿਲਨਾਡੂ ਦੇ ਮੁੱਖ ਮੰਤਰੀ ਕੇ ਕਾਮਰਾਜ ਦੁਆਰਾ ਸ਼ੁਰੂ ਕੀਤੀ ਗਈ ਸੀਗੀ। ਇਹ ਕੀ ਸੀਗਾ? ਇਹਦਾ ਦੇਸ਼ ਕੀ ਸੀਗਾ? ਸਕੂਲ ਛੱਡਣ ਦੀ ਦਰ ਨੂੰ, ਮਤਲਬ ਕਿ ਬੱਚੇ ਸਕੂਲ ਛੱਡ ਕੇ ਚੱਲ ਜਾਂਦੇ ਸੀਗੇ। ਪਹਿਲਾਂ ਪੜ੍ਹਾਈ ਦਾ ਇੰਨਾ ਮਤਲਬ ਕਿ ਨਹੀਂ ਹੁੰਦਾ ਸੀ, ਸੋ ਉਹਦੇ ਨਾਲ ਮੁਫਤ ਖਾਣਾ ਦਿੱਤਾ ਜਾਂਦਾ ਸੀ ਤਾਂ ਕਿ ਬੱਚੇ ਸਕੂਲ ਆਉਣ। ਸੋ ਇਸ ਕਰਕੇ ਇਹ ਮਿਡ ਡੇ ਮੀਲ ਸਟਾਰਟ ਕੀਤੀ ਗਈ ਸੀ। ਫਿਰ ਤਾਮਿਲਨਾਡੂ ਤੋਂ ਬਾਅਦ ਇਹ ਗੁਜਰਾਤ ਅਤੇ ਕੇਰਲਾ ਦੇ ਵਿੱਚ ਸਟਾਰਟ ਕੀਤੀ ਗਈ ਸੀਗੀ। 15 ਅਗਸਤ 1995 ਨੂੰ ਇੱਕ ਰਾਸ਼ਟਰੀ ਯੋਜਨਾ ਵਜੋਂ ਲਿਆ ਗਿਆ। ਸੋ ਇਹਨੂੰ ਪੂਰੇ ਦੇਸ਼ ਦੇ ਵਿੱਚ ਇੱਕ ਸਿੱਖਿਆ ਯੋਜਨਾ ਦੇ ਅੰਡਰ ਲੈ ਕੇ ਆਂਦਾ ਗਿਆ ਫਿਰ ਸੋ ਮਿਡ ਡੇ ਮੀਲ ਇਹਨੂੰ ਪ੍ਰੋਗਰਾਮ ਕਿਹਾ ਜਾਣ ਲੱਗਿਆ। ਨੈਕਸਟ, ਭਾਰਤ ਵਿੱਚ ਸਿੱਖਿਆ ਦਾ ਅਧਿਕਾਰ ਐਕਟ ਕਦੋਂ ਲਾਗੂ ਕੀਤਾ ਗਿਆ? 4 ਅਗਸਤ 2009 ਨੂੰ, 1 ਅਪ੍ਰੈਲ 2010, 1 ਅਪ੍ਰੈਲ 2009, 15 ਦਸੰਬਰ 2002 ਨੂੰ। ਸੋ ਭਾਰਤ ਦੇ ਵਿੱਚ ਜੋ ਸਿੱਖਿਆ ਦਾ ਮਤਲਬ ਕਿ ਅਧਿਕਾਰ ਹੈਗਾ ਇਹ ਕੀਤਾ ਗਿਆ ਸੀ 1 ਅਪ੍ਰੈਲ 2010 ਨੂੰ। ਪੂਰੇ ਦੇਸ਼ ਦੇ ਵਿੱਚ ਇਹ ਐਕਟ ਲਾਗੂ ਕੀਤਾ ਗਿਆ ਸੀਗਾ। 1 ਅਪ੍ਰੈਲ 2010 ਨੂੰ ਲਾਗੂ ਕੀਤਾ ਗਿਆ ਸੀਗਾ। RTI ਐਕਟ ਤਹਿਤ ਇਹ ਮਤਲਬ ਕਿ ਰਾਈਟ ਟੂ ਐਜੂਕੇਸ਼ਨ ਵਾਲਾ 4 ਅਗਸਤ 2009 ਨੂੰ ਪੂਰੀ ਸੰਸਦ ਦੁਆਰਾ ਪਾਸ ਕੀਤਾ ਗਿਆ ਸੀਗਾ। ਇਹਦੇ ਵਿੱਚ ਕੀ ਸੀਗਾ? 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਦੇਣਾ ਸੀਗਾ। ਇਹ ਕਿਹੜੇ ਆਰਟੀਕਲ ਦੇ ਅੰਡਰ ਆਉਂਦਾ? ਇਹ ਆਉਂਦਾ ਆਰਟੀਕਲ 21A ਦੇ ਅੰਡਰ ਆਉਂਦਾ ਗਾ। ਸੋ ਇਹ ਕਾਹਦੇ ਵਿੱਚ ਐਡ ਕੀਤਾ ਗਿਆ ਸੀ? ਆਪਣੇ ਫੰਡਾਮੈਂਟਲ ਰਾਈਟਸ ਦੇ ਵਿੱਚ ਇਹਨੂੰ ਐਡ ਕੀਤਾ ਗਿਆ ਕਿ ਇਹਦਾ 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਦੇਣ ਦਾ ਅਧਿਕਾਰ ਪ੍ਰਾਪਤ ਹੈਗਾ। ਨੈਕਸਟ ਪ੍ਰਸ਼ਨ, ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਕਿਹੜੇ ਦੇਸ਼ ਤੋਂ ਲਏ ਗਏ? ਨਾਰਵੇ ਤੋਂ, ਸਵੀਡਨ ਤੋਂ, ਆਇਰਲੈਂਡ ਤੋਂ ਜਾਂ ਇੰਗਲੈਂਡ ਤੋਂ। ਸੋ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਲਏ ਗਏ ਹੈਗੇ ਆਇਰਲੈਂਡ ਤੋਂ। ਆਪਸ਼ਨ ਸੀ ਇਜ਼ ਦਾ
ਰਾਈਟ ਆਨਸਰ। ਸੋ ਵੱਖ-ਵੱਖ ਦੇਸ਼ਾਂ ਤੋਂ ਵੱਖ-ਵੱਖ ਚੀਜ਼ਾਂ ਲਈਆਂ ਗਈਆਂ, ਅਡੋਪਟ ਕੀਤੀਆਂ। ਇਸੇ ਤਰ੍ਹਾਂ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਕਿਤੋਂ ਲਏ ਗਏ ਹੈਗੇ? ਆਇਰਲੈਂਡ ਤੋਂ। ਸੋ 1937 ਦੇ ਵਿੱਚ ਇਹ ਪਹਿਲਾਂ ਅਪਣਾਏ ਗਏ ਸੀਗੇ। ਸੋ ਫਿਰ ਕੀ ਹੋਇਆ, ਇਹ ਕੌਂਸਟੀਟਿਊਸ਼ਨ ਦੇ ਵਿੱਚ ਐਡ ਉਸੇ ਤਰ੍ਹਾਂ ਕੀਤੇ ਗਏ। ਸੋ ਇਹ ਭਾਰਤੀ ਸੰਵਿਧਾਨ ਦੇ ਭਾਗ 4 ਦੇ ਵਿੱਚ ਦਰਜ ਆ। ਕਿਹੜੇ ਆਰਟੀਕਲ ਤੋਂ ਲੈ ਕੇ 36 ਤੋਂ ਲੈ ਕੇ 51 ਤੱਕ ਕਵਰ ਕੀਤੇ ਹੋਏ ਹੈਗੇ। ਨੈਕਸਟ, ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕਦੋਂ ਹੋਇਆ? ਸੋ ਇਹ ਖੇਤਰੀ ਪਾਰਟੀ, ਇਹਦਾ ਗਠਨ ਕਦੋਂ ਹੋਇਆ? 1918 'ਚ, 20 'ਚ, 21 ਜਾਂ 19 ਦੇ ਵਿੱਚ। ਸੋ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ ਸੀਗਾ 1920 ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ ਸੀਗੀ 14 ਦਸੰਬਰ 1920 ਨੂੰ ਕੀਤੀ ਗਈ। ਇਹਦਾ ਹੈੱਡਕੁਆਟਰ ਕਿੱਥੇ ਹੈਗਾ? ਚੰਡੀਗੜ੍ਹ ਦੇ ਵਿੱਚ ਹੈਗਾ। ਸੋ ਕਾਂਗਰਸ ਦੀ ਸਥਾਪਨਾ ਹੋਈ ਸੀਗੀ 1885 ਦੇ ਵਿੱਚ। ਇਹਦੀ ਕੀ ਹੈਗਾ? ਇਹ ਹਿਊਮ ਦੁਆਰਾ ਬਣਾਈ ਗਈ ਸੀਗੀ। ਸੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਇੱਕ ਵੱਡੀ ਪਾਰਟੀ ਦੇ ਵਜੋਂ ਹੈਗੀ ਹੈਗੀ, ਜੋ ਕਿ ਸਿੱਖਿਆ ਦੇ ਮੁੱਦਿਆਂ 'ਤੇ ਕੇਂਦਰਿਤ ਪਾਰਟੀ ਸੀ। ਸੋ ਸੁਖਬੀਰ ਬਾਦਲ ਮੌਜੂਦਾ ਪ੍ਰਧਾਨ ਆ ਗਏ। ਸੋ ਹੁਣ ਤਾਂ ਹੋਰ ਬਣ ਗਏ, ਜਿਨ੍ਹਾਂ ਨੂੰ ਕਿ ਆਰਜੀ ਤੌਰ 'ਤੇ ਬਣਾਇਆ ਗਿਆ ਹੈਗਾ ਪ੍ਰਧਾਨ। ਪਾਰਟੀ ਹੁਣ ਤੱਕ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ NDA ਦਾ ਹਿੱਸਾ, ਮਤਲਬ ਕਿ BJP ਨਾਲ ਸਮਰਥਨ ਕੀਤਾ ਹੋਇਆ ਸੀ NDA ਦੇ ਨਾਲ। ਸੋ ਅੰਤਰਰਾਸ਼ਟਰੀ ਅਦਾਲਤ ਦਾ ਮੁੱਖ ਦਫ਼ਤਰ ਕਿੱਥੇ ਹੈਗਾ? ਹੇਗ ਹਾਲੈਂਡ ਦੇ ਵਿੱਚ, ਜਨੇਵਾ ਸਵਿਟਜ਼ਰਲੈਂਡ, ਓਸਲੋ ਨਾਰਵੇ, ਲੰਡਨ ਇੰਗਲੈਂਡ ਦੇ ਵਿੱਚ। ਸੋ ਅੰਤਰਰਾਸ਼ਟਰੀ ਅਦਾਲਤ ਦਾ ਮੁੱਖ ਦਫ਼ਤਰ ਆ ਹੇਗ ਹਾਲੈਂਡ ਦੇ ਵਿੱਚ। ਸੋ ਇਹ ਕੀ ਹੈਗਾ? ਮੁੱਖ ਦਫ਼ਤਰ ਨੀਦਰਲੈਂਡ ਦੇ ਹੇਗ ਵਿੱਚ ਸਥਿਤ ਹੈਗਾ। ਸੋ IC ਇੰਟਰਨੈਸ਼ਨਲ ਮਤਲਬ ਕਿ ਰਾਸ਼ਟਰ ਦੇ 1945 ਦੇ ਵਿੱਚ ਇਹ ਕੀਤੀ ਗਈ ਸੀਗੀ। ਸੋ ਅਪ੍ਰੈਲ 1906 ਵਿੱਚ ਕੰਮ ਕਰਨਾ ਇਹਨੇ ਸ਼ੁਰੂ ਕਰਤਾ ਸੀਗਾ। ਸੋ 6 ਪ੍ਰਮੁੱਖ ਅੰਗਾਂ ਦੇ ਵਿੱਚੋਂ ਇੱਕ ਆ ਇਹ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਦੁਨੀਆ ਦੀ ਰੋਟੀ ਦੀ ਟੋਕਰੀ ਵਜੋਂ ਬਣਿਆ? ਭਾਰਤ, ਫਰਾਂਸ, ਅਮਰੀਕਾ ਜਾਂ ਇੰਗਲੈਂਡ? ਸੋ ਇਹ ਬਣਿਆ ਅਮਰੀਕਾ। ਆਪਸ਼ਨ C ਇਜ਼ ਦਾ ਰਾਈਟ ਆਨਸਰ। ਸੋ ਸੰਸਾਰ ਦੀ ਰੋਟੀ ਦੀ ਟੋਕਰੀ ਵਜੋਂ ਜਾਣਿਆ ਜਾਂਦਾ ਕਿਉਂਕਿ ਇਹ ਅਨਾਜ ਅਤੇ ਚੌਲਾਂ ਦੀ ਸਪਲਾਈ ਜ਼ਿਆਦਾ ਕਰਦਾ ਹੈਗਾ। ਸੋ ਖੇਤੀ ਦੇ ਉਤਪਾਦਨ ਦੇ ਵਿੱਚ ਇੱਕ ਮਹੱਤਵਪੂਰਨ ਹਿੱਸਾ ਬਣਾਉਂਦਾ ਹੈਗਾ, ਜਿਵੇਂ ਕਿ ਬਦਾਮ, ਕਪਾਹ, ਨਿੰਬੂ ਜਾਤੀ ਆਦਿ ਅੰਗੂਰ ਸ਼ਾਮਲ ਆ ਗਏ। ਸੋ ਨੈਕਸਟ ਕੀ ਹੈ? ਕਹਿੰਦਾ ਨੈਕਸਟ ਹੈਗਾ ਇਹ ਪੇਪਰ ਹੋਇਆ ਸੀਗਾ ਫਰਵਰੀ 2018 ਦੇ ਵਿੱਚ। ਸੋ ਇਹਦੇ ਪ੍ਰਸ਼ਨ ਆਪਾਂ ਦੇਖਦੇ ਹੈਗਾ ਕੀ ਹੈ ਇਹਦਾ ਪ੍ਰਸ਼ਨ। ਕਹਿੰਦਾ ਭਾਰਤੀ ਸੰਸਦ ਦੇ ਉੱਪਰਲੇ ਸਦਨ ਦੀ ਪਛਾਣ ਕਰੋ। ਰਾਜ ਸਭਾ, ਲੋਕ ਸਭਾ, ਗ੍ਰਾਮ ਸਭਾ ਜਾਂ ਸਮਿਤੀ? ਸੋ ਭਾਰਤੀ ਸੰਸਦ ਦਾ ਜੋ ਉੱਪਰਲਾ ਸਦਨ ਹੈਗਾ ਉਹਨੂੰ ਕਿਹਾ ਜਾਂਦਾ ਹੈਗਾ ਰਾਜ ਸਭਾ। ਸੋ ਹੇਠਲਾ ਸਦਨ ਕਿਹੜਾ ਹੈਗਾ? ਲੋਕ ਸਭਾ। 2 ਸਦਨ ਆ ਭਾਰਤੀ ਸੰਸਦ ਦੇ, ਲੋਕ ਸਭਾ ਅਤੇ ਰਾਜ ਸਭਾ। ਉੱਪਰਲਾ ਸਦਨ ਰਾਜ ਸਭਾ ਅਤੇ ਨੀਚੇ ਵਾਲਾ ਲੋਕ ਸਭਾ। ਸੋ ਰਾਜ ਸਭਾ ਇੱਕ ਸਥਾਈ ਸੰਸਥਾ, ਇਹ ਕਦੇ ਭੰਗ ਨਹੀਂ ਹੁੰਦੀ। ਸੋ ਹਰੇਕ ਰਾਜ ਦੇ ਮੈਂਬਰਾਂ ਦੀ ਗਿਣਤੀ ਉਸ ਦੀ ਆਬਾਦੀ ਦੇ ਆਧਾਰ 'ਤੇ ਹੁੰਦੀ ਹੈ। ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਆ? 30 ਸਾਲ। ਅਤੇ ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈਗੀ? 25 ਸਾਲ। ਅਤੇ ਪੰਚਾਇਤਾਂ ਦੇ ਵਿੱਚ ਸਰਪੰਚ ਬਣਨ ਲਈ ਕਿੰਨੀ ਉਮਰ ਹੋਣੀ ਚਾਹੀਦੀ ਹੈਗੀ? 21 ਸਾਲ। ਇਹ ਵੀ ਬਹੁਤ ਇੰਪੋਰਟੈਂਟ ਬਣਦਾ ਕਿਉਂਕਿ ਇਸ ਵਾਰ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਹੈਗੀਆਂ। ਸੋ ਵੋਟ ਪਾਉਣ ਵਾਲਾ ਕਿੰਨੀ ਵੋਟਰ ਇੱਕ ਵੋਟਰ ਦੀ ਉਮਰ ਹੋ ਗਈ, ਉਹ ਕਿੰਨੀ ਹੋ ਗਈ? ਜਿਹੜਾ ਵੋਟ ਪਾ ਸਕਦਾ ਉਹਦੀ ਉਮਰ ਹੋ ਗਈ 18 ਸਾਲ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਹੈਗੀਆਂ। ਉਮਰਾਂ ਨਾਲ ਰਿਲੇਟਡ ਬਹੁਤ ਸਾਰੇ ਪ੍ਰਸ਼ਨ ਪੁੱਛੇ ਜਾਂਦੇ ਹੈਗੇ। ਸੋ ਇਹਨਾਂ ਦੀ ਜੋ ਰਾਜ ਸਭਾ ਦੇ ਮੈਂਬਰਾਂ ਦੀ ਟਰਮ ਹੁੰਦੀ ਹੈਗੀ, ਸਮਾਂ ਹੁੰਦਾ ਹੈਗਾ ਉਹ 6 ਸਾਲ ਹੁੰਦਾ। ਰਿਟਾਇਰਮੈਂਟ 1/3 ਮੈਂਬਰ ਹਰ 2 ਸਾਲ ਬਾਅਦ ਸੇਵਾ ਮੁਕਤ ਹੋ ਜਾਂਦੇ ਆ। ਇਹਦਾ ਜੋ ਚੇਅਰਮੈਨ ਹੁੰਦਾ ਉਹ ਹੁੰਦਾ ਹੈਗਾ ਉਪ ਰਾਸ਼ਟਰਪਤੀ। ਇਹਦਾ ਜੋ ਆਰਟੀਕਲ ਹੁੰਦਾ ਇਹਦਾ ਹੁੰਦਾ ਹੈਗਾ 80। ਸੋ ਲੋਕ ਸਭਾ ਦਾ ਹੁੰਦਾ ਹੈਗਾ 81। ਸੰਸਦ ਪਾਰਲੀਮੈਂਟ ਦਾ ਹੁੰਦਾ ਹੈਗਾ 79। ਨੈਕਸਟ, ਰਾਜ ਸਭਾ ਦਾ ਪ੍ਰਧਾਨ ਕੌਣ ਹੁੰਦਾ? ਸੋ ਰਾਸ਼ਟਰਪਤੀ ਹੁੰਦਾ, ਉਪ ਰਾਸ਼ਟਰਪਤੀ ਹੁੰਦਾ ਹੈਗਾ, ਚੀਫ ਜਸਟਿਸ ਹੁੰਦਾ ਜਾਂ ਚੋਣ ਕਮਿਸ਼ਨਰ ਹੁੰਦਾ। ਸੋ ਰਾਜ ਸਭਾ ਦਾ ਜੋ ਪ੍ਰਧਾਨ ਹੁੰਦਾ ਇਹ ਹੁੰਦਾ ਹੈਗਾ ਭਾਰਤ ਦਾ ਉਪ ਰਾਸ਼ਟਰਪਤੀ। ਸੋ ਨੈਕਸਟ, ਭਾਰਤੀ ਸਰਵ ਉੱਚ ਅਦਾਲਤ ਦੀ ਸੀਟ ਕਿੱਥੇ ਹੈਗੀ? ਸੋ ਭਾਰਤ ਦੀ ਜੋ ਕਿ ਮਤਲਬ ਕਿ ਸਰਵ ਉੱਚ ਅਦਾਲਤ ਜਿਹਨੂੰ ਆਪਾਂ ਸੁਪਰੀਮ ਕੋਰਟ ਕਹਿ ਲੈਂਦੇ ਉਹ ਕਿੱਥੇ ਹੈਗੀ? ਕਲਕੱਤਾ, ਦਿੱਲੀ, ਮੁੰਬਈ ਜਾਂ ਚੇਨਈ ਦੇ ਵਿੱਚ। ਸੋ ਭਾਰਤ ਦੀ ਜੋ ਸਰਵ ਉੱਚ ਅਦਾਲਤ ਹੈ ਇਹ ਕਿੱਥੇ ਹੈਗੀ?
ਦਿੱਲੀ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਸੁਪਰੀਮ ਕੋਰਟ ਦੀ ਉਦਘਾਟਨ ਕਦੋਂ ਹੋਇਆ ਸੀਗਾ? 28 ਜਨਵਰੀ 1950 ਨੂੰ। ਇਹ 1958 ਦੇ ਵਿੱਚ ਪਹਿਲਾਂ ਇਹ ਭਾਰਤੀ ਸੰਸਦ ਦੇ ਵਿੱਚ ਹੀ ਲੱਗਦੀ ਹੁੰਦੀ ਸੀਗੀ, ਪਰ ਫਿਰ 1958 ਦੇ ਵਿੱਚ ਇਹ ਕਿੱਥੇ ਨਵੀਂ ਦਿੱਲੀ ਤਿਲਕ ਨਗਰ ਦੇ ਵਿੱਚ ਬਣ ਗਈ ਸੀਗੀ। ਸੋ ਮੌਜੂਦਾ ਜਿਹੜੇ ਆਪਣੇ ਚੀਫ ਜਸਟਿਸ ਹੈਗੇ ਇਹ ਕੌਣ ਹੈਗੇ? DY ਚੰਦਰਚੂੜ। ਸੋ ਪਹਿਲੇ ਸੀਗੇ ਇਹ ਜਿਹੜੇ ਹਰੀ ਲਾਲ ਜੇ ਕਾਨੀਆ ਸੀਗੇ। ਇਹ ਕਦੋਂ ਬਣੇ ਸੀਗੇ? 28 ਜਨਵਰੀ 1950 ਨੂੰ। ਨੈਕਸਟ ਕੀ ਹੈ? ਕਹਿੰਦਾ ਸਰਕਾਰੀਆ ਕਮਿਸ਼ਨ ਜਾਣਿਆ ਜਾਂਦਾ ਹੈਗਾ ਕਾਹਦੇ ਲਈ ਜਾਣਿਆ? ਕੇਂਦਰ ਰਾਜ ਸੰਬੰਧਾਂ ਲਈ, ਪਾਣੀ ਦੇ ਝਗੜਿਆਂ ਦੇ ਹੱਲ ਲਈ, ਸਿੱਖਿਆ ਪ੍ਰਣਾਲੀ ਜਾਂ ਵਿੱਤੀ ਸੰਘਵਾਦ ਲਈ। ਸੋ ਜੋ ਸਰਕਾਰੀਆ ਕਮਿਸ਼ਨ ਹੈ ਇਹ ਕੇਂਦਰ ਤੇ ਰਾਜ ਦੇ ਸੰਬੰਧਾਂ ਲਈ ਜਾਣਿਆ ਜਾਂਦਾ। ਕੀ ਬਣ ਜੂ ਇਹਦਾ ਉੱਤਰ? ਏ। ਸੋ ਸਰਕਾਰੀਆ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ ਸੀਗੀ? 1983 ਦੇ ਵਿੱਚ ਦੀ ਸਥਾਪਨਾ ਹੋਈ ਸੀਗੀ। ਇਹ ਕੇਂਦਰ ਤੇ ਰਾਜ ਦੇ ਦੋਨਾਂ ਦੇ ਮਤਲਬ ਕਿ ਕੀ ਹੈਗਾ ਸ਼ਕਤੀਆਂ ਨੂੰ ਮਤਲਬ ਕਿ ਇਹਨਾਂ ਦਾ ਜੋ ਕਿ ਸੰਤੁਲਨ ਮਤਲਬ ਕਿ ਬਣਿਆ ਰਹੇ, ਇੱਕ ਦੂਜੇ ਨਾਲ ਰਲ ਕੇ ਕੰਮ ਕਰਦੇ ਰਹਿਣ, ਉਹਦੀ ਇਹ ਰਿਪੋਰਟ ਸੌਂਪਦਾ ਸੀਗਾ। ਸੋ ਇਹ ਕਮਿਸ਼ਨ ਨੇ 1988 ਦੇ ਵਿੱਚ ਆਪਣੀ ਪਹਿਲੀ ਰਿਪੋਰਟ ਪੇਸ਼ ਕੀਤੀ ਸੀਗੀ। ਮਤਲਬ ਕਿ ਕਮਿਸ਼ਨ ਨੇ ਰਾਜਾਂ ਨੂੰ ਕੁਝ ਟੈਕਸ ਲਗਾਉਣ ਅਤੇ ਇਕੱਠਾ ਕਰਨ ਦੀ ਇਜਾਜ਼ਤ ਦੇਣ ਲਈ ਸੰਵਿਧਾਨ ਦੀ ਸੋਧ ਵਿੱਚ ਵੀ ਸਿਫਾਰਿਸ਼ ਕੀਤੀ ਸੀਗੀ। ਨੈਕਸਟ ਪ੍ਰਸ਼ਨ, ਭਾਰਤ ਵਿੱਚ ਕਿਹੜੀ ਪਾਰਟੀ ਪ੍ਰਣਾਲੀ ਪ੍ਰਚਲਿਤ ਹੈਗੀ? ਮਿਲਟਰੀ ਪ੍ਰਣਾਲੀ, ਇਕਹਿਰੀ ਪਾਰਟੀ ਪ੍ਰਣਾਲੀ, ਦੋ ਪਾਰਟੀ ਪ੍ਰਣਾਲੀ ਜਾਂ ਬਹੁ ਪਾਰਟੀ ਪ੍ਰਣਾਲੀ। ਸੋ ਭਾਰਤ ਦੇ ਵਿੱਚ ਜਿਹੜਾ ਪਾਰਟੀ ਪ੍ਰਣਾਲੀ ਪ੍ਰਚਲਿਤ ਉਹ ਕਿਹੜਾ ਹੈਗਾ? ਬਹੁ ਪਾਰਟੀ ਪ੍ਰਣਾਲੀ। ਤੁਸੀਂ ਦੇਖੋ ਕਿੰਨੀਆਂ ਪਾਰਟੀਆਂ ਭਾਰਤ ਦੇ ਵਿੱਚ ਮਤਲਬ ਕਿ ਜਦੋਂ ਵੋਟਿੰਗ ਹੁੰਦੀ ਉਦੋਂ ਹਿੱਸਾ ਲੈਂਦੀਆਂ ਹਨ। ਸੋ ਭਾਰਤ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਨਾਲ ਪ੍ਰਚਲਿਤ ਹੈ। ਸੋ ਇਹ ਕੀ ਹੈਗਾ? ਆਪਣਾ ਆਪਸ਼ਨ ਹੋ ਜਾਊਗਾ ਡੀ। ਨੈਕਸਟ, ਪੰਚਸ਼ੀਲ ਦਾ ਵਿਚਾਰ ਇਹ ਕਾਹਦੇ ਨਾਲ ਆ? ਤਿੱਬਤ ਨਾਲ, ਭਾਰਤ ਨਾਲ, ਇੰਗਲੈਂਡ ਨਾਲ ਜਾਂ ਨੇਪਾਲ ਨਾਲ। ਸੋ ਪੰਚਸ਼ੀਲ ਦਾ ਜੋ ਕਿ ਵਿਚਾਰ ਇਹ ਕਾਹਦੇ ਨਾਲ ਸੰਬੰਧਿਤ ਹੈਗਾ? ਤਿੱਬਤ ਨਾਲ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਇਹ ਪੰਚਸ਼ੀਲ ਦਾ ਇੱਕ ਸਮਝੌਤਾ ਹੋਇਆ ਸੀਗਾ 29 ਅਪ੍ਰੈਲ 1954 ਨੂੰ। ਸੋ ਇਹ ਤਿੱਬਤ ਦੇ ਨਾਲ ਮਤਲਬ ਕਿ ਤਿੱਬਤ ਨਾਲ ਵਪਾਰ ਮਤਲਬ ਕਿ ਚੀਨ ਤੇ ਭਾਰਤ ਦਾ ਹੋਇਆ ਸੀਗਾ ਇਹ ਜੋ ਕਿ ਮਤਲਬ ਕਿ ਸਮਝੌਤਾ ਹੋਇਆ ਸੀਗਾ ਤਿੱਬਤ ਨੂੰ ਲੈ ਕੇ ਹੋਇਆ ਸੀਗਾ। ਨੈਕਸਟ, ਨੈਲਸਨ ਮੰਡੇਲਾ ਕਿਸ ਦੇਸ਼ ਨਾਲ ਸੰਬੰਧਿਤ ਆ? ਦੱਖਣੀ ਅਮਰੀਕਾ, ਦੱਖਣੀ ਅਫਰੀਕਾ, ਦੱਖਣੀ ਕੋਰੀਆ ਜਾਂ ਯੁਗਾਂਡਾ ਨਾਲ। ਸੋ ਨੈਲਸਨ ਮੰਡੇਲਾ ਇਹਦਾ ਸੰਬੰਧ ਹੈਗਾ ਦੱਖਣੀ ਅਫਰੀਕਾ ਨਾਲ। ਆਪਸ਼ਨ ਬੀ ਕੀ ਹੋ ਜੂ ਇਹਦਾ ਰਾਈਟ ਆਨਸਰ। ਇਹ ਦੱਖਣੀ ਅਫਰੀਕਾ ਨਾਲ ਜੁੜੇ ਹੋਏ ਸੀ। ਨੈਲਸਨ ਮੰਡੇਲਾ ਕੌਣ ਸੀ? ਇਹ ਦੱਖਣੀ ਅਫਰੀਕਾ ਦੇ ਪ੍ਰਧਾਨ ਜੋ ਕਿ ਅਫਰੀਕਾ ਦੇ ਕਾਲੇ ਰਾਸ਼ਟਰਪਤੀ ਸਨ। ਇਹ ਪਹਿਲੇ ਕਾਲੇ ਰਾਸ਼ਟਰਪਤੀ ਸਨ ਜਿਨ੍ਹਾਂ ਦਾ ਮਤਲਬ ਕਿ ਕਾਰਜਕਾਲ ਸੀਗਾ 1994 ਤੋਂ 1999 ਤੱਕ। ਇਹ ਰਾਜ ਦਾ ਪਹਿਲਾ ਕਾਲਾ ਮੁਖੀ ਵੀ ਸੀ। ਨੈਕਸਟ, ਭਾਰਤੀ ਗਣਤੰਤਰ ਦੇ ਦੂਜੇ ਰਾਸ਼ਟਰਪਤੀ ਦੀ ਪਛਾਣ ਕਰੋ। ਮਤਲਬ ਕਿ ਪਹਿਲਾ ਰਾਸ਼ਟਰਪਤੀ ਕੌਣ ਸੀਗਾ? ਆਪਣਾ ਡਾਕਟਰ ਰਾਜਿੰਦਰ ਪ੍ਰਸਾਦ। ਸੋ ਦੂਜਾ ਰਾਸ਼ਟਰਪਤੀ ਕੌਣ ਸੀਗਾ? ਰਾਧਾ ਕ੍ਰਿਸ਼ਨ ਹੋ ਗਿਆ, ਰਾਜਿੰਦਰ ਪ੍ਰਸਾਦ, VV ਗਿਰੀ ਜਾਂ ਜ਼ਾਕਿਰ ਹੁਸੈਨ। ਸੋ ਆਪਣਾ ਜੋ ਪਹਿਲਾ ਰਾਸ਼ਟਰਪਤੀ ਸੀ ਉਹ ਸੀਗਾ ਰਾਜਿੰਦਰ ਪ੍ਰਸਾਦ, ਪਰ ਦੂਜਾ ਰਾਸ਼ਟਰਪਤੀ ਕੌਣ ਸੀਗਾ? ਇਹ S ਰਾਧਾ ਕ੍ਰਿਸ਼ਨ ਜੀ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੋ ਇਹ ਦੂਜੇ ਰਾਸ਼ਟਰਪਤੀ ਸਨ। ਪਹਿਲੇ ਉਪ ਰਾਸ਼ਟਰਪਤੀ ਸਨ। ਇਹਨਾਂ ਦਾ ਕਾਰਜਕਾਲ ਜੋ ਕਿ ਰਾਸ਼ਟਰਪਤੀ ਦੇ ਅਕੋਰਡਿੰਗ ਸੀਗਾ 1962 ਤੋਂ ਲੈ ਕੇ 1967 ਤੱਕ ਇਹਨਾਂ ਨੇ ਸੇਵਾ ਕੀਤੀ ਹੈਗੀ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਇਹ 1952 ਤੋਂ ਲੈ ਕੇ 1962 ਤੱਕ ਇਹ ਕੀ ਸੀਗੇ? ਭਾਰਤ ਦੇ ਉਪ ਰਾਸ਼ਟਰਪਤੀ ਰਹੇ ਹੈਗੇ। ਸੋ ਨੈਕਸਟ ਪ੍ਰਸ਼ਨ ਹੈ, ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਕੌਣ ਸਨ? ਸੋ ਕੌਣ ਸਨ? S ਰਾਧਾ ਕ੍ਰਿਸ਼ਨ ਜੀ। ਸੋ ਇਹਦੀ ਬਹੁਤੀ ਡਿਟੇਲ ਦੀ ਪੜ੍ਹਨ ਦੀ ਜ਼ਰੂਰਤ ਨਹੀਂ। ਸੋ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ ਕਿੰਨੀ ਹੈਗੀ? ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿ ਕਿੰਨੀਆਂ ਵਿਧਾਨ ਸਭਾ ਦੀ ਸੀਟਾਂ ਦੀ ਗਿਣਤੀ ਹੈਗੀ। ਨੈਕਸਟ, ਭਾਰਤੀ ਸੰਵਿਧਾਨ ਦਾ ਆਰਟੀਕਲ 14 ਪੈਰਵੀ ਕਰਦਾ ਗਾ। ਸੋ ਸਮਾਨਤਾ ਦੇ ਅਧਿਕਾਰ ਦੀ, ਜੀਵਨ ਦੇ ਅਧਿਕਾਰ ਦੀ, ਜਾਣਕਾਰੀ ਦੇ ਅਧਿਕਾਰ ਦੀ ਜਾਂ ਜਾਇਦਾਦ ਦੇ ਅਧਿਕਾਰ ਦੀ। ਸੋ ਜੋ ਇਹ ਆਰਟੀਕਲ 14 ਗਾ ਮਤਲਬ ਕਿ ਇਹ ਕਾਹਦੀ ਪੈਰਵਾਈ ਕਰਦਾ ਗਾ? ਆਰਟੀਕਲ 14 ਕੀ ਕਹਿੰਦਾ ਹੈਗਾ? ਸਾਰੇ ਸਮਾਨ ਹੈਗੇ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਕੀ ਕਹਿੰਦਾ ਹੈਗਾ? ਮਤਲਬ ਕਿ ਆਰਟੀਕਲ 14 ਕਾਨੂੰਨ ਦੇ ਸਾਰੇ ਸਾਹਮਣੇ ਬਰਾਬਰ ਹੈਗੇ। ਸੋ ਕੀ ਹੈਗਾ? ਹਰ ਇੱਕ ਨੂੰ ਮਤਲਬ ਕਿ ਕੋਈ ਗਰੀਬ ਅਮੀਰ ਹਰ ਇੱਕ ਲਈ ਕਾਨੂੰਨ ਕੀ ਹੈਗਾ? ਬਰਾਬਰ ਹੁੰਦਾ ਹੈਗਾ।
ਨੈਕਸਟ DMK ਪਾਰਟੀ ਕਿਸ ਰਾਜ ਨਾਲ ਸੰਬੰਧਿਤ ਹੈ? ਤੇਲੰਗਾਨਾ, ਤਾਮਿਲਨਾਡੂ, ਕੇਰਲਾ ਜਾਂ ਉੜੀਸਾ ਨਾਲ। ਸੋ DMK ਪਾਰਟੀ ਕਾਹਦੇ ਨਾਲ ਰਿਲੇਟਡ ਹੈਗੀ? ਇਹ ਹੈਗੀ ਤਾਮਿਲਨਾਡੂ ਦੇ ਨਾਲ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਇਹ ਇੱਕ ਸੱਤਾਧਾਰੀ ਪਾਰਟੀ ਹੈਗੀ, ਮਤਲਬ ਕਿ ਕਿੱਥੇ? ਤਾਮਿਲਨਾਡੂ ਦੇ ਵਿੱਚ। ਸੋ ਇਹ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਜਿੱਥੇ ਵਰਤਮਾਨ ਵਿੱਚ ਮੁੱਖ ਵਿਰੋਧੀ ਪਾਰਟੀ ਹੈਗੀ। ਨੈਕਸਟ ਮੰਡਲ ਕਮਿਸ਼ਨ ਕਿਹੜੇ ਮਸਲਿਆਂ ਨਾਲ ਸੰਬੰਧਿਤ? ਅਲਪ ਸੰਖਿਅਕਾਂ ਨਾਲ, ਵਿਦੇਸ਼ੀਆਂ ਨਾਲ, ਕਬਾਇਲੀਆਂ ਨਾਲ ਜਾਂ ਪਛੜੀਆਂ ਸ਼੍ਰੇਣੀਆਂ ਨਾਲ। ਸੋ ਇਹ ਜੋ ਮੰਡਲ ਕਮਿਸ਼ਨ ਹੈਗਾ ਇਹ ਸੰਬੰਧਿਤ ਹੈਗਾ ਪਛੜੀਆਂ ਸ਼੍ਰੇਣੀਆਂ ਨਾਲ। ਆਪਸ਼ਨ ਡੀ ਕੀ ਹੋ ਜੂ ਆਪਣਾ ਸਹੀ ਉੱਤਰ ਹੋ ਜੂਗਾ। 1979 ਦੇ ਵਿੱਚ ਇਹਦੀ ਕੀ ਕੀਤੀ ਗਈ ਸੀਗੀ? ਸਥਾਪਨਾ ਕੀਤੀ ਗਈ ਸੀ। ਕਿਹੜੀਆਂ ਪਛੜੀਆਂ ਸ਼੍ਰੇਣੀਆਂ ਮੀਨਸ ਗਈ? OBC ਨਾਲ ਇਹ ਰਿਲੇਟਡ ਮੰਡਲ ਹੈਗਾ। ਨੈਕਸਟ ਭਾਸ਼ਾ ਦੇ ਆਧਾਰ 'ਤੇ ਪੰਜਾਬ ਨੂੰ ਕਦੋਂ ਮਾਨਤਾ ਮਿਲੀ? 47 'ਚ, 55 'ਚ, 60 'ਚ ਜਾਂ 66 'ਚ। ਸੋ ਭਾਸ਼ਾ ਦੇ ਆਧਾਰ 'ਤੇ ਪੰਜਾਬ ਨੂੰ ਮਾਨਤਾ ਮਿਲੀ ਸੀਗੀ 1966 ਦੇ ਵਿੱਚ। ਮਤਲਬ ਕਿ 1966 ਦੇ ਵਿੱਚ ਬਣੀ ਸੀਗੀ ਇਹ। ਇਸ ਐਕਟ ਨੇ ਪੰਜਾਬ ਨੂੰ ਦੋ ਵੱਖਰੇ ਰਾਜਾਂ ਪੰਜਾਬ ਅਤੇ ਹਰਿਆਣਾ 'ਚ ਵੰਡਿਆ ਸੀਗਾ। ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ ਗਿਆ। ਸੋ ਪੰਜਾਬ ਦੇ ਸਭ ਤੋਂ ਉੱਤਰੀ ਜ਼ਿਲ੍ਹੇ ਹਿਮਾਚਲ ਦੇ ਵਿੱਚ ਤਬਦੀਲ ਕਰਤਾ ਸੀਗਾ। ਸੋ ਸੂਬਾ ਲਹਿਰ ਵੀ ਸੀਗਾ, ਪੰਜਾਬੀ ਸੂਬਾ ਲਹਿਰ ਨੇ ਪੰਜਾਬ ਦਾ ਪੁਨਰਗਠਨ ਕੀਤਾ। ਪੰਜਾਬ ਦੇ ਜਿਹੜੇ ਇਲਾਕੇ ਵਿੱਚ ਹਰਿਆਣਵੀ ਅਤੇ ਹਿੰਦੀ ਬੋਲਦੇ ਸਨ ਉਹਨਾਂ ਨੂੰ ਹਰਿਆਣਾ ਬਣਾਤਾ। ਪਹਾੜੀ ਬੋਲਣ ਵਾਲਿਆਂ ਨੂੰ ਹਿਮਾਚਲ ਪ੍ਰਦੇਸ਼ 'ਚ ਦੇਤਾ। ਤੋ ਪੰਜਾਬ ਦਾ ਇੱਕ ਨਵਾਂ ਇੱਕ ਰੂਪ ਬਣ ਗਿਆ ਸੀ, ਉਸ ਸੂਬਾ ਬਣ ਗਿਆ ਸੀ। ਬਲਵੰਤ ਰਾਏ ਮਹਿਤਾ ਕਮੇਟੀ ਦਾ ਸੰਬੰਧ ਕਿਹਦੇ ਨਾਲ ਹੈਗਾ? ਪੰਚਾਇਤਾਂ ਨਾਲ, ਸਰਵੋਦਿਆਂ ਨਾਲ, ਚੋਣ ਸੁਧਾਰਾਂ ਨਾਲ ਜਾਂ GST ਨਾਲ। ਸੋ ਬਲਵੰਤ ਰਾਏ ਮਹਿਤਾ ਦਾ ਸੰਬੰਧ ਕਾਹਦੇ ਨਾਲ ਹੈਗਾ? ਪੰਚਾਇਤਾਂ ਨਾਲ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਬਲਵੰਤ ਰਾਏ ਮਹਿਤਾ ਕਮੇਟੀ ਦੀ ਸਥਾਪਨਾ ਕਦੋਂ ਹੋਈ ਸੀਗੀ? 1957 ਦੇ ਵਿੱਚ ਇਹ ਕਮੇਟੀ ਬਣੀ ਸੀਗੀ। ਸੋ ਬਲਵੰਤ ਰਾਏ ਕੀ ਸੀਗੇ? ਇਹ ਕਮੇਟੀ ਦੇ ਚੇਅਰਪਰਸਨ ਸਨ ਜਾਂ ਪ੍ਰਧਾਨ ਸਨ। ਇਹ ਕਮੇਟੀ ਨੇ 3 ਪੱਧਰੀ ਢਾਂਚੇ ਦੀ ਕਿਹਾ ਸੀਗਾ ਕਿ ਕੀ ਕਿਹਾ ਸੀਗਾ? ਪਿੰਡ ਪੱਧਰ 'ਤੇ ਗ੍ਰਾਮ ਪੰਚਾਇਤ ਹੋਊਗੀ, ਬਲਾਕ ਪੱਧਰ 'ਤੇ ਜਾਂ ਪੰਚਾਇਤੀ ਸਮਿਤੀ ਹੋਊਗੀ, ਅਤੇ ਜ਼ਿਲ੍ਹਾ ਪੱਧਰ 'ਤੇ ਕੀ ਹੋਊਗੀ? ਜ਼ਿਲ੍ਹਾ ਪ੍ਰੀਸ਼ਦ ਹੋਊਗੀ। ਨੈਕਸਟ ਕੀ ਆਪਣਾ 2016 ਦੇ ਵਿੱਚ ਇਹ ਪੇਪਰ ਹੋਇਆ ਸੀਗਾ। ਸੋ ਇਸ ਪੇਪਰ ਦਾ ਰਿਲੇਟਡ ਆਪਾਂ ਪ੍ਰਸ਼ਨ ਦੇਖਦੇ ਹਾਂ। ਕੀ ਹੈ ਇਹਦਾ ਪ੍ਰਸ਼ਨ? ਰਾਜ ਸਭਾ ਨੂੰ ਉੱਪਰਲਾ ਸਦਨ ਵੀ ਕਿਹਾ ਜਾਂਦਾ ਹੈਗਾ। ਸੋ ਰਾਜ ਸਭਾ ਲਈ ਕਿਹੜਾ ਕਥਨ ਸਹੀ ਨਹੀਂ ਹੈ? ਸੋ ਇੱਥੇ ਧਿਆਨ ਨਾਲ ਪੜ੍ਹਨਾ ਗਾ, ਕਿਹੜਾ ਨਹੀਂ ਹੈਗਾ। 3 ਸਹੀ ਹੋਣਗੇ, 1 ਸਹੀ ਨਹੀਂ ਹੋਊਗਾ। ਸੋ ਕੀ ਹੈਗਾ? ਰਾਜ ਸਭਾ ਵਿਸ਼ੇਸ਼ ਕੰਮ ਕਰਦੀ ਹੈ, ਬਿਲਕੁਲ ਸਹੀ ਹੈ। ਰਾਜ ਸਭਾ ਵਿੱਤ ਬਿੱਲ ਨੂੰ ਰੱਦ ਕਰ ਸਕਦੀ ਹੈ, ਹਜੇ ਤੱਕ ਇਹ ਸਹੀ ਨਹੀਂ ਹੈ। ਬਿਲਕੁਲ ਵਿੱਤ ਬਿੱਲ ਨੂੰ ਰੱਦ ਕਰ ਸਕਦੀ ਆ। ਰਾਜ ਸਭਾ ਵਿੱਤ ਬਿੱਲ ਨੂੰ ਰੱਦ ਨਹੀਂ ਕਰ ਸਕਦੀ। ਜੇਕਰ ਲੋਕ ਸਭਾ ਇੱਕ ਵਾਰ ਵਿੱਤ ਬਿੱਲ ਪਾਸ ਕਰ ਦੇਵੇ ਤਾਂ ਰਾਜ ਸਭਾ ਉਸ ਨੂੰ ਰੱਦ ਨਹੀਂ ਕਰ ਸਕਦੀ। ਬਿਲਕੁਲ ਸਹੀ ਆ ਤਿੰਨੇ। ਸੋ ਕੀ ਹੈਗਾ? ਆਪਸ਼ਨ ਬੀ ਕੀ ਹੋ ਜੂ ਇਹਦਾ ਸਹੀ ਉੱਤਰ ਹੋ ਜੂਗਾ। ਕਿਉਂ? ਰਾਜ ਸਭਾ ਨੂੰ ਵਿੱਤ ਬਿੱਲ ਪਾਸ ਕਰਨਾ ਪੈਂਦਾ। ਸਭ ਤੋਂ ਪਹਿਲਾਂ ਵਿੱਤ ਬਿੱਲ ਕਿੱਥੇ ਪੇਸ਼ ਹੁੰਦਾ ਗਾ? ਲੋਕ ਸਭਾ ਦੇ ਵਿੱਚ। ਸੋ ਕੀ ਹੈਗਾ? ਰਾਜ ਸਭਾ ਮਨੀ ਬਿੱਲ ਨੂੰ ਰੱਦ ਨਹੀਂ ਕਰ ਸਕਦੀ ਜਾਂ ਵਿੱਤ ਬਿੱਲ ਨੂੰ ਰੱਦ ਨਹੀਂ ਕਰ ਸਕਦੀ। ਰਾਜ ਸਭਾ ਸੰਸਦ ਦਾ ਉੱਪਰਲਾ ਸਦਨ ਆ। ਸੋ ਰਾਜਾਂ ਨੂੰ ਮਤਲਬ ਕਿ ਰਾਜ ਸਭਾ ਨੂੰ ਰਾਜਾਂ ਦੀ ਕੌਂਸਲ ਵੀ ਕਿਹਾ ਜਾਂਦਾ ਹੈਗਾ। ਸੋ ਰਾਜ ਸਭਾ ਨੂੰ 14 ਦਿਨ ਦੇ ਅੰਦਰ ਸਿਫਾਰਸ਼ਾਂ ਦੇ ਨਾਲ ਬਿਨਾਂ ਕਿਸੇ ਨੂੰ ਧਨ ਬਿੱਲ ਨੂੰ ਵਾਪਸ ਕਰਨਾ ਹੀ ਹੁੰਦਾ ਹੈਗਾ, ਮਤਲਬ ਕਿ ਪਾਸ ਕਰਨਾ ਹੀ ਹੁੰਦਾ ਹੈਗਾ। ਨੈਕਸਟ ਕਿਸ ਸਾਲ ਦੱਖਣੀ ਅਫਰੀਕਾ ਵਿੱਚ ਇੱਕ ਲੋਕਤਾਂਤਰਿਕ ਦੇਸ਼ ਬਣਿਆ? ਕਦੋਂ ਬਣਿਆ? 90 'ਚ, 92 'ਚ, 94 'ਚ ਜਾਂ 95 'ਚ। ਸੋ ਮਤਲਬ ਕਿ ਇਹ ਜਿਹੜਾ ਦੱਖਣੀ ਅਫਰੀਕਾ ਲੋਕਤਾਂਤਰਿਕ ਦੇਸ਼ ਬਣਿਆ ਸੀਗਾ ਇਹ ਬਣਿਆ ਸੀ 1994 ਦੇ ਵਿੱਚ। ਆਪਸ਼ਨ ਸੀ ਕੀ ਹੋ ਜੂ ਆਪਣਾ ਸਹੀ ਆਨਸਰ ਹੋ ਜਾਵੇਗਾ। ਇਹ ਲੋਕਤੰਤਰ 1994 ਦੇ ਵਿੱਚ ਬਣ ਗਿਆ ਸੀਗਾ। ਸੋ ਸਾਰੀਆਂ ਨਸਲਾਂ ਨੂੰ ਲੋਕਾਂ ਨੂੰ ਬਰਾਬਰ ਸਮਝਿਆ ਜਾਣ ਲੱਗ ਗਿਆ ਸੀ। ਹੇਠ ਲਿਖਿਆ ਨਾਵਾਂ ਵਿੱਚੋਂ ਕਿਹੜਾ ਨਾਂ ਸੰਵਿਧਾਨ ਸਭਾ ਦਾ ਮੁਖੀ ਵੀ ਸੀ? ਸੋ ਇਹ ਵਕੀਲ ਤੇ ਉੱਪਰ ਚੰਪਾਰਨ ਸੱਤਿਆਗ੍ਰਹਿ ਕਰਕੇ ਵੀ ਜਾਣਿਆ ਜਾਂਦਾ ਗਾ। ਕੌਣ ਸੀ? ਮਹਾਤਮਾ ਗਾਂਧੀ ਸੀ, ਡਾਕਟਰ ਭੀਮ ਰਾਓ ਅੰਬੇਦਕਰ, ਡਾਕਟਰ ਰਾਜਿੰਦਰ ਪ੍ਰਸਾਦ ਜਾਂ ਜਵਾਹਰ ਲਾਲ ਨਹਿਰੂ। ਕੌਣ ਸੀਗਾ ਉਹ? ਮਤਲਬ ਕਿ ਜਿਹੜਾ ਕਿ ਇੱਕ ਵਕੀਲ ਦੇ ਨਾਮ ਚੰਪਾਰਨ ਸੱਤਿਆ ਕਰਕੇ ਵੀ ਜਾਣਿਆ ਜਾਂਦਾ ਸੀਗਾ। ਸੋ ਇਹ ਸੀ ਡਾਕਟਰ ਰਾਜਿੰਦਰ ਪ੍ਰਸਾਦ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਸੋ ਇਹ ਭਾਰਤ ਦੇ ਪਹਿਲੇ ਕੀ ਸੀਗੇ? ਪ੍ਰੈਜ਼ੀਡੈਂਟ ਵੀ ਸਨ। ਸੋ ਇਹ ਸੰਵਿਧਾਨ ਸਭਾ ਦੇ ਵੀ ਚੇਅਰਮੈਨ ਸੀ, ਸਥਾਈ ਚੇਅਰਮੈਨ ਇਹਨਾਂ ਨੂੰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈਗਾ। ਡਾਕਟਰ ਰਾਜਿੰਦਰ ਪ੍ਰਸਾਦ ਕੀ ਸੀਗਾ? 9 ਦਸੰਬਰ 1946 ਨੂੰ ਦੇਖੋ ਭਾਰਤੀ ਸੰਵਿਧਾਨ ਸਭਾ ਦੇ ਪਹਿਲੇ ਚੇਅਰਮੈਨ ਬਣੇ ਸੀਗੇ। 26 ਨਵੰਬਰ 1949 ਨੂੰ
ਇੱਕ ਪੂਰਾ ਮਤਲਬ ਕਿ ਬਣ ਗਿਆ ਸੀਗਾ, ਸੰਵਿਧਾਨ ਬਣ ਕੇ ਰੈਡੀ ਹੋ ਗਿਆ ਸੀਗਾ। ਸੋ ਇਹਦੇ ਉੱਪਰ ਇਹਨਾਂ ਨੇ ਸਾਈਨ ਕੀਤੇ ਸੀਗੇ। ਸੋ 1962 ਤੱਕ ਇਹ ਕੀ ਰਹੇ ਆ, ਭਾਰਤ ਦੇ ਰਾਸ਼ਟਰਪਤੀ ਵੀ ਰਹੇ ਆ। ਸਭ ਤੋਂ ਲੰਬੇ ਕਾਰਜ ਕਰਨ ਵਾਲੇ ਇਹ ਰਾਸ਼ਟਰਪਤੀ ਰਹੇ ਹੈਗੇ। ਨੈਕਸਟ, ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਸਥਾਨਕ ਮੀਡੀਆ ਲਈ ਸਹੀ ਨਹੀਂ ਹੈਗਾ। ਸੋ ਸਥਾਨਕ ਮੀਡੀਆ ਆਮ ਤੌਰ 'ਤੇ ਸਥਾਨਕ ਭਾਸ਼ਾ ਵਿੱਚ ਹੀ ਦੇਸ਼ ਦੇ ਮੁੱਦਿਆਂ ਨੂੰ ਦੱਸਦਾ ਗਾ। ਸਥਾਨਕ ਇਕੱਠ ਰਲ ਕੇ ਆਪਣਾ ਮੀਡੀਆ ਸ਼ੁਰੂ ਕਰ ਦਿੰਦੇ ਹਨ। ਗਰੀਬਾਂ ਨੂੰ ਆਪਣੀ ਜ਼ਿੰਦਗੀ ਦੀਆਂ ਫਿਲਮਾਂ ਆਪ ਬਣਾਉਣ ਦੇ ਲਈ ਵੀਡੀਓ ਕੈਮਰੇ ਦਿੰਦੇ ਹਨ। ਅਖਬਾਰ ਵਿੱਚ ਖਬਰ ਲਹਿਰੀਆਂ ਕਿਹਾ ਜਾਂਦਾ ਅਤੇ ਸਿਰਫ 8 ਦਲਿਤ ਔਰਤਾਂ ਦੁਆਰਾ ਚਲਾਇਆ ਜਾ ਰਿਹਾ ਹੈ। ਮਤਲਬ ਕਿ ਕੀ ਹੈਗਾ, ਇਹਨਾਂ ਦੇ ਵਿੱਚੋਂ ਜੋ ਆਪਣਾ ਸਹੀ ਉੱਤਰ ਬਣੂਗਾ ਆਪਸ਼ਨ ਸੀ ਬਣੂਗਾ। ਮਤਲਬ ਕਿ ਜਿਹੜਾ ਸਹੀ ਨਹੀਂ ਬਣਦਾ ਗਾ, ਇਹ ਮਤਲਬ ਕਿ ਜਿਹੜੀਆਂ ਜ਼ਿੰਦਗੀ ਦੀਆਂ ਫਿਲਮਾਂ ਆਪ ਬਣਾਉਣ ਦੇ ਕੈਮਰੇ ਦਿੰਦੇ, ਇਹ ਬਿਲਕੁਲ ਗਲਤ ਹੈਗਾ। ਸੰਸਦ ਦੀ ਰਚਨਾ ਕਿਵੇਂ ਹੁੰਦੀ ਹੈਗੀ? ਲੋਕ ਸਭਾ ਅਤੇ ਰਾਜ ਸਭਾ ਦੇ ਨਾਲ। ਰਾਸ਼ਟਰਪਤੀ ਲੋਕ ਸਭਾ ਅਤੇ ਰਾਜ ਸਭਾ। ਮੁੱਖ ਨਿਆਂਧੀਸ਼ ਹੋ ਗਿਆ ਆਪਣਾ, ਜਿਵੇਂ ਕਿ ਸੁਪਰੀਮ ਕੋਰਟ ਦਾ ਜੱਜ ਹੋ ਗਿਆ। ਰਾਸ਼ਟਰਪਤੀ ਲੋਕ ਸਭਾ ਅਤੇ ਰਾਜ ਸਭਾ। ਉਪ ਰਾਸ਼ਟਰਪਤੀ ਲੋਕ ਸਭਾ ਅਤੇ ਰਾਜ ਸਭਾ। ਸੋ ਸੰਸਦ ਇਹ 3 ਨਾਲ ਬਣਦੀ ਆ। ਕਿਹਦੇ ਨਾਲ ਬਣਦੀ ਹੈਗੀ? ਰਾਸ਼ਟਰਪਤੀ ਨਾਲ ਬਣਦੀ ਆ, ਲੋਕ ਸਭਾ ਨਾਲ ਬਣਦੀ ਆ ਅਤੇ ਰਾਜ ਸਭਾ ਨਾਲ ਕੀ ਆ, ਪ੍ਰੋਪਰ ਬਣ ਕੇ ਰਾਜ ਸਭਾ ਮਤਲਬ ਕਿ ਸੰਸਦ ਰੈਡੀ ਹੁੰਦੀ ਆ। ਸੋ ਆਪਣਾ ਕੀ ਹੋ ਜੂ, ਆਪਸ਼ਨ ਆ ਬੀ ਇਜ਼ ਦਾ ਰਾਈਟ ਆਨਸਰ। ਸੋ 3 ਨਾਲ ਦੇਖੋ ਤੁਸੀਂ ਕੀ ਆ, ਇਹ ਬਣਦੀ ਆ। ਰਾਸ਼ਟਰਪਤੀ ਕੀ ਦੇਸ਼ ਦਾ ਸੰਸਦ ਦਾ ਮੈਂਬਰ ਵੀ ਹੁੰਦਾ ਇਹ। ਸੋ ਇਹ ਕੀ ਆ, ਦੇਸ਼ ਦਾ ਪਹਿਲਾ ਨਾਗਰਿਕ ਦੇ ਤੌਰ 'ਤੇ ਵੀ ਜਾਣਿਆ ਜਾਂਦਾ। ਲੋਕ ਸਭਾ ਦਾ ਹੇਠਾਂ ਸਦਨ ਹੁੰਦਾ। ਰਾਜ ਸਭਾ ਕੀ ਹੁੰਦਾ, ਇਹ ਸੰਸਦ ਦਾ ਉੱਪਰਲਾ ਸਦਨ ਹੁੰਦਾ ਹੈਗਾ। ਨੈਕਸਟ, ਸੰਵਿਧਾਨ ਵਿੱਚ ਕਿਹੜਾ ਪ੍ਰਾਵਧਾਨ ਬਿਨਾਂ ਕਿਸੇ ਬਹਿਸ ਦੇ ਪਾਸ ਹੋ ਜਾਂਦਾ ਸੀ? ਮੌਲਿਕ ਅਧਿਕਾਰ, ਸਾਰੇ ਜਵਾਨਾਂ ਲਈ ਵੋਟ ਦਾ ਅਧਿਕਾਰ, ਰਾਜ ਸਰਕਾਰ ਦਾ ਸੰਸਦੀ ਰੂਪ, ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ। ਸੋ ਸੰਵਿਧਾਨ ਦਾ ਇਹ ਹੈਗਾ ਸਾਰੇ ਜਵਾਨਾਂ ਲਈ ਵੋਟ ਦਾ ਅਧਿਕਾਰ ਹੈ, ਬਿਨਾਂ ਕਿਸੇ ਬਹਿਸ ਦੇ ਪਾਸ ਹੋ ਜਾਂਦਾ ਹੈਗਾ। ਨੈਕਸਟ, ਸੋ ਯੂਨੀਵਰਸਲ ਅਡਲਟ ਫਰੈਂਚਾਈਜ਼ੀ ਮਤਲਬ ਕੀ ਹੈਗਾ, ਹਰ ਇੱਕ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਆ, ਚਾਹੇ ਅਮੀਰ ਹੋਵੇ ਗਰੀਬ ਹੋਵੇ, ਟੈਕਸ ਭਰਦਾ ਹੋਵੇ ਨਾ ਭਰਦਾ ਹੋਵੇ, ਵਿਆਹਿਆ ਹੋਵੇ ਨਾ ਵਿਆਹਿਆ, ਹਰ ਇੱਕ ਨੂੰ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੈਗਾ। ਨੈਕਸਟ, ਕੇਸ਼ਵਾਨੰਦ ਭਾਰਤੀ ਕੇਸ ਕਿਹੜੇ ਰਾਜ ਨਾਲ ਸੰਬੰਧਿਤ ਹੈਗਾ? ਪੰਚਾਇਤੀ ਰਾਜ ਨਾਲ, ਮੂਲ ਭਾਰਤੀ ਢਾਂਚੇ ਨਾਲ, ਅਦਾਲਤੀ ਸਰਗਰਮੀ ਲਈ ਜਾਂ ਜ਼ਮੀਨ ਸੁਧਾਰ ਲਈ। ਸੋ ਇਹ ਮੂਲ ਭਾਰਤ ਢਾਂਚੇ ਨਾਲ ਕੀ ਹੈਗਾ, ਸੰਬੰਧਿਤ ਹੈਗਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਕੀ ਸੀਗਾ, ਰੈਟ ਪਟੀਸ਼ਨ ਦਾਇਰ ਕੀਤੀ ਸੀ ਕੇਸ਼ਵਾਨੰਦ ਭਾਰਤੀ ਕੇਸ ਸੀਗਾ, ਜੋ ਮਤਲਬ ਕਿ ਕੀ ਹੈਗਾ, ਸੁਪਰੀਮ ਕੋਰਟ ਦਾ ਇੱਕ ਇਤਿਹਾਸਕ ਫੈਸਲਾ ਸੀ ਜਿਹਨੇ ਸੰਵਿਧਾਨ ਦੇ ਬੁਨਿਆਦੀ ਢਾਂਚੇ ਦੀ ਰੂਪ ਰੇਖਾ ਦਿੱਤੀ ਸੀ। ਇਸ ਕੇਸ ਨੂੰ ਮੌਲਿਕ ਅਧਿਕਾਰਾਂ ਦੇ ਕੇਸ ਵਜੋਂ ਵੀ ਜਾਣਿਆ ਜਾਂਦਾ ਗਾ। ਨੈਕਸਟ, ਪੰਚਾਇਤੀ ਰਾਜ ਸੰਸਥਾ ਦਾ ਉਹ ਕਿਹੜਾ ਨਿਯਮ ਹੈ ਜੋ ਉਸ ਨੂੰ ਸਮਾਜਿਕ ਇਨਸਾਫ ਦੇ ਨੇਮ ਨਾਲ ਵੀ ਜੋੜ ਦਿੰਦਾ ਗਾ? ਵਿੱਤ ਕਮਿਸ਼ਨ, ਪ੍ਰਾਂਤ ਚੁਣਾਵ ਕਮਿਸ਼ਨ, ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਔਰਤਾਂ ਲਈ ਰਿਜ਼ਰਵੇਸ਼ਨ ਜਾਂ ਫਿਰ ਗ੍ਰਾਮ ਸਭਾ। ਸੋ ਕਿਹੜਾ ਨਿਯਮ ਆ ਜੋ ਇਨਸਾਫ ਨਾਲ ਜੋੜਦਾ? ਮਤਲਬ ਕਿ ਅਨੁਸੂਚਿਤ ਜਾਤੀਆਂ ਨੂੰ, ਜਨਜਾਤੀਆਂ ਤੋਂ ਔਰਤਾਂ ਲਈ ਵਿੱਚ ਰਿਜ਼ਰਵੇਸ਼ਨ ਹੈਗੀ। ਸੋ ਇਹਦੇ ਵਿੱਚ ਕੀ ਹੋ ਜੂ, ਆਪਣਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਕੀ ਹੈਗਾ, ਪੰਚਾਇਤਾਂ ਵਿੱਚ ਅਨੁਸੂਚਿਤ ਜਾਤੀਆਂ ਐਸੀਜ਼, ਅਨੁਸੂਚਿਤ ਕਬੀਲਿਆਂ ਐਸਟੀਸ ਲਈ ਮਤਲਬ ਕਿ ਸੀਟਾਂ ਜਿਹੜੀਆਂ ਇਹ ਕੀ ਹੈਗਾ, ਪ੍ਰਾਵਧਾਨ ਇਹਦੇ ਵਿੱਚ ਹੈਗਾ ਗਾ। ਸੋ ਜਿਹੜਾ ਪੰਚਾਇਤਾਂ ਨਾਲ ਰਿਲੇਟਡ ਆਰਟੀਕਲ ਆ ਉਹ ਕਿਹੜਾ ਗਾ, 243 ਡੀ ਇਹਦੇ ਨਾਲ ਰਿਲੇਟਡ ਹੈਗਾ ਗਾ। ਸੋ ਆਪਾਂ ਦੇਖਦੇ ਹਾਂ ਨੈਕਸਟ ਪ੍ਰਸ਼ਨ। ਕੇਂਦਰ ਅਤੇ ਰਾਜ ਸਰਕਾਰਾਂ ਨਾਲ ਸੰਬੰਧਿਤ ਸਾਰੇ ਵਿਵਾਦ ਸੁਪਰੀਮ ਕੋਰਟ ਦੇ ਕਿਹੜੇ ਖੇਤਰ ਅਧਿਕਾਰ ਵਿੱਚ ਆਉਂਦੇ ਹੈਗੇ? ਪ੍ਰਾਰੰਭਿਕ ਖੇਤਰ ਅਧਿਕਾਰ, ਰਿਟ ਸੰਬੰਧੀ ਅਧਿਕਾਰ ਖੇਤਰ, ਅਪੀਲ ਦੇ ਖੇਤਰ ਅਧਿਕਾਰ ਜਾਂ ਸਲਾਹਕਾਰੀ ਖੇਤਰ ਅਧਿਕਾਰ। ਸੋ ਇਹ ਜੋ ਆਉਂਦੇ ਹੈਗੇ ਰਿਟ ਸੰਬੰਧੀ ਖੇਤਰ ਦੇ ਆਧਾਰ ਦੇ ਅੰਡਰ ਆਉਂਦੇ ਆ। ਉੱਤਰ ਕੀ ਹੋ ਜੂ, ਆਪਣਾ ਬੀ ਇਜ਼ ਦਾ ਰਾਈਟ ਆਨਸਰ। ਸੋ 2 ਜਾਂ 2 ਤੋਂ ਵੱਧ ਰਾਜਾਂ ਦੇ ਵਿਚਕਾਰ ਜੇਕਰ ਕੋਈ ਹੋਵੇ ਮਤਲਬ ਕਿ ਵਿਵਾਦ ਹੋਵੇ ਤਾਂ ਉੱਥੇ ਕੀ ਹੈ, ਆਪਣਾ ਉਹ ਰਿਟ ਪਾਰੀ ਕਰ ਸਕਦਾ। ਮਤਲਬ ਕਿ ਕੀ ਹੈ, ਉਹਦੇ ਉੱਪਰ ਫੈਸਲਾ ਫਿਰ ਸੁਣਾਇਆ ਜਾਂਦਾ ਹੈਗਾ। ਨੈਕਸਟ, ਸੰਸਦੀ ਰੂਪ ਵਿੱਚ ਬਣੀ ਸਰਕਾਰ ਤੋਂ ਕੀ ਭਾਵ ਹੈਗਾ? ਜੋ ਕਿ ਸੰਸਦੀ ਰੂਪ ਦੇ ਵਿੱਚ ਸਰਕਾਰਾਂ ਵਿਧਾਨ ਮੰਡਲ ਅਤੇ ਕਾਰਜਕਾਰੀ ਮੰਡਲ ਦੋਵੇਂ ਵੱਖਰੀਆਂ ਹੁੰਦੀਆਂ। ਵਿਧਾਨ ਮੰਡਲ ਅਤੇ ਕਾਰਜਕਾਰੀ ਮੰਡਲ ਦੋਵੇਂ ਇੱਕ ਦੂਜੇ 'ਤੇ ਕੀ ਕਰਦੇ ਹੈਗੇ, ਨਿਰਭਰ
ਕਰਦੇ ਆ। ਰਾਸ਼ਟਰਪਤੀ ਰਾਜ ਦਾ ਸਿਆਸੀ ਮੁੱਖ ਨੇਤਾ ਹੁੰਦਾ। ਵਿਧਾਨ ਮੰਡਲ ਕਾਰਜਕਾਰੀ ਮੰਡਲ ਨੂੰ ਆਪਣੇ ਅਧੀਨ ਨਹੀਂ ਰੱਖ ਸਕਦੀ। ਸੋ ਵਿਧਾਨ ਮੰਡਲ ਅਤੇ ਕਾਰਜਕਾਰੀ ਮੰਡਲ ਦੋਨੇ ਇੱਕ ਦੂਜੇ 'ਤੇ ਕੀ ਕਰਦੇ ਇਹ ਨਿਰਭਰ ਕਰਦੇ ਹੈਗੇ। ਸੋ ਸਰਕਾਰ ਦਾ ਇੱਕ ਸੰਸਦੀ ਰੂਪ ਹੁੰਦਾ, ਜਿਵੇਂ ਵਿਧਾਨ ਮੰਡਲ ਅਤੇ ਕਾਰਜਪਾਲਕ ਇੱਕ ਦੂਜੇ 'ਤੇ ਕੀ ਕਰਦੇ ਨਿਰਭਰ ਹੁੰਦੇ ਹੈਗੇ। ਪਾਰਲੀਮੈਂਟ ਕੋਲ ਬਹੁਤ ਗਿਣਤੀ 'ਚ ਸ਼ਕਤੀ ਹੁੰਦੀ ਹੈਗੀ, ਜੋ ਕਿ ਕਾਰਜਪਾਲਕ ਆਪਣੀਆਂ ਕਾਰਵਾਈਆਂ ਅਤੇ ਨੀਤੀਆਂ ਲਈ ਸੰਸਦ ਦੇ ਪ੍ਰਤੀ ਜ਼ਿੰਮੇਵਾਰ ਹੁੰਦੇ ਹੈਗੇ। ਨੈਕਸਟ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਲੋਕਤੰਤਰ ਲਈ ਸਹੀ ਨਹੀਂ ਹੈ। ਰਾਜਕਰਤਾ ਪਾਰਟੀ ਦੇ ਵੀ ਹਾਰਨ ਦੀ ਪੂਰੀ ਬਿਲਕੁਲ ਆ। ਰਾਜ ਮਤਲਬ ਕਿ ਜੋ ਕਿ ਰਾਜ ਕਰਦੀ ਹੈ ਪਾਰਟੀ, ਮਤਲਬ ਕਿ ਸਪੋਜ਼ ਕਰੋ ਜਿਵੇਂ ਕਿ ਹੁਣ ਆਮ ਆਦਮੀ ਆ ਜਾਂ ਕੋਈ ਹੋਰ ਕਰਦੇ ਹੋਵੇ XYZ, ਮਤਲਬ ਕਿ ਕੀ ਹੈ ਇਹਦੇ ਹਾਰਨ ਦੀ ਵੀ ਸੰਭਾਵਨਾ ਹੁੰਦੀ। ਜ਼ਰੂਰੀ ਨਹੀਂ ਵੀ ਜਿਹੜੀ ਪਾਰਟੀ ਹੁਣ ਇਸ ਸਾਲ ਕਰੀ ਜਾਂਦੀ ਆਉਣ ਵਾਲੀਆਂ ਵੋਟਾਂ ਦੇ ਵਿੱਚ ਉਹ ਜਿੱਤੂ ਜਾਂ ਹਾਰੂਗੀ। ਕਿਸੇ ਵੀ ਤਰੀਕੇ ਨਾਲ ਚੋਣ ਹੋ ਸਕਦੀ ਹੈ, ਬਿਲਕੁਲ ਗਲਤ ਆ। ਚੋਣ ਇੱਕ ਤਰੀਕੇ ਨਾਲ ਹੀ ਹੁੰਦੀ ਹੈਗੀ, ਪੂਰਾ ਲੋਕਤੰਤਰਿਕ ਚੋਣ ਹੁੰਦੀ ਹੈਗੀ। ਆਪਣੀ ਮਰਜ਼ੀ ਨਾਲ ਲੋਕ ਇਹਨਾਂ ਨੂੰ ਚੁਣਦੇ ਹੈਗੇ। ਸੰਸਾਰ ਦਾ ਕੋਈ ਵੀ ਦੇਸ਼ ਇੱਕ ਆਦਰਸ਼ ਲੋਕਤੰਤਰਿਕ ਦੇਸ਼ ਨਹੀਂ ਬਣਦਾ, ਬਿਲਕੁਲ ਸਹੀ ਹੈਗਾ। ਕੋਈ ਵੀ ਦੇਸ਼ ਅਜਿਹਾ ਨਹੀਂ ਹੈਗਾ ਜਿਹੜਾ ਲੋਕਤਾਂਤਰਿਕ ਦੇਸ਼ ਬਣ ਸਕਦਾ ਗਾ। ਲੋਕਤੰਤਰ ਦਾ ਸਭ ਤੋਂ ਇੱਕ ਆਮ ਰੂਪ ਪ੍ਰਤੀਨਿਧ ਲੋਕਤੰਤਰ ਹੁੰਦਾ ਗਾ। ਹੁਣ ਆ ਗਿਆ ਆਪਣਾ ਇਹ ਦਸੰਬਰ 2015 ਦੇ ਵਿੱਚ ਜੋ ਪੇਪਰ ਹੋਇਆ ਸੀ। ਸੋ ਦੇਖਦੇ ਹਾਂ, ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ ਸ਼ਕਤੀ ਜਾਂ ਸ਼ਕਤੀਆਂ ਰਾਜ ਸਭਾ ਦੇ ਕੋਲ ਹੁੰਦੀਆਂ ਗੀਆਂ। ਰਾਸ਼ਟਰਪਤੀ ਦੇ ਖਿਲਾਫ ਮਹਾਦੋਸ਼ ਦੀ ਕਾਰਵਾਈ ਸੰਬੰਧੀ ਪਹਿਲ ਕਰ ਸਕਦੀ ਹੈਗੀ। ਨਵੀਆਂ ਰਾਸ਼ਟਰੀ ਸੇਵਾਵਾਂ ਦਾ ਸਿਫਾਰਿਸ਼ ਕਰਨਾ, ਉਪ ਰਾਸ਼ਟਰਪਤੀ ਨੂੰ ਹਟਾਉਣਾ ਜਾਂ ਉੱਪਰ ਦਿੱਤੀਆਂ ਸਾਰੀਆਂ ਸ਼ਕਤੀਆਂ। ਸੋ ਇਹਦੇ 'ਚੋਂ ਜਿਹੜੀ ਸਹੀ ਹੈਗਾ ਉਹ ਹੈਗਾ ਮਤਲਬ ਕਿ ਨਵੀਆਂ ਰਾਸ਼ਟਰੀ ਸੇਵਾਵਾਂ ਦੀ ਇਹ ਕੀ ਕਰਦੀ ਹੈਗੀ, ਸਿਫਾਰਿਸ਼ ਕਰਦੀ ਹੈਗੀ। ਮਤਲਬ ਕਿ ਆਪਸ਼ਨ ਬੀ ਕੀ ਹੋ ਜੂ ਆਪਣਾ ਸਹੀ ਉੱਤਰ ਬਣ ਜੂਗਾ। ਇਹ ਨਵੀਆਂ ਆਲ ਇੰਡੀਆ ਸਰਵਿਸ ਬਣਾਉਣ ਦੀ ਇਹ ਸ਼ਕਤੀ ਮਤਲਬ ਕਿ ਇਹਨਾਂ ਕੋਲ ਹੁੰਦੀ ਹੈਗੀ। ਕਿਹੜੇ ਆਰਟੀਕਲ ਦੇ ਅਕੋਰਡਿੰਗ, ਆਰਟੀਕਲ 312 ਦੇ ਅਕੋਰਡਿੰਗ। ਰਾਜ ਸਭਾ ਨੂੰ ਮਤਲਬ ਕਿ ਹੋਰ ਕਿਹੜੀਆਂ ਕਿਹੜੀਆਂ ਸ਼ਕਤੀਆਂ ਗਾ, ਇਹ ਸੰਸਦ ਨੂੰ ਰਾਜ ਸੂਚੀ ਵਿਚਲੇ ਮਾਮਲਿਆਂ ਬਾਰੇ ਕਾਨੂੰਨ ਬਣਾਉਣ ਦੀ ਇਜਾਜ਼ਤ ਦਿੰਦੀ ਆ। ਲੋਕ ਸਭਾ ਭੰਗ ਹੋਣ 'ਤੇ ਐਮਰਜੈਂਸੀ ਦੀ ਘੋਸ਼ਣਾ ਲਾਗੂ ਕਰਦੀ ਆ। ਸੋ ਸੰਵਿਧਾਨਕ ਸੋਧ ਬਿੱਲ ਪਾਸ ਕਰਕੇ ਇਹ ਕੀ ਕਰਦੀ ਆ, ਪਾਸ ਕਰਦੇ। ਸੁਪਰੀਮ ਕੋਰਟ ਅਤੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਅਧੀਨ ਅਧਿਕਾਰ ਖੇਤਰ ਨੂੰ ਇਹ ਵਧਾ ਘਟਾ ਵੀ ਸਕਦੀ ਹੈਗੀ। ਸੋ ਭਾਰਤੀ ਸੰਵਿਧਾਨ ਦਾ ਨਿਰਮਾਣ ਕਰਨ ਲਈ ਕਿੰਨੀਆਂ ਕਮੇਟੀਆਂ ਨਿਯੁਕਤ ਕੀਤੀਆਂ ਗਈਆਂ ਸੀ? 23, 22, 25 ਜਾਂ 27। ਸੋ ਭਾਰਤੀ ਸੰਵਿਧਾਨ ਦਾ ਨਿਰਮਾਣ ਕਰਨ ਲਈ ਕੁੱਲ 22 ਕਮੇਟੀਆਂ ਦਾ ਮਤਲਬ ਕਿ ਨਿਯੁਕਤ ਕੀਤੀਆਂ ਗਈਆਂ ਸਨ। ਸੋ ਸੰਵਿਧਾਨ ਬਣਾਉਣ ਲਈ ਸੰਵਿਧਾਨ ਸਭਾ ਦੁਆਰਾ 22 ਕਮੇਟੀਆਂ ਦਾ ਗਠਨ ਕੀਤਾ ਗਿਆ। 10 ਕਾਰਜ ਪ੍ਰਣਾਲੀ ਸੰਬੰਧੀ ਅਤੇ 12 ਆਰਥਿਕ ਮਾਮਲਿਆਂ ਸੰਬੰਧੀ ਇਹ ਕਮੇਟੀਆਂ ਬਣਾਈਆਂ ਗਈਆਂ ਸੀ। ਨੈਕਸਟ ਪ੍ਰਸ਼ਨ, ਭਾਰਤੀ ਸੰਵਿਧਾਨ ਦੀ ਧਾਰਾ ਕਿਹੜੀ ਧਾਰਾ ਅਨੁਸਾਰ ਕੋਈ ਬਿੱਲ ਵਿੱਤੀ ਬਿੱਲ ਹੈ ਜਾਂ ਨਹੀਂ ਹੈ, ਇਹਦਾ ਫੈਸਲਾ ਕੌਣ ਲੈਂਦਾ ਗਾ? ਰਾਸ਼ਟਰਪਤੀ, ਲੋਕ ਸਭਾ ਦਾ ਸਪੀਕਰ, ਪ੍ਰਧਾਨ ਮੰਤਰੀ ਜਾਂ ਰਾਜ ਸਭਾ ਲੈਂਦੀ ਹੈਗੀ। ਸੋ ਇਹ ਜੋ ਕਿ ਮਤਲਬ ਕਿ ਵਿੱਤ ਬਿੱਲ ਹੈ ਜਾਂ ਨਹੀਂ ਹੈ, ਇਹ ਲੈਂਦਾ ਗਾ ਲੋਕ ਸਭਾ ਦਾ ਸਪੀਕਰ ਫੈਸਲਾ ਲੈਂਦਾ। ਆਪਸ਼ਨ ਬੀ ਕੀ ਹੋ ਜੂ ਆਪਣਾ ਸਹੀ ਉੱਤਰ ਹੋ ਜਾਵੇਗਾ। ਸੋ ਇਹ ਬਿੱਲ ਮਨੀ ਬਿੱਲ ਨਹੀਂ ਹੈ, ਸਪੀਕਰ ਦਾ ਅੰਤਿਮ ਫੈਸਲਾ ਹੁੰਦਾ ਗਾ। ਲੋਕ ਸਭਾ ਦਾ ਸਪੀਕਰ ਸੰਵਿਧਾਨਕ ਅਤੇ ਰਸਮੀ ਮੁਖੀ ਹੁੰਦਾ, ਸਦਨ ਦੇ ਮੁੱਖ ਬੁਲਾਰੇ ਵਜੋਂ ਵੀ ਹੁੰਦਾ। ਭਾਰਤੀ ਸੰਵਿਧਾਨ ਦਾ ਆਰਟੀਕਲ 93 ਸਪੀਕਰ ਅਤੇ ਡਿਪਟੀ ਸਪੀਕਰ ਦੋਨਾਂ ਦੀ ਵਿਵਸਥਾ ਕਰਦਾ ਗਾ। ਸਪੀਕਰ ਦੀ ਚੋਣ ਲੋਕ ਸਭਾ ਦੇ ਮੈਂਬਰਾਂ ਵਿੱਚ ਕੀਤੀ ਜਾਂਦੀ, ਜਿਵੇਂ ਕਿ ਸਾਰੇ ਮੈਂਬਰ ਚੁਣ ਕੇ ਜਾਣੇ, ਉੱਥੋਂ ਇੱਕ ਲੋਕ ਸਭਾ ਦਾ ਆਪਣਾ ਸਪੀਕਰ ਚੁਣ ਦਿੰਦੇ ਆ। ਸੋ ਕੀ ਆ ਫਿਰ ਉਹ ਸਾਰੇ ਮੈਂਬਰਾਂ ਨੂੰ ਕੀ ਆ ਸਹੁੰ ਉਹਨਾਂ ਦੀ ਚੁਕਾਉਂਦਾ ਗਾ। ਨੈਕਸਟ, ਭਾਰਤੀ ਨਾਗਰਿਕਾਂ ਦੇ ਮੁੱਢਲੇ ਕਰਤੱਵਾਂ ਨੂੰ ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ। 40ਵੀਂ ਅਮੈਂਡਮੈਂਟ ਰਾਹੀਂ ਜੋ ਕਿ 1952 'ਚ ਹੋਈ ਸੀ। 52ਵੀਂ ਅਮੈਂਡਮੈਂਟ 1979, 42ਵੀਂ ਅਮੈਂਡਮੈਂਟ 1967, ਸੋ 45ਵੀਂ ਅਮੈਂਡਮੈਂਟ 1981 ਦੇ ਵਿੱਚ। ਸੋ ਭਾਰਤੀ ਨਾਗਰਿਕਾਂ ਦੀ ਮਤਲਬ ਕਿ ਜੇ ਕਿ ਮੁੱਢਲੇ ਕਰਤੱਵਾਂ ਨੂੰ ਇਹ 42ਵੀਂ ਅਮੈਂਡਮੈਂਟ ਦੇ ਰਾਹੀਂ 1967 ਦੇ ਵਿੱਚ ਜੋੜੀ ਗਈ ਸੀ। ਇਸ ਅਮੈਂਡਮੈਂਟ ਨੂੰ ਅਸੀਂ ਮਿੰਨੀ ਕੌਂਸਟੀਟਿਊਸ਼ਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਗਾ। ਸੋ ਇਹਦੇ ਵਿੱਚ ਕੀ ਹੋ ਜੂ ਆਪਣਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। 1976 ਦੇ ਵਿੱਚ ਮਤਲਬ ਕਿ ਬੁਨਿਆਦੀ ਕਰਤੱਵਾਂ ਨੂੰ ਜੋੜਿਆ ਗਿਆ ਸੀਗਾ। ਉਦੋਂ ਆਪਣੀ ਇੰਦਰਾ ਗਾਂਧੀ ਹੀ ਪ੍ਰਧਾਨ ਮੰਤਰੀ ਸੀਗੀ। ਸੋ ਬਹੁਤ ਸਾਰੀਆਂ ਉਦੋਂ ਅਮੈਂਡਮੈਂਟਾਂ ਹੋਈਆਂ ਸਨ। ਸੋ ਇਸ ਕਰਕੇ ਇਸ 42ਵੀਂ ਅਮੈਂਡਮੈਂਟ ਨੂੰ ਕੀ ਕਿਹਾ ਜਾਂਦਾ ਗਾ, ਮਿੰਨੀ ਕੌਂਸਟੀਟਿਊਸ਼ਨ ਵੀ ਕਿਹਾ ਜਾਂਦਾ ਗਾ। ਸੋ ਹੇਠ ਲਿਖਿਆਂ ਨੂੰ ਆਪਾਂ ਕੀ ਕਰਨਾ ਗਾ, ਮਿਲਾਉਣਾ ਗਾ।
ਕਾਨੂੰਨ ਦਾ ਸ਼ਾਸਨ ਵੀ ਕਿਹੜੇ ਦੇਸ਼ ਤੋਂ ਇਹ ਆਪਣੇ ਕੀ ਹੈਗਾ ਅਡੋਪਟ ਕੀਤੇ ਗਏ ਹੈਗੇ। ਇਹਦੇ 'ਚ ਕੀ ਆਊਗਾ, ਜਿਹੜਾ ਕਿ ਆਪਣੇ ਕਾਨੂੰਨ ਦਾ ਸ਼ਾਸਨ ਹੈ ਇਹ ਕਿਹਦੇ ਵਰਗਾ ਗਾ, ਯੂਕੇ ਵਰਗਾ ਗਾ। ਫਿਰ ਆ ਗਿਆ ਆਪਣਾ ਪ੍ਰਸਤਾਵਨਾ ਕਿੱਥੋਂ ਲਈ ਗਈ ਹੈਗੀ, ਇਹ USA ਤੋਂ ਲਈ ਗਈ ਆ। ਮਜ਼ਬੂਤ ਅਤੇ ਕੇਂਦਰੀ ਸੰਘ ਸੰਬੰਧੀ, ਸੋ ਇਹਦਾ ਕੀ ਹੈ ਇਹ ਕੈਨੇਡਾ ਤੋਂ ਲਏ ਗਏ ਆ। ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਕਿੱਥੋਂ ਲਏ ਗਏ ਹੈਗੇ, ਯੂਕੇ ਤੋਂ ਲਏ ਗਏ ਹੈਗੇ। ਸੋ ਇਹਦੇ ਵਿੱਚ ਆਪਣਾ ਉੱਤਰ ਕੀ ਬਣ ਜੂਗਾ, ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਪ੍ਰਸ਼ਨ, ਸੋ ਦੇਖੋ ਤੁਸੀਂ ਭਾਰਤੀ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਅਪਣਾਇਆ ਗਿਆ ਸੀ। 26 ਜਨਵਰੀ 1950 ਨੂੰ ਪੂਰੇ ਦੇਸ਼ ਦੇ ਵਿੱਚ ਕੀ ਹੋ ਗਿਆ ਸੀ, ਲਾਗੂ ਹੋ ਗਿਆ ਸੀਗਾ। ਸੋ ਕੀ ਸੀਗਾ, ਯੂਨਾਈਟਿਡ ਕਿੰਗਡਮ। ਇਹਦੇ ਤੋਂ ਕੀ ਲਿਆ ਗਿਆ, ਸੰਸਦੀ ਪ੍ਰਣਾਲੀ ਲਈ ਗਈ ਹੈ, ਕਾਨੂੰਨ ਦਾ ਰਾਜ, ਇਕਹਿਰੀ ਨਾਗਰਿਕਤਾ ਕੀ ਇੱਕ ਤਾਂ ਕੈਬਨਿਟ ਪ੍ਰਣਾਲੀ ਲਈ ਗਈ ਹੈ, ਕਿਹਦੇ ਤੋਂ, ਯੂਕੇ ਤੋਂ। ਹੁਣ ਆ ਗਿਆ ਆਪਣੇ ਯੂਨਾਈਟਿਡ ਸਟੇਟਸ। ਇਹਨਾਂ ਤੋਂ ਕੀ ਹੈਗਾ, ਬਿੱਲ ਬੜਾ ਜ਼ਿਆਦਾ ਪ੍ਰਭਾਵਿਤ ਹੁੰਦਾ, ਸੋ ਇਸ ਕਰਕੇ ਅਮਰੀਕਨ ਸੰਵਿਧਾਨ ਕਰਕੇ ਅਪਣਾਇਆ ਜਾਂਦਾ ਗਾ। ਫਿਰ ਆ ਗਿਆ ਆਪਣਾ ਸੋਵੀਅਤ ਸੰਘ। ਇਹਦੇ ਵਿੱਚ ਕੀ ਹੈਗਾ, ਮਤਲਬ ਕਿ ਬੁਨਿਆਦੀ ਕਰਤੱਵਾਂ ਦਾ ਵਿਚਾਰ ਲਿਆ ਗਿਆ ਗਾ। ਸੋ ਭਾਰਤ ਵਿੱਚ UPSC ਦੇ ਮੈਂਬਰਾਂ ਦੀ ਨਿਯੁਕਤੀ ਕੌਣ ਕਰਦਾ ਗਾ, UPSC ਦਾ ਚੇਅਰਮੈਨ ਕਰਦਾ, ਰਾਸ਼ਟਰਪਤੀ ਕਰਦਾ ਗਾ, ਜਾਂ ਕੇਂਦਰੀ ਗ੍ਰਹਿ ਮੰਤਰੀ ਕਰਦਾ, ਜੀ ਇਹਨਾਂ 'ਚੋਂ ਕੋਈ ਵੀ ਨਹੀਂ ਕਰਦਾ। ਸੋ UPSC ਦੇ ਮੈਂਬਰਾਂ ਦੀ ਜੋ ਕਿ ਨਿਯੁਕਤੀ ਕਰਦਾ ਗਾ, ਉਹ ਕਰਦਾ ਗਾ ਭਾਰਤ ਦਾ ਰਾਸ਼ਟਰਪਤੀ ਕਰਦਾ ਗਾ। ਸੋ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਨਿਯੁਕਤੀ ਕੌਣ ਕਰਦਾ ਗਾ, ਭਾਰਤ ਦਾ ਰਾਸ਼ਟਰਪਤੀ ਕਰਦਾ। ਇਹਦੇ ਵਿੱਚ ਇੱਕ ਚੇਅਰਮੈਨ ਅਤੇ 10 ਮੈਂਬਰ ਇਹ ਕੀ ਹੈ ਇਹਨੂੰ ਚੁਣਦੇ ਹੈਗੇ। ਸੋ 1 ਅਕਤੂਬਰ 1926 ਨੂੰ ਪਬਲਿਕ ਸਰਵਿਸ ਕਮਿਸ਼ਨ ਵਜੋਂ ਸਥਾਪਿਤ ਕੀਤਾ ਗਿਆ ਸੀ। ਇਹ 1935 ਐਕਟ ਫੈਡਰਲ ਪਬਲਿਕ ਕਮਿਸ਼ਨ ਵਜੋਂ ਵੀ ਜਾਣਿਆ ਜਾਂਦਾ ਗਾ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜਾ ਕੰਮ ਚੋਣ ਕਮਿਸ਼ਨ ਦਾ ਨਹੀਂ ਹੁੰਦਾ ਗਾ, ਹਲਕਿਆਂ ਦੀ ਹੱਦਬੰਦੀ ਕਰਨਾ, ਰਾਜਨੀਤਿਕ ਦਲਾਂ ਨੂੰ ਮਾਨਤਾ ਦੇਣਾ, ਰਾਸ਼ਟਰਪਤੀ ਦੀ ਚੋਣ ਕਰਾਉਣਾ, ਜਾਂ ਵੋਟਰਾਂ ਦੀ ਸੂਚੀ ਨੂੰ ਸਮੇਂ-ਸਮੇਂ 'ਤੇ ਨਵਿਆਉਣਾ ਗਾ। ਮਤਲਬ ਕਿ ਕੀ ਹੈਗਾ, ਇਹਦੇ ਵਿੱਚੋਂ ਜੋ ਆਪਣਾ ਸਹੀ ਉੱਤਰ ਹੋ ਜਾਊਗਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਕਿਉਂਕਿ ਰਾਸ਼ਟਰਪਤੀ ਦੀ ਚੋਣ ਕਿਹੜਾ ਡੇਲੀ ਹੁੰਦੀ ਹੈ ਜਾਂ ਕੁਛ ਵੀ ਹੁੰਦੇ, ਉਹਦੇ ਇੰਨਾ ਨਹੀਂ ਹੁੰਦਾ ਗਾ। ਸੋ ਇਹ ਚੋਣ ਕਮਿਸ਼ਨ ਦਾ ਕੰਮ ਵੀ ਨਹੀਂ ਹੁੰਦਾ ਗਾ। ਨੈਕਸਟ, ਨਿਆਂਪਾਲਿਕਾ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ ਕਿਉਂਕਿ ਇਹ ਨਿਰਭਰ ਆ, ਆਤਮ ਨਿਰਭਰ ਆ, ਕਾਰਜਪਾਲਿਕਾ ਅਤੇ ਵਿਧਾਨਪਾਲਿਕਾ 'ਤੇ ਨਿਰਭਰ ਨਹੀਂ ਆ, ਜਾਂ ਇਹਨਾਂ 'ਚੋਂ ਕੋਈ ਨਹੀਂ। ਸੋ ਇਹਦੇ ਵਿੱਚੋਂ ਸਹੀ ਉੱਤਰ ਕੀ ਹੋ ਜੂ, ਆਪਣਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਸੋ ਕੀ ਹੈਗਾ, ਨਿਆਂਪਾਲਿਕਾ ਮਹੱਤਵਪੂਰਨ ਆ, ਇਹ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਤੋਂ ਇੱਕ ਸੁਤੰਤਰ ਆ ਗਈ। ਨਿਆਂਪਾਲਿਕਾ ਕਾਰਜਪਾਲਿਕਾ ਜਾਂ ਵਿਧਾਨਪਾਲਿਕਾ ਦੇ ਨਿਯੰਤਰਣ ਅਧੀਨ ਨਹੀਂ ਆਉਂਦੀ, ਅਤੇ ਜੱਜ ਸਰਕਾਰ ਦਾ ਸੱਤਾ ਵਿਚਲੀ ਪਾਰਟੀ ਦੁਆਰਾ ਇਹ ਪ੍ਰਭਾਵਿਤ ਨਹੀਂ ਹੁੰਦੇ। ਨੈਕਸਟ, ਲੋਕ ਸਭਾ ਦੀ ਹਰ ਬੈਠਕ ਦੇ ਪਹਿਲੇ ਘੰਟੇ ਨੂੰ ਕੀ ਕਿਹਾ ਜਾਂਦਾ ਹੈਗਾ, ਵਿਸ਼ੇਸ਼ ਅਧਿਕਾਰ ਕਾਲ, ਜ਼ੀਰੋ ਕਾਲ, ਪ੍ਰਸ਼ਨ ਕਾਲ, ਜਾਂ ਪਬਲਿਕ ਕਾਲ। ਸੋ ਲੋਕ ਸਭਾ ਦਾ ਜੋ ਬੈਠਕ ਹੁੰਦੀ ਹੈਗੀ, ਮਤਲਬ ਕਿ ਪੂਰੇ ਲੋਕ ਬੈਠ ਜਾਂਦੇ ਆ, ਉਹਦੇ ਪਹਿਲੇ ਘੰਟੇ ਨੂੰ ਕੀ ਕਿਹਾ ਜਾਂਦਾ ਹੈਗਾ, ਪ੍ਰਸ਼ਨ ਕਾਲ ਕਿਹਾ ਜਾਂਦਾ ਹੈਗਾ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਲੋਕ ਸਭਾ ਦੇ ਪਹਿਲੇ ਘੰਟੇ ਨੂੰ ਪ੍ਰਸ਼ਨ ਕਾਲ ਕਿਹਾ ਜਾਂਦਾ ਹੈਗਾ। ਇਹ 'ਚ ਕੀ ਆ, ਜਿੰਨੇ MPs ਹੁੰਦੇ ਹੈਗੇ ਸਾਰੇ ਕੀ ਹੈਗਾ, ਆਪਣੇ ਇੱਕ ਦੂਜੇ ਜਿਹੜੇ ਕਿ ਮੈਂਬਰ ਹੁੰਦੇ ਕੈਬਨਿਟ ਦੇ, ਉਹਨਾਂ ਨੂੰ ਸਵਾਲ ਪੁੱਛ ਸਕਦੇ ਆ। ਇਹਦਾ ਸਮਾਂ ਕੀ ਹੁੰਦਾ, 11 ਤੋਂ 12 ਵਜੇ ਤੱਕ ਦਾ ਇਹਦਾ ਸਮਾਂ ਹੁੰਦਾ ਗਾ। ਸੋ 233ਵੇਂ ਸੈਸ਼ਨ ਤੋਂ ਬਾਅਦ ਦੁਪਹਿਰ 12 ਵਜੇ ਤੋਂ ਬਾਅਦ ਤੋਂ 1 ਵਜੇ ਤੋਂ ਇਹ ਤਬਦੀਲ ਕਰ ਦਿੱਤਾ ਸੀਗਾ। ਇਹਨਾਂ ਵਿੱਚੋਂ ਕਿਹੜਾ ਸੰਵਿਧਾਨ ਦਾ ਅੰਗ ਨਹੀਂ ਆ, ਇਲੈਕਸ਼ਨ ਕਮਿਸ਼ਨ, ਫਿਨਾਂਸ ਕਮਿਸ਼ਨ, ਇੰਟਰਸਟੇਟ ਕਾਉਂਸਲ, ਜਾਂ ਪਲੈਨਿੰਗ ਕਮਿਸ਼ਨ। ਸੋ ਇਹਦੇ ਵਿੱਚੋਂ ਜੋ ਸੰਵਿਧਾਨ ਦਾ ਅੰਗ ਨਹੀਂ ਆ ਉਹ ਕਿਹੜਾ ਹੈਗਾ, ਪਲੈਨਿੰਗ ਕਮਿਸ਼ਨ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਸੋ ਯੋਜਨਾ ਕਮਿਸ਼ਨ ਸੰਵਿਧਾਨ ਦਾ ਅੰਗ ਨਹੀਂ ਹੁੰਦਾ। ਪਲੈਨਿੰਗ ਕਮਿਸ਼ਨ, ਯੋਜਨਾ ਕਮਿਸ਼ਨ ਇੱਕ ਸੰਸਥਾ ਜੋ ਕਿ 1950 ਵਿੱਚ ਸਥਾਪਿਤ ਕੀਤੀ ਗਈ ਸੀਗੀ, ਸੰਵਿਧਾਨ ਜਾਂ ਕਾਨੂੰਨ ਦੁਆਰਾ ਨਹੀਂ ਬਣਾਈ ਗਈ ਸੀਗੀ। ਸੋ ਚੋਣ ਕਮਿਸ਼ਨ ਕੀ ਸੰਵਿਧਾਨ ਦਾ ਇੱਕ ਹੁੰਦਾ ਗਾ। ਵਿੱਤ ਕਮਿਸ਼ਨ ਇੱਕ ਸੰਵਿਧਾਨ ਦੀ ਸੰਸਥਾ ਹੁੰਦੀ, ਅੰਤਰਰਾਸ਼ਟਰੀ ਸੰਵਿਧਾਨਿਕ ਸੰਸਥਾ ਹੁੰਦੀ ਹੈਗੀ। ਸੋ ਜੇ ਤੁਸੀਂ ਦੇਖੋ ਸੰਵਿਧਾਨਕ ਸੰਸਥਾਵਾਂ ਕਿਹੜੀਆਂ ਹੁੰਦੀਆਂ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਸਟੇਟ ਪਬਲਿਕ ਸਰਵਿਸ ਕਮਿਸ਼ਨ, ਨੈਸ਼ਨਲ ਕਮਿਸ਼ਨ, ਅਟਾਰਨੀ ਜਨਰਲ ਆਫ ਇੰਡੀਆ, ਕੰਪਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ, ਸਪੈਸ਼ਲ ਆਫਿਸਰ ਇਨ ਲੈਂਗੁਇਸਟਿਕ ਮਿਨੋਰਟੀਜ਼। ਸੋ ਭਾਸ਼ਾਈ ਘੱਟ ਜਿਹੜੇ ਹੁੰਦੇ ਆ ਗਿਣਤੀਆਂ ਦੇ, ਉਹਨਾਂ ਨੂੰ ਕੀ ਆ ਇਹ ਮਤਲਬ ਕਿ ਆਹੋ ਸੰਸਥਾ ਬਣੀ ਹੋਈ ਹੈਗੀ।
ਸੋ ਨੈਕਸਟ ਪ੍ਰਸ਼ਨ, ਭਾਰਤ ਦੇ ਕਿਹੜੇ ਰਾਜ ਵਿੱਚ ਪੰਚਾਇਤੀ ਰਾਜ ਵਿਵਸਥਾ ਨਹੀਂ ਹੈ? ਸੋ ਇਹਨਾਂ ਵਿੱਚੋਂ ਤਿੰਨ 'ਚ ਬਾਕੀ ਆਪਣੇ ਦੇਸ਼ ਦੇ ਵਿੱਚ ਸਾਰੇ 'ਚ ਪੰਚਾਇਤਾਂ ਹੈਗੀਆਂ, ਪਰ ਕਿਹੜੇ ਤਿੰਨ ਰਾਜ ਹੈ ਇਹਨਾਂ 'ਚ ਨਹੀਂ ਹੈ? ਨਾਗਾਲੈਂਡ, ਤ੍ਰਿਪੁਰਾ ਜਾਂ ਕੇਰਲਾ ਜਾਂ ਅਸਾਮ ਦੇ ਵਿੱਚ। ਸੋ ਇਹ ਆ ਜੋ ਆਪਣਾ ਨਾਗਾਲੈਂਡ ਹੈਗਾ, ਕੀ ਹੈਗਾ ਇਹ, ਇਹਦਾ ਸਹੀ ਉੱਤਰ ਬਣ ਜਾਊਗਾ। ਨੈਕਸਟ ਪ੍ਰਸ਼ਨ, ਸੋ ਨਾਗਾਲੈਂਡ ਕੀ ਹੈਗਾ, ਕੋਈ ਪੰਚਾਇਤੀ ਰਾਜ ਸੰਸਥਾ ਨਹੀਂ ਹੈਗੀ। ਕੀ ਹੈਗਾ ਮਤਲਬ ਕਿ ਇੱਥੇ ਨਾਗਾਲੈਂਡ, ਮੇਘਾਲਿਆ ਅਤੇ ਮਿਜ਼ੋਰਮ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਲਾਗੂ ਨਹੀਂ ਹੁੰਦੀ। ਸੋ 73ਵੇਂ ਅਮੈਂਡਮੈਂਟ ਰਾਹੀਂ 1992 ਨੂੰ ਇਹ ਆਪਣਾ ਮਤਲਬ ਕਿ ਪੰਚਾਇਤੀ ਸਿਸਟਮ ਕੀ ਆ ਜੋੜਿਆ ਗਿਆ ਸੀ। ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ? 9ਵੇਂ ਭਾਗ ਦੇ ਵਿੱਚ ਇਹਨੂੰ ਜੋੜਿਆ ਗਿਆ ਸੀ। ਨੈਕਸਟ ਪ੍ਰਸ਼ਨ, ਕੇਂਦਰ ਅਤੇ ਰਾਜਾਂ ਦੇ ਆਪਸੀ ਸੰਬੰਧਾਂ ਦੀ ਸਮੀਖਿਆ ਕਰਨ ਲਈ ਕੇਂਦਰੀ ਸਰਕਾਰ ਨੇ ਡੈਸ਼ ਈਸਵੀ ਸਰਕਾਰੀ ਕਮਿਸ਼ਨ ਨਿਯੁਕਤ ਕੀਤਾ ਸੀ? ਕਦੋਂ ਸਰਕਾਰੀ ਕਮਿਸ਼ਨ ਨਿਯੁਕਤ ਕੀਤਾ ਸੀ ਕੇਂਦਰ ਅਤੇ ਸਟੇਟ ਦੇ ਸੰਬੰਧਾਂ ਦੇ ਪ੍ਰਤੀ? 83, 84, 85 ਜਾਂ 87 ਦੇ ਵਿੱਚ। ਇਹ ਜੋ ਹੋਇਆ ਸੀਗਾ, ਇਹ ਹੋਇਆ ਸੀਗਾ 83 ਦੇ ਵਿੱਚ ਇਸ ਕਮਿਸ਼ਨ ਨੂੰ ਨਿਯੁਕਤ ਕੀਤਾ ਗਿਆ ਸੀਗਾ। ਸੋ ਕੇਂਦਰ ਸਰਕਾਰ ਨੇ ਕੇਂਦਰ ਅਤੇ ਰਾਜਾਂ ਵਿਚਕਾਰ ਆਪਸੀ ਸਮੀਖਿਆ ਲਈ 1983 ਵਿੱਚ ਸਰਕਾਰੀ ਕਮਿਸ਼ਨ ਦੀ ਨਿਯੁਕਤੀ ਕੀਤੀ। ਇਹਦਾ ਕਮਿਸ਼ਨ ਸਥਾਪਿਤ ਹੋਇਆ ਸੀ 1983 ਦੇ ਵਿੱਚ। ਚੇਅਰਮੈਨ ਪਹਿਲਾਂ ਕੌਣ ਸੀਗਾ? ਡਾਕਟਰ ਜਸਟਿਸ ਰਜਿੰਦਰ ਸਿੰਘ ਸਰਕਾਰੀਆ, ਜੋ ਕਿ ਭਾਰਤ ਦੇ ਸੁਪਰੀਮ ਕੋਰਟ ਦੇ ਜੱਜ ਇਹ ਰਿਟਾਇਰ ਹੋਏ ਸੀ। ਸੋ ਇਹਦਾ ਸਮਾਂ ਕੀ ਹੈਗਾ? ਪ੍ਰਧਾਨ ਮੰਤਰੀ ਤੇ ਰਾਜੀਵ ਗਾਂਧੀ ਨੂੰ 27 ਅਕਤੂਬਰ 1987 ਨੂੰ ਕੀ ਹੋਇਆ ਸੀਗਾ, ਇਹਦਾ ਮਤਲਬ ਕਿ ਜਨਮ ਹੋਇਆ ਸੀ। ਸੋ ਇਹ ਕੀ ਹੈਗਾ ਆਨੰਦਪੁਰ ਅਤੇ ਪੱਛਮੀ ਬੰਗਾਲ ਦੇ ਜੋ ਕਿ ਆਪਣਾ ਸੀਗਾ ਚੱਲਦਾ ਮੁੱਦਾ, ਸੋ ਉਸ ਨਾਲ ਰਿਲੇਟਡ ਇਹ ਹੈਗੀ ਸੀਗੀ। ਨੈਕਸਟ, ਕਿਹੜਾ ਸੁਧਾਰਕ ਐਕਟ ਛੋਟੇ ਸੰਵਿਧਾਨ ਦੇ ਰੂਪ ਵਿੱਚ ਕੰਮ ਕਰਦਾ ਗਾ? 7ਵਾਂ ਅਮੈਂਡਮੈਂਟ, 42ਵੀਂ ਅਮੈਂਡਮੈਂਟ, 24ਵੀਂ ਅਮੈਂਡਮੈਂਟ ਜਾਂ 44ਵੀਂ ਅਮੈਂਡਮੈਂਟ? ਸੋ ਇਹ ਕੀ ਹੈਗਾ 42ਵੀਂ ਅਮੈਂਡਮੈਂਟ 1976 ਦੇ ਵਿੱਚ ਜੋ ਹੋਈ ਸੀਗੀ, ਉਹਦੇ ਛੋਟੇ ਸੰਵਿਧਾਨ ਦੇ ਰੂਪ ਵਿੱਚ ਵੀ ਮਤਲਬ ਕਿ ਮਿੰਨੀ ਕੌਂਸਟੀਟਿਊਸ਼ਨ ਦੇ ਤੌਰ 'ਤੇ ਜਾਣਿਆ ਜਾਂਦਾ ਹੈਗਾ। ਸੋ ਨੈਕਸਟ ਪ੍ਰਸ਼ਨ, ਜਦੋਂ ਕਿ ਜੇਕਰ ਕਿਸੇ ਕਾਰਨ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦਫ਼ਤਰ ਦੋਨੇ ਹੀ ਖਾਲੀ ਹੋਣ ਜਾਣ ਤਾਂ ਰਾਸ਼ਟਰਪਤੀ ਦਾ ਕੰਮ ਕੌਣ ਕਰਦਾ ਹੈਗਾ? ਪ੍ਰਧਾਨ ਮੰਤਰੀ, ਦੇਸ਼ ਦਾ ਚੋਣ ਕਮਿਸ਼ਨਰ, ਲੋਕ ਸਭਾ ਦਾ ਸਪੀਕਰ ਜਾਂ ਭਾਰਤ ਦਾ ਮੁੱਖ ਜੱਜ? ਸੋ ਕੀ ਹੈਗਾ ਜੋ ਕਿ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੋਨੇ ਇਹ ਆਪਾਂ ਨੂੰ ਪਹਿਲੀ ਗੱਲ ਤਾਂ ਇਹ ਹੈਗਾ ਜਦੋਂ ਇਹ ਖਾਲੀ ਹੋ ਜਾਂਦੇ ਹੈਗੇ, ਸੋ ਭਾਰਤ ਦਾ ਮੁੱਖ ਜੱਜ ਕੀ ਹੈ ਇਹ ਸੀਟ ਨੂੰ ਸੰਭਾਲਦਾ ਗਾ। ਐਮ ਹਦਾਇਤੁੱਲਾ ਕੀ ਹੈ ਇਹ ਬਣਿਆ ਸੀਗਾ ਆਪਣਾ ਜਦੋਂ ਕਿ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੋਨੋਂ ਨਹੀਂ ਸਨ। ਸੋ ਐਮ ਹਦਾਇਤੁੱਲਾ ਇਹ ਆਪਣਾ ਚੀਫ ਜਸਟਿਸ, ਇਕਲੌਤਾ ਚੀਫ ਜਸਟਿਸ ਆ ਜਿਹੜਾ ਕਿ ਐਮ ਹਦਾਇਤੁੱਲਾ ਮਤਲਬ ਕਿ ਇਹ ਬਣਿਆ ਸੀ। ਉਦੋਂ ਕੀ ਸੀ ਡਾਕਟਰ ਜ਼ਾਕਿਰ ਹੁਸੈਨ ਦੀ ਮੌਤ ਹੋ ਗਈ ਸੀਗੀ। ਸੋ ਕੀ ਹੈਗਾ ਜਿਹੜਾ ਕਿ ਉਦੋਂ ਉਪ ਰਾਸ਼ਟਰਪਤੀ ਸੀਗਾ ਬੀਬੀ ਗਿਰੀ, ਉਹਨੇ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਹਿੱਸਾ ਲੈਣ ਲਈ ਕੀ ਸੀਗਾ ਆਪਣਾ ਰਿਜ਼ਾਈਨ ਦੇਤਾ ਸੀਗਾ। ਨੈਕਸਟ, ਕਿਹੜੀ ਭਾਸ਼ਾ ਭਾਰਤੀ ਸੰਵਿਧਾਨ ਦੇ 8ਵੇਂ ਅਨੁਛੇਦ ਵਿੱਚ ਨਹੀਂ ਦਰਸਾਈ ਗਈ? ਸੰਸਕ੍ਰਿਤ, ਨੇਪਾਲੀ, ਅੰਗਰੇਜ਼ੀ ਜਾਂ ਸਿੰਧੀ? ਸੋ ਇਹ ਕਿਹੜੀ ਹੈਗੀ ਮਤਲਬ ਕਿ ਅੰਗਰੇਜ਼ੀ ਭਾਸ਼ਾ ਹੈਗੀ ਜੋ ਕਿ 8ਵੇਂ ਅਨੁਛੇਦ ਵਿੱਚ ਨਹੀਂ ਦਰਸਾਈ ਗਈ। ਸੋ ਭਾਰਤੀ ਸੰਵਿਧਾਨ ਦੀ 8ਵੀਂ ਅਨੁਸੂਚੀ ਕੀ ਹੈ ਭਾਸ਼ਾ ਨਾਲ ਰਿਲੇਟਡ ਹੈਗੀ। ਸੋ ਇਹ ਕੀ ਆ ਸਾਰੀਆਂ ਮਤਲਬ ਕਿ ਸਰਕਾਰੀ ਭਾਸ਼ਾਵਾਂ ਨੂੰ ਸੂਚੀਬੱਧ ਵਿੱਚ ਲਿਖਿਆ ਹੋਇਆ ਹੈਗਾ। 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈਗੀ, ਉਹਦੇ ਵਿੱਚੋਂ ਇੰਗਲਿਸ਼ ਕੀ ਸੀਗੀ ਇਹ ਨਹੀਂ ਐਡ ਕੀਤੀ ਗਈ। ਨੈਕਸਟ ਪ੍ਰਸ਼ਨ, ਸੋ ਨੈਕਸਟ 2014 ਦੇ ਵਿੱਚ ਜੋ ਪੇਪਰ ਹੋਇਆ ਸੀ ਉਸ ਨਾਲ ਰਿਲੇਟਡ ਆਪਾਂ ਪ੍ਰਸ਼ਨ ਦੇਖਦੇ ਹਾਂ ਕਿ 2014 ਦੇ ਵਿੱਚ ਜੋ ਪੇਪਰ ਹੋਇਆ ਸੀਗਾ। ਸੋ ਜੇਕਰ ਭਾਰਤ ਦਾ ਰਾਸ਼ਟਰਪਤੀ ਆਪਣੇ ਕਾਰਜ ਤੋਂ ਮੁਕਤ ਹੋਣਾ ਚਾਹੁੰਦਾ ਹੋਵੇ ਤਾਂ ਉਹ ਆਪਣਾ ਅਸਤੀਫਾ ਕਿਹਨੂੰ ਭੇਜੇਗਾ? ਪ੍ਰਧਾਨ ਮੰਤਰੀ ਨੂੰ, ਉਪ ਰਾਸ਼ਟਰਪਤੀ ਨੂੰ, ਭਾਰਤ ਦੇ ਸਰਵਉੱਚ ਜੱਜ ਨੂੰ ਜਾਂ ਸਪੀਕਰ ਨੂੰ? ਮਤਲਬ ਕਿ ਕੀ ਹੈਗਾ ਜਦੋਂ ਉਹ ਆਪਣਾ ਰਿਜ਼ਾਈਨ ਦੇਣਾ ਚਾਹੂਗਾ ਰਾਸ਼ਟਰਪਤੀ ਤੋਂ, ਉਹ ਆਪਦਾ ਅਸਤੀਫਾ ਰਿਜ਼ਾਈਨ ਕਿਹਨੂੰ ਦਊਗਾ? ਸੋ ਇਹ ਦਊਗਾ ਆਪਣਾ ਉਪ ਰਾਸ਼ਟਰਪਤੀ ਨੂੰ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਜੇਕਰ ਉਪ ਰਾਸ਼ਟਰਪਤੀ ਆਪਣਾ ਅਸਤੀਫਾ ਦੇਣਾ ਚਾਹੇ ਤਾਂ ਉਹ ਕਿਹਨੂੰ ਦਊਗਾ? ਉਹ ਦਊਗਾ ਆਪਣਾ ਰਾਸ਼ਟਰਪਤੀ ਨੂੰ ਅਸਤੀਫਾ ਦਊਗਾ। ਸੋ ਭਾਰਤ ਦਾ ਰਾਸ਼ਟਰਪਤੀ ਆਪਣਾ ਅਸਤੀਫਾ ਉਪ ਰਾਸ਼ਟਰਪਤੀ ਨੂੰ ਸੌਂਪਦਾ ਹੈ। ਰਾਸ਼ਟਰਪਤੀ ਦੀ ਚੋਣ ਕਿਹਦੇ ਨਾਲ ਹੈ? ਇਲੈਕਟੋਰਲ ਕਾਲਜ, ਮਤਲਬ ਕਿ ਕੀ ਹੈਗਾ ਮਤਲਬ ਕਿ ਇਹ ਜੋ ਕਿ ਆਪਣੇ ਸਾਰੇ ਮੈਂਬਰ ਹੁੰਦੇ ਹੈਗੇ, ਸੰਸਦ ਦੇ ਦੋਨਾਂ ਸਦਨਾਂ ਦੇ ਮੈਂਬਰ ਹੋ ਗਏ, ਵਿਧਾਨ ਸਭਾਵਾਂ ਦੇ ਹੋ ਗਏ, ਵਿਧਾਨ ਪਾਲਿਕਾ ਦੇ ਹੋ ਗਏ, ਸਾਰੇ ਮੈਂਬਰ ਕੀ ਹੈਗੇ ਆਪਣੇ ਇਹ ਵੋਟਿੰਗ ਕਰਦੇ ਹੈਗੇ। ਸੋ ਰਾਸ਼ਟਰਪਤੀ ਬਣਨ ਲਈ ਕੀ ਹੋਣਾ ਚਾਹੀਦਾ ਗਾ? ਭਾਰਤ ਦਾ ਨਾਗਰਿਕ ਹੋਣਾ ਚਾਹੀਦਾ। ਉਮਰ ਕਿੰਨੀ ਹੋਣੀ ਚਾਹੀਦੀ ਹੈ? 35 ਸਾਲ ਹੋਣੀ ਚਾਹੀਦੀ ਹੈਗੀ।
ਮਤਲਬ ਕਿ ਇੱਕ ਲੋਕ ਸਭਾ ਦੇ ਮੈਂਬਰ ਬਣਨ ਦੇ ਯੋਗ ਹੋਣਾ ਚਾਹੀਦਾ ਗਾ। ਸੋ ਇਹਦੀ ਟਰਮ ਕਿੰਨੀ ਹੁੰਦੀ ਹੈ ਰਾਸ਼ਟਰਪਤੀ ਦੀ 5 ਸਾਲ ਦੀ ਹੁੰਦੀ ਆ। ਦੁਬਾਰਾ ਵੀ ਇਹ ਚੁਣਿਆ ਦੁਬਾਰਾ ਮਤਲਬ ਕਿ ਰਾਸ਼ਟਰਪਤੀ ਬਣ ਸਕਦਾ। ਜੇਕਰ ਰਾਸ਼ਟਰਪਤੀ ਨੂੰ ਉਹਦੇ ਅਹੁਦੇ ਤੋਂ ਹਟਾਉਣਾ ਹੋਵੇ ਤਾਂ ਆਰਟੀਕਲ 61 ਦੇ ਅਕੋਰਡਿੰਗ ਕੀ ਉਹ 'ਤੇ ਮਹਾਦੋਸ਼ ਦਾ ਮੁਕੱਦਮਾ ਚਲਾਉਣਾ ਪਊਗਾ। ਸੋ ਸੰਸਦ ਦੇ ਦੋਨਾਂ ਸਦਨਾਂ ਦੇ ਵਿੱਚ ਇਹ ਮਨਜ਼ੂਰੀ ਲੈਣੀ ਪਊਗੀ। ਸੋ 14 ਦਿਨ ਪਹਿਲਾਂ ਉਹਨੂੰ ਇੰਟੀਮੇਸ਼ਨ ਭੇਜਿਆ ਜਾਊਗਾ। ਜੇਕਰ ਉਹ ਦੋਨਾਂ ਸਦਨਾਂ ਦੇ ਵਿੱਚ ਮਨਜ਼ੂਰੀ ਮਿਲ ਗਈ ਉਹਦੇ 'ਤੇ ਉਹ ਜਿਹੜਾ ਉਹਦੇ 'ਤੇ ਮੁਕੱਦਮਾ ਚੱਲੂ ਮਹਾਦੋਸ਼ ਦਾ ਮੁਕੱਦਮਾ ਚੱਲੂ ਚਾਹੇ ਉਹ ਦੋਸ਼ੀ ਪਾਇਆ ਗਿਆ। ਸੋ ਇਹ ਕੀ ਆ ਰਾਸ਼ਟਰਪਤੀ ਨੂੰ ਉਹਦੇ ਤੋਂ ਹਟਾਇਆ ਜਾ ਸਕਦਾ ਗਾ। ਨੈਕਸਟ ਪ੍ਰਸ਼ਨ, ਕੋਰਟ ਰਾਹੀਂ ਜਾਰੀ ਰਿਟ ਜਿਸ ਵਿੱਚ ਕਿਸੇ ਵਿਅਕਤੀ ਜਾਂ ਲੋਕ ਅਧਿਕਾਰੀ ਨੂੰ ਸਰਵ ਕਾਰਜ ਦੀ ਪ੍ਰਕਿਰਤੀ ਵਾਲੇ ਕਿਸੇ ਕਾਰਜ ਨੂੰ ਕਰਨ ਜਾਂ ਉਸ ਤੋਂ ਪਰਹੇਜ਼ ਕਰਨ ਦਾ ਆਦੇਸ਼ ਹੁੰਦਾ ਉਹਨੂੰ ਕੀ ਕਿਹਾ ਜਾਂਦਾ ਗਾ? ਮੈਡੇਮਸ, ਕੋਵਰੰਟੋ, ਸਰਸਿਓਰਾਰੀ, ਹੈਬੀਅਸ ਕੋਰਪਸ। ਸੋ ਕੀ ਕਿਹਾ ਜਾਂਦਾ ਗਾ ਉਹਨੂੰ? ਮੈਡੇਮਸ। ਆਪਸ਼ਨ ਕੀ ਹੋ ਜੂ ਆਪਣਾ ਏ ਇਜ਼ ਦਾ ਰਾਈਟ ਆਨਸਰ। ਮੈਡੇਮਸ ਦਾ ਮਤਲਬ ਕਿ ਅਰਥ ਕੀ ਹੁੰਦਾ? ਅਸੀਂ ਹੁਕਮ ਕਰ ਦਿਆਂਗੇ। ਇਹ ਸੁਪਰੀਮ ਕੋਰਟ ਜਾਂ ਹਾਈ ਕੋਰਟ ਤੋਂ ਹੇਠਲੀ ਅਦਾਲਤ ਜਾਂ ਟ੍ਰਿਬਿਊਨਲ ਜਾਂ ਜਨਤਕ ਅਥਾਰਟੀ ਨੂੰ ਜਨਤਕ ਜਾਂ ਵਿਧਾਨ ਫਰਜ਼ ਨਿਭਾਉਣ ਦਾ ਆਦੇਸ਼ ਦਿੰਦਾ ਗਾ ਜੇਕਰ ਉਹ ਆਪਣੀ ਡਿਊਟੀ ਚੰਗੀ ਤਰ੍ਹਾਂ ਨਹੀਂ ਨਿਭਾ ਰਹੇ। ਸੋ ਇਹ ਇੱਥੇ 5 ਪ੍ਰਕਾਰ ਦੀ ਰਿਟ ਹੁੰਦੀ ਜੋ ਸੁਪਰੀਮ ਕੋਰਟ, ਹਾਈ ਕੋਰਟ ਆਫ ਇੰਡੀਆ ਦੁਆਰਾ ਜਾਰੀ ਕੀਤੀਆਂ ਜਾਂਦੀਆਂ। ਕਿਹੜੀਆਂ? ਹੈਬੀਅਸ ਕਾਰਪਸ, ਮੈਡੇਮਸ, ਪ੍ਰੋਹੋਬੀਸ਼ਨ, ਕੋਵਰੰਟੋ ਜਾਂ ਸਰਟਿਓ। ਸੋ ਸੁਪਰੀਮ ਕੋਰਟ ਨੂੰ ਆਰਟੀਕਲ 32 ਦੇ ਤਹਿਤ ਰਿਟ ਜਾਰੀ ਕਰਨ ਦੇ ਅਧਿਕਾਰ ਜੇਕਰ ਮਤਲਬ ਕਿ ਮੌਲਿਕ ਅਧਿਕਾਰਾਂ ਨੂੰ ਹਾਨੀ ਪਹੁੰਚਦੀ ਆ। ਸੋ ਆਰਟੀਕਲ 226 ਦੇ ਅਕੋਰਡਿੰਗ ਕਿਹੜੀ ਹੈਗੀ ਇਹ ਹਾਈ ਕੋਰਟ ਰਿਟ ਜਾਰੀ ਕਰ ਸਕਦੀ ਹੈਗੀ। ਨੈਕਸਟ ਪ੍ਰਸ਼ਨ, ਕੋਈ ਬਿੱਲ ਪੂੰਜੀ ਬਿੱਲ ਹੈ ਜਾਂ ਨਹੀਂ ਇਹਦਾ ਫੈਸਲਾ ਕੌਣ ਕਰਦਾ? ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸੰਸਦੀ ਜਾਂ ਲੋਕ ਸਭਾ ਦਾ ਸਪੀਕਰ। ਸੋ ਇਹ ਲੋਕ ਸਭਾ ਦਾ ਸਪੀਕਰ ਕੀ ਹੈਗਾ ਇਹ ਆਪਣਾ ਫੈਸਲਾ ਦਿੰਦਾ ਗਾ ਕਿ ਕੋਈ ਵੀ ਬਿੱਲ ਵਿੱਤੀ ਬਿੱਲ ਹੈ, ਪੂੰਜੀ ਬਿੱਲ ਹੈ ਜਾਂ ਨਹੀਂ। ਇਹ ਆਪਾਂ ਪਿੱਛੇ ਵੀ ਪ੍ਰਸ਼ਨ 'ਚ ਪੜ੍ਹ ਕੇ ਆਏ ਹੈਗੇ। ਸੋ ਨੈਕਸਟ, ਸਿੱਖਿਆ ਦੇ ਅਧਿਕਾਰ ਨੂੰ ਭਾਰਤੀ ਸੰਵਿਧਾਨ ਦੇ ਵਿੱਚ ਰੱਖਿਆ ਗਾ। ਆਹ ਬਹੁਤ ਇੰਪੋਰਟੈਂਟ ਪ੍ਰਸ਼ਨ ਆ, ਬਹੁਤ ਵਾਰ ਪੇਪਰ 'ਚ ਹਰ ਸਾਲ ਪੁੱਛਿਆ ਜਾਂਦਾ ਗਾ। ਸੋ ਕੀ ਆ 86ਵੀਂ ਸੋਧ ਰਾਹੀਂ 81ਵੀਂ ਸੋਧ 73ਵੀਂ ਜਾਂ 85ਵੀਂ ਦੇ ਰਾਹੀਂ ਇਹ ਮਤਲਬ ਕਿ ਭਾਰਤੀ ਸੰਵਿਧਾਨ ਦੇ ਵਿੱਚ ਐਡ ਕੀਤਾ ਗਿਆ ਸੀਗਾ। ਸੋ ਸਿੱਖਿਆ ਦੇ ਅਧਿਕਾਰ ਨੂੰ 86ਵੀਂ ਸੋਧ ਦੇ ਤਹਿਤ ਕੀ ਹੈਗਾ ਸੀ ਭਾਰਤੀ ਸੰਵਿਧਾਨ ਦੇ ਵਿੱਚ ਐਡ ਕੀਤਾ ਗਿਆ ਸੀਗਾ। ਸੋ ਸਿੱਖਿਆ ਦਾ ਅਧਿਕਾਰ 2002 ਦੇ ਵਿੱਚ 86ਵੀਂ ਮਤਲਬ ਕਿ ਅਮੈਂਡਮੈਂਟ ਦੇ ਰਾਹੀਂ ਜੋੜਿਆ ਗਿਆ ਸੀਗਾ। ਸੋ ਕੀ ਸੀਗਾ ਆਰਟੀਕਲ 21 ਦੇ ਨਾਲ ਇਹਨੂੰ ਜੋੜਿਆ ਗਿਆ। ਇਹਦੇ ਵਿੱਚ ਸ਼ਾਮਲ ਕੀਤਾ ਗਿਆ ਕਿ ਹਰ ਇੱਕ ਬੱਚੇ ਨੂੰ 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਦੇਣਾ ਇੱਕ ਜ਼ਰੂਰੀ ਹੈਗਾ। ਸੋ ਕੀ ਹੈਗਾ ਇਹ ਆਰਟੀਕਲ 21 ਇਹਨੂੰ ਜੋੜਿਆ ਗਿਆ ਸੀਗਾ। ਨੈਕਸਟ, ਹੇਠ ਲਿਖੇ 'ਚੋਂ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਭਾਰਤ ਦੀ ਨਾਗਰਿਕਤਾ ਨਾਲ ਸੰਬੰਧ ਹੈਗਾ? ਆਰਟੀਕਲ 333 ਤੋਂ 337 ਤੱਕ, 17 ਤੋਂ 20, 5 ਤੋਂ 11 ਜਾਂ 1 ਤੋਂ 4 ਤੱਕ। ਕੀ ਹੈਗਾ ਮਤਲਬ ਕਿ ਜਿਹੜਾ ਕਿ ਆਪਣਾ ਅਨੁਛੇਦ ਹੈਗਾ ਨਾਗਰਿਕਤਾ ਨਾਲ ਜੋੜਿਆ ਗਿਆ ਆਰਟੀਕਲ 5 ਤੋਂ 11 ਦੇ ਵਿੱਚ ਜੋੜਿਆ ਗਿਆ। ਆਪਸ਼ਨ ਸੀ ਇਸ ਦਾ ਕੀ ਹੋ ਜੂ ਆਪਣਾ ਰਾਈਟ ਆਨਸਰ ਹੋ ਜੂਗਾ। ਸੋ ਭਾਰਤੀ ਸੰਵਿਧਾਨ ਦਾ ਆਰਟੀਕਲ 5 ਤੋਂ 11 ਭਾਰਤ ਦੀ ਨਾਗਰਿਕਤਾ ਨਾਲ ਸੰਬੰਧਿਤ ਹੈਗਾ। 5 ਦੀ ਸੰਵਿਧਾਨ ਦੀ ਸ਼ੁਰੂਆਤ ਨਾਲ ਨਾਗਰਿਕਤਾ ਨਾਲ ਸੰਬੰਧਿਤ ਆ। 6 ਜਿਹੜੇ ਪਾਕਿਸਤਾਨ ਤੋਂ ਪ੍ਰਵਾਸ ਕਰਕੇ ਇੱਧਰ ਰਹਿ ਰਹੇ ਉਹਨਾਂ ਨਾਲ ਸੰਬੰਧਿਤ ਆ। 7 ਪਾਕਿਸਤਾਨ 'ਚ ਜਾਣ ਵਾਲੇ ਕੁਝ ਪ੍ਰਵਾਸੀਆਂ ਨਾਲ ਆ। 8 ਕੀ ਹੈਗਾ ਜਿਹੜੇ ਵਿਅਕਤੀ ਆ ਮਤਲਬ ਕਿ ਨਾਗਰਿਕਤਾ ਨਾਲ ਮਤਲਬ ਕਿ ਭਾਰਤੀ ਮੂਲ ਦੇ ਹੈਗੇ ਜਿਹੜੇ। ਸੋ 9 ਕਾਹਦੇ ਨਾਲ ਆਪਣੀ ਸਵੈ ਇੱਛਾ ਨਾਲ ਕਿਸੇ ਵਿਦੇਸ਼ ਨਾਗਰਿਕਤਾ ਪ੍ਰਾਪਤ ਕਰਨ ਦਾ ਹੈਗਾ ਗਾ ਜਿਹੜੇ ਕਿ ਭਾਰਤ ਦੇ ਨਾਗਰਿਕ ਨਹੀਂ ਹੋਣਗੇ। ਬਾਅਦ 'ਚ ਭਾਰਤ ਦਾ ਸੰਵਿਧਾਨ ਦਾ ਆਰਟੀਕਲ 11 ਕੀ ਕਹਿੰਦਾ ਗਾ ਕਾਨੂੰਨ ਦੁਆਰਾ ਨਾਗਰਿਕਤਾ ਦੇ ਅਧਿਕਾਰ ਨੂੰ ਨਿਯਮਿਤ ਕਰਨ ਲਈ ਸੰਸਦ ਨਾਲ ਇਹ ਸੰਬੰਧਿਤ ਹੈਗਾ। ਨੈਕਸਟ, ਐਸੋਸੀਏਸ਼ਨ ਬਣਾਉਣ ਦਾ ਅਧਿਕਾਰ ਕਿਹਦੇ ਕੋਲ ਹੈ? ਸਿਵਲ ਅਧਿਕਾਰ ਆ, ਕਾਨੂੰਨੀ ਅਧਿਕਾਰ ਆ, ਰਾਜਨੀਤਿਕ ਅਧਿਕਾਰ ਆ ਜਾਂ ਕੁਦਰਤੀ ਅਧਿਕਾਰ ਆ। ਸੋ ਇਹ ਕਿਹੜਾ ਅਧਿਕਾਰ ਬਣਦਾ? ਸਿਵਲ ਅਧਿਕਾਰ ਬਣਦਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੋ ਐਸੋਸੀਏਸ਼ਨ ਬਣਾਉਣ ਦਾ ਅਧਿਕਾਰ ਇੱਕ ਮੌਲਿਕ ਅਧਿਕਾਰ ਹੈ। ਭਾਰਤ ਦੇ ਸੰਵਿਧਾਨ ਦੇ ਆਜ਼ਾਦੀ ਦਾ ਅਧਿਕਾਰਾਂ ਦੇ ਅਧੀਨ ਸੁਰੱਖਿਅਤ ਆਉਂਦਾ ਗਾ। ਆਰਟੀਕਲ 12 ਤੋਂ 35 ਤੱਕ ਮੌਲਿਕ ਅਧਿਕਾਰਾਂ ਦਾ ਜ਼ਿਕਰ ਆਉਂਦਾ ਗਾ। ਨੈਕਸਟ, ਜੀਵਨ ਦਾ ਅਧਿਕਾਰ ਇੱਕ ਮੌਲਿਕ ਅਧਿਕਾਰ ਆ। ਕਿਹੜੇ ਆਰਟੀਕਲ ਦੇ? 42 ਦੇ, 76 ਦੇ, 1 ਦੇ ਜਾਂ ਆਰਟੀਕਲ 21 ਦੇ ਤਹਿਤ ਇਹ ਆਉਂਦਾ ਗਾ। ਸੋ ਆਰਟੀਕਲ 21 ਦੇ ਤਹਿਤ ਕੀ ਹੈਗਾ ਜੀਵਨ ਦਾ ਅਧਿਕਾਰ ਇਹ ਆਉਂਦਾ ਗਾ। ਸੋ ਆਪਣਾ ਜੀਵਨ ਜਿਉਣ ਦਾ ਹਰ ਇੱਕ ਵਿਅਕਤੀ ਨੂੰ
ਮਤਲਬ ਕਿ ਅਧਿਕਾਰ ਹੈਗਾ। ਸੋ ਆਰਟੀਕਲ 21 ਕੀ ਕਹਿੰਦਾ ਕਿ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਦੇ ਅਨੁਸਾਰ ਕਿਸੇ ਵੀ ਨੂੰ ਵੀ ਜੀਵਨ ਜਾਂ ਨਿੱਜੀ ਤੋਂ ਮਤਲਬ ਕਿ ਅਧਿਕਾਰਤਾ ਤੇ ਆਜ਼ਾਦੀ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਬਾਕੀ ਇਹ ਡਿਟੇਲ ਤੁਸੀਂ ਵੀਡੀਓ 'ਚ ਵੀ ਦੇਖ ਸਕਦੇ ਹੋਗੇ, ਫੰਡਾਮੈਂਟਲ ਰਾਈਟਸ ਉਹਦੇ ਵਿੱਚ ਪਾਈ ਹੋਈ ਹੈ ਇਹ PDF ਦੇ ਵਿੱਚ, ਬਾਕੀ ਡਿਟੇਲ ਤੁਸੀਂ ਪੜ੍ਹ ਸਕਦੇ ਹੋਗੇ। ਸੋ ਕਿਸੇ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਕਦੋਂ ਲਾਗੂ ਕੀਤਾ ਗਿਆ ਗਾ? ਜਦੋਂ ਕੋਈ ਰਾਜ ਸਰਕਾਰ ਬਣਾਈ ਨਾ ਜਾ ਸਕੇ, ਜਦੋਂ ਹਾਕਮ ਦਲ ਆਪਣਾ ਬਹੁਮਤ ਗਵਾ ਬੈਠਦਾ ਅਤੇ ਕਿਸੇ ਹੋਰ ਦਲ ਸਰਕਾਰ ਬਣਾਉਣ ਲਈ ਬਹੁਮਤ ਨੂੰ ਕੋਈ ਨਹੀਂ ਦਿੰਦਾ। ਸੋ ਰਾਜ ਦਾ ਤੰਤਰ ਕਾਰਜ 'ਤੇ ਸਫਲ ਹੋ ਜਾਵੇ ਜਾਂ ਉਪਰੋਕਤ ਸਾਰੇ ਹੀ। ਸੋ ਇਹਦਾ ਆਨਸਰ ਕੀ ਬਣੂਗਾ? ਆਪਸ਼ਨ D ਇਜ਼ ਦਾ ਰਾਈਟ ਆਨਸਰ। ਸੋ ਰਾਸ਼ਟਰਪਤੀ ਰਾਜ ਉਦੋਂ ਲੱਗਦਾ ਗਾ ਜਦੋਂ ਤਿੰਨੇ ਚੀਜ਼ਾਂ ਮਤਲਬ ਕਿ ਦੇਸ਼ ਦੇ ਵਿੱਚ ਹੁੰਦੀਆਂ। ਸੋ ਰਾਸ਼ਟਰਪਤੀ ਰਾਜ ਤਿੰਨ ਤਰ੍ਹਾਂ ਦਾ ਹੁੰਦਾ ਗਾ, ਇੱਕ ਤਾਂ ਹੁੰਦਾ ਗਾ ਪੂਰੇ ਦੇਸ਼ ਦੇ ਵਿੱਚ ਲੱਗਦਾ ਗਾ, ਇੱਕ ਹੁੰਦਾ ਗਾ ਉਹ ਆਰਟੀਕਲ 352 ਤੋਂ 56 ਤੱਕ ਹੋ ਗਿਆ। ਸੋ ਇਹ ਜਿਹੜਾ ਆਪਣਾ ਕੀ ਹੈਗਾ, ਇੱਕ ਹੋ ਗਿਆ ਸਟੇਟ ਹੋ ਗਿਆ, ਇੱਕ ਕੀ ਹੋ ਗਿਆ ਆਪਣਾ ਵਿੱਤੀ ਸੰਕਟ ਵਾਲਾ ਹੋ ਗਿਆ। ਤਿੰਨ ਪ੍ਰਕਾਰ ਦੀਆਂ ਐਮਰਜੈਂਸੀਆਂ ਹੁੰਦੀਆਂ ਹੈਗੀਆਂ। ਨੈਕਸਟ ਕੀ ਹੈ? ਦਸੰਬਰ 2013 ਦੇ ਵਿੱਚ ਅਸੀਂ ਦਸੰਬਰ ਦੇ ਵਿੱਚ 2013 ਦੇ ਵਿੱਚ 2 ਪੇਪਰ PSTET ਦੇ ਹੋਏ ਸੀਗੇ। ਕਿਹੜਾ ਹੈਗਾ ਜਿਹੜਾ ਕਿ ਦਸੰਬਰ ਦੇ ਵਿੱਚ ਹੋਇਆ ਸੀ? ਕੀ ਹੈ ਕਹਿੰਦਾ ਬਲਵੰਤ ਰਾਏ ਮਹਿਤਾ ਕਮੇਟੀ ਦਾ ਸੰਬੰਧ ਕਿਹਦੇ ਨਾਲ ਆ? ਸੋ ਆਪਾਂ ਪਿੱਛੇ ਵੀ ਪੜ੍ਹ ਕੇ ਆਏ ਹੈਗੇ ਕਿਹਦੇ ਨਾਲ ਸੰਬੰਧਿਤ ਹੈ? ਇਹ ਪੰਚਾਇਤਾਂ ਨਾਲ ਸੰਬੰਧਿਤ ਹੈਗਾ। ਸੋ ਇਹਦੇ 'ਤੇ ਆਪਾਂ ਜ਼ਿਆਦਾ ਸਮਾਂ ਖਰਾਬ ਨਹੀਂ ਕਰਦੇ। ਸੋ 1957 ਦੇ ਵਿੱਚ ਬਣੀ ਸੀਗੀ। ਇਹ ਕੀ ਹੈ? ਪੰਚਾਇਤਾਂ ਨਾਲ ਰਿਲੇਟਡ ਇਹ ਸੰਬੰਧਿਤ ਹੈਗੀ। ਨੈਕਸਟ, ਨਿਆਂ ਸੰਬੰਧੀ ਨਿਰੀਖਣ ਜ਼ਰੂਰੀ ਹੈਗਾ। ਸੰਵਿਧਾਨ ਦੀ ਸਰਵਉੱਚਤਾ ਨੂੰ ਬਣਾਈ ਰੱਖਣ ਲਈ, ਸੰਘੀ ਸੰਤੁਲਨ ਨੂੰ ਬਣਾਈ ਰੱਖਣ ਲਈ, ਬੁਨਿਆਦੀ ਅਧਿਕਾਰਾਂ ਦੀ ਸੁਰੱਖਿਆ ਲਈ ਜਾਂ ਉਪਰੋਕਤ ਸਾਰਿਆਂ ਲਈ। ਸੋ ਇਹ ਕੀ ਹੈਗਾ? ਸਰਵਉੱਚਤਾ ਵੀ ਬਣਾ ਕੇ ਰੱਖਦੇ ਹੈਗਾ। ਨਿਆਂ ਮਤਲਬ ਕਿ ਹਰ ਇੱਕ ਨੂੰ ਨਿਆਂ ਬਰਾਬਰ ਮਿਲਦਾ ਗਾ। ਸੰਘੀ ਸੰਤੁਲਨ ਨੂੰ ਵੀ ਬਣਾ ਕੇ ਰੱਖਦਾ ਅਤੇ ਬੁਨਿਆਦੀ ਅਧਿਕਾਰਾਂ ਦੀ ਮਤਲਬ ਕਿ ਸੁਰੱਖਿਆ ਕਰਦਾ। ਸੋ ਆਪਣਾ ਉੱਤਰ ਕੀ ਹੋ ਜਾਊਗਾ? D ਇਜ਼ ਦਾ ਰਾਈਟ ਆਨਸਰ। ਪ੍ਰਸਤਾਵਨਾ ਨੂੰ ਸੋਧਿਆ ਜਾ ਸਕਦਾ ਗਾ, ਮਤਲਬ ਕਿ ਪ੍ਰਿੰਬਲ ਨੂੰ। ਸੋ ਇਹ ਪ੍ਰਸ਼ਨ ਉਠਾਇਆ ਗਿਆ ਸੀਗਾ ਕੇਸ਼ਵਾਨੰਦ ਭਾਰਤੀ ਕੇਸ 'ਚ, ਸ਼ਾਹ ਬਾਨੋ ਬੇਗਮ ਕੇਸ 'ਚ, ਬੇਰੂਵਾਰੀ ਕੇਸ ਵਿੱਚ ਜਾਂ 1 ਅਤੇ 3 ਦੋਨਾਂ ਦੇ ਵਿੱਚ। ਸੋ ਪ੍ਰਸਤਾਵਨਾ ਨੂੰ ਜੋ ਕਿ ਸੋਧਿਆ ਜਾਂਦਾ ਕਾਹਦੇ ਵਿੱਚ ਕਿਹਾ ਗਾ? ਕੇਸ਼ਵਾਨੰਦ ਭਾਰਤੀ ਕੇਸ ਦੇ ਵਿੱਚ ਇਹ ਕਿਹਾ ਗਿਆ ਗਾ। ਸੋ ਕੇਸ਼ਵਾਨੰਦ ਇਹ ਕੇਸ ਸੀਗਾ 1973 ਦੇ ਵਿੱਚ ਹੋਇਆ ਸੀਗਾ। ਸੋ ਇਹ ਕੀ ਹੈਗਾ? ਮਤਲਬ ਕਿ ਇਹ ਜ਼ਮੀਨ ਨਾਲ ਰਿਲੇਟਡ ਇਹ ਹੈਗਾ ਸੀਗਾ। ਸੋ ਇਹ ਕੀ ਹੈਗਾ? ਇਹਦੇ ਵਿੱਚ ਕੀ ਕਿਹਾ ਸੀਗਾ ਕਿ ਪ੍ਰਸਤਾਵਨਾ ਨੂੰ ਇਹ ਕੇਸ ਥੋੜ੍ਹਾ ਜਿਹਾ ਲੰਬਾ ਚੱਲਿਆ ਸੀਗਾ। ਸੋ ਇਹ ਡਿਟੇਲ ਤੁਸੀਂ PDF ਦੇ ਵਿੱਚ ਪੜ੍ਹ ਲਿਓ। ਨੈਕਸਟ, ਇਹ 'ਚ ਆਪਣਾ ਬੇਰੂਵਾਰੀ ਕੇਸ ਦੇ ਬਾਰੇ ਵੀ ਦੱਸਿਆ ਹੋਇਆ। ਕਦੋਂ ਹੋਇਆ ਸੀ? 1960 ਦੇ ਵਿੱਚ ਹੋਇਆ ਸੀਗਾ। ਸੋ ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜ ਅਜਿਹਾ ਗਾ ਜਿਹੜਾ ਲੋਕ ਰਾਏ ਦੁਆਰਾ ਭਾਰਤ ਵਿੱਚ ਸ਼ਾਮਲ ਕੀਤਾ ਗਿਆ ਸੀਗਾ? ਜੰਮੂ ਕਸ਼ਮੀਰ, ਹੈਦਰਾਬਾਦ, ਭੋਪਾਲ ਜਾਂ ਜੂਨਾਗੜ੍ਹ। ਸੋ ਇਹਦੇ 'ਚ ਕੀ ਆ ਉੱਤਰ ਹੈਗਾ? ਇਹ ਹੈਗਾ ਗਾ ਜੂਨਾਗੜ੍ਹ। ਇਹਦਾ ਕੀ ਹੋ ਜਾਊਗਾ? ਸਹੀ ਉੱਤਰ ਹੋ ਜਾਊਗਾ। ਜੂਨਾਗੜ੍ਹ ਇੱਕ ਰਿਆਸਤ ਸੀਗੀ ਜਿਹੜੀ ਕਿ ਹਿੰਦੂਆਂ ਦੀ ਬਹੁ ਗਿਣਤੀ ਵਿੱਚ ਇੱਥੇ ਲੋਕ ਰਹਿੰਦੇ ਸਨ। ਸੋ ਮੁਸਲਮਾਨਾਂ ਦੇ ਦੁਆਰਾ ਇੱਥੇ ਸ਼ਾਸਨ ਕੀਤਾ ਜਾਂਦਾ ਸੀ। ਇਸ ਨੇ ਪਾਕਿਸਤਾਨ ਨਾਲ ਪਾਕਿਸਤਾਨ ਖੇਤਰ ਦਾ ਹਿੱਸਾ ਬਣਨ ਲਈ ਪਹਿਲਾਂ ਹੀ ਸਮਝੌਤਾ ਕੀਤਾ ਹੋਇਆ ਸੀਗਾ। ਹਾਲਾਂਕਿ ਭਾਰਤ ਨੇ ਅਜਿਹੇ ਫੈਸਲੇ ਲਈ ਲੋਕਾਂ ਦੀ ਇੱਛਾ 'ਤੇ ਪੱਕਾ ਵਿਸ਼ਵਾਸ ਕੀਤਾ। ਸੋ ਇਸ ਲਈ BB ਮੈਨਨ ਅਤੇ BB ਪਟੇਲ ਨੇ ਜੂਨਾਗੜ੍ਹ ਦੇ ਦੀਵਾਨ ਸ਼ਾਹਨਵਾਜ਼ ਖਾਨ ਭੁੱਟੋ ਨੂੰ ਰਾਏਸ਼ੁਮਾਰੀ ਕਰਾਉਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਸੀਗੀ। ਨੈਕਸਟ, ਹੇਠ ਲਿਖੇ ਨਿਸ਼ੇਧਾਂ ਵਿੱਚੋਂ ਡਾਕਟਰ ਭੀਮ ਰਾਓ ਅੰਬੇਦਕਰ ਨੇ ਬੁਨਿਆਦੀ ਅਧਿਕਾਰਾਂ ਦੀ ਨੀਂਹ ਕਿਹਨੂੰ ਕਿਹਾ ਗਾ? ਆਰਟੀਕਲ 29, 32, 30 ਜਾਂ 28 ਨੂੰ। ਸੋ ਇਹ ਕਿਹਾ ਗਾ ਆਰਟੀਕਲ 32 ਨੂੰ। ਜੇਕਰ ਤੁਹਾਡੇ ਕੋਈ ਅਧਿਕਾਰਾਂ ਨੂੰ ਹਾਨੀ ਪਹੁੰਚਾਉਂਦਾ ਤੁਸੀਂ ਸਿੱਧਾ ਸੁਪਰੀਮ ਕੋਰਟ ਰਿਟ ਜਾਰੀ ਕਰ ਸਕਦੇ ਹੋਗੇ। ਨੈਕਸਟ, ਸੋ ਸੰਵਿਧਾਨ ਦੀ ਕੀ ਇਹਨੂੰ ਆਤਮਾ ਵੀ ਕਿਹਾ ਗਾ? ਹੇਠ ਲਿਖਿਆਂ 'ਚੋਂ ਕਿਹੜਾ ਅੰਦੋਲਨ ਕੇਰਲਾ ਦੇ ਮੰਦਰਾਂ ਵਿੱਚ ਨਿਮਨ ਜਾਤ ਦੇ ਪ੍ਰਵੇਸ਼ ਦੀ ਕਰਨ ਦੀ ਪਾਬੰਦੀ ਅਤੇ ਛੂਤ ਛਾਤ ਦੇ ਵਿਰੁੱਧ ਉੱਠਿਆ ਸੀਗਾ? ਸੋ ਇਹ ਕੀ ਸੀਗਾ ਜਿਹੜਾ ਕਿ ਆਪਣਾ ਸੋ ਇਹ ਜੋ ਅੰਦੋਲਨ ਹੈ ਇਹ ਸ਼੍ਰੀ ਨਾਰਾਇਣ ਗੁਰੂ ਅਜਿਹਾ ਅੰਦੋਲਨ ਹੈਗਾ ਗਾ। ਆਪਸ਼ਨ C ਕੀ ਹੋ ਜੂ? ਇਹਦੇ ਵਿੱਚ ਆਪਣਾ ਸਹੀ ਉੱਤਰ ਹੋ ਜਾਊਗਾ। C ਕੀ ਸੀਗਾ? ਸ਼੍ਰੀ ਨਾਰਾਇਣ ਗੁਰੂ। ਇਹ ਇੱਕ ਸਮਾਜਿਕ ਸੁਧਾਰਕ ਸਨ। ਮਤਲਬ ਕਿ ਕੀ ਸੀਗਾ ਇਹ? ਸਮਾਜ ਸੁਧਾਰਕ ਸਨ, ਦਾਰਸ਼ਨਿਕ ਅਤੇ ਅਧਿਆਤਮਕ ਆਗੂ ਸਨ। 1856 ਤੋਂ 1928 ਤੱਕ ਇਹ ਰਹੇ ਹੈਗੇ। ਇਹ ਕੇਰਲਾ ਵਿੱਚ ਤ੍ਰਿਵੇਂਦਰਮਪੁਰਮ ਦੇ ਇੱਕ ਨੇੜੇ ਪਿੰਡ ਚੇਪਾਨਥੀ ਦੇ ਵਿੱਚ ਇਹਨਾਂ ਦਾ ਜਨਮ
ਹੋਇਆ ਸੀਗਾ। ਇਹ ਇੱਕ ਵਕੀਲ ਸਨ ਜੋ ਕਿ ਜਾਤ ਪਾਤ ਨੂੰ ਖਤਮ ਕਰਨ ਲਈ ਕੰਮ ਕਰਦੇ ਸੀ। ਸੋ ਨੈਕਸਟ, ਭਾਰਤ ਦੇ ਰਾਸ਼ਟਰਪਤੀ ਦੇ ਚੋਣ ਦਾ ਵਿਵਾਦ ਦਾ ਮਸਲਾ ਕਿਹਦੇ ਕੋਲ ਭੇਜਿਆ ਜਾਂਦਾ? ਜੇਕਰ ਮਤਲਬ ਕਿ ਰਾਸ਼ਟਰਪਤੀਆਂ ਦੇ ਚੋਣਾਂ ਦੇ ਵਿੱਚ ਕੋਈ ਵਿਵਾਦ ਹੋ ਜਾਏ ਤਾਂ ਕਿੱਥੇ ਭੇਜਿਆ ਜਾਂਦਾ? ਚੋਣ ਕਮਿਸ਼ਨ ਕੋਲੇ, ਸੰਸਦ ਕੋਲੇ, ਸਰਵਉੱਚ ਅਦਾਲਤ ਕੋਲੇ ਜਾਂ ਕੇਂਦਰੀ ਮੰਤਰੀ ਮੰਡਲ ਕੋਲੇ। ਸੋ ਜੇਕਰ ਕੋਈ ਚੋਣ ਦੇ ਵਿੱਚ ਮਤਲਬ ਕਿ ਮਸਲਾ ਹੋ ਜਾਏ ਜਾਂ ਕੋਈ ਵਿਵਾਦ ਹੋ ਜਾਏ ਤਾਂ ਇਹ ਸਰਵਉੱਚ ਅਦਾਲਤ ਕੋਲੇ ਇਹ ਕੀ ਹੈਗਾ ਫੈਸਲਾ, ਮਤਲਬ ਕਿ ਇਹ ਸਾਰੀ ਮਤਲਬ ਕਿ ਮਸਲਾ ਜਾਂਦਾ ਹੈਗਾ। ਨੈਕਸਟ, ਸੰਵਿਧਾਨ ਦੇ ਕਿਹੜੇ ਅਧਿਕਾਰ ਨੂੰ ਡਾਕਟਰ ਅੰਬੇਦਕਰ ਨੇ ਸੰਵਿਧਾਨ ਦਾ ਦਿਲ ਅਤੇ ਆਤਮਾ ਮੰਨਿਆ ਗਾ? ਸੋ ਕਿਹੜੇ ਨੂੰ ਮੰਨਿਆ ਗਾ? ਆਰਟੀਕਲ 32 ਨੂੰ ਮੰਨਿਆ ਗਾ। ਕਿਹੜੇ ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਨੂੰ ਮੰਨਿਆ ਗਾ? ਆਪਸ਼ਨ ਕੀ ਸੀ ਕਿ ਹੋ ਜੂ ਆਪਣਾ ਸਹੀ ਉੱਤਰ ਹੋ ਜੂਗਾ। ਆਰਟੀਕਲ ਕਿਹੜੇ 32 ਨੂੰ ਮੰਨਿਆ ਸੰਵਿਧਾਨ ਦਾ ਦਿਲ ਅਤੇ ਆਤਮਾ ਕਿਹਾ ਗਾ? ਸੋ ਇਹ ਕਿਉਂਕਿ ਕਿ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਲਈ ਪ੍ਰਭਾਵਸ਼ਾਲੀ ਮਸ਼ੀਨਰੀ ਤੋਂ ਬਿਨਾਂ ਮੌਲਿਕ ਅਧਿਕਾਰਾਂ ਦੀ ਮਤਲਬ ਕਿ ਘੋਸ਼ਣਾ ਕੀ ਹੁੰਦੀ ਹੈ? ਅਰਥਹੀਨ ਹੋ ਜਾਂਦੀ ਹੈਗੀ। ਹੇਠ ਲਿਖਿਆਂ 'ਚੋਂ ਕਿਹੜਾ ਆਰਟੀਕਲ ਘੱਟ ਗਿਣਤੀਆਂ ਦੇ ਹਿੱਤਾਂ ਦੀ ਰੱਖਿਆ ਦਾ ਮਸਲਾ ਸਾਹਮਣੇ ਲਿਆਉਂਦਾ ਗਾ? ਆਰਟੀਕਲ 14, 29, 32 ਜਾਂ 19। ਸੋ ਇਹ ਕੀ ਹੈਗਾ ਮਤਲਬ ਕਿ ਕਿਹੜਾ ਜੋ ਕਿ ਆਰਟੀਕਲ ਹੈਗਾ ਉਹ ਹੈਗਾ ਆਰਟੀਕਲ ਆਪਣਾ 32 ਹੈਗਾ। ਆਪਸ਼ਨ ਸੀ ਕੀ ਹੋ ਜੂ ਆਪਣਾ ਸਹੀ ਉੱਤਰ ਹੋ ਜੂਗਾ। ਆਰਟੀਕਲ 29 ਕੀ ਹੈਗਾ ਮਤਲਬ ਕਿ ਦੇਸ਼ ਦੀ ਸੌਰੀ ਇੱਥੇ ਆਪਣਾ ਆਰਟੀਕਲ ਬੀ ਬਣੂਗਾ। ਆਪਸ਼ਨ ਬੀ ਕੀ ਹੋ ਜੂਗਾ ਆਪਣਾ ਸਹੀ ਉੱਤਰ ਹੋਊਗਾ। ਸੋ ਮਤਲਬ ਕਿ ਕੀ ਆਰਟੀਕਲ 29 ਘੱਟ ਗਿਣਤੀਆਂ ਦੇ ਹਿੱਤਾਂ ਦੀ ਸੁਰੱਖਿਆ ਮਤਲਬ ਕਿ ਕਰਦਾ ਗਾ, ਜੋ ਕਿ ਭਾਰਤ ਦੇ ਮਤਲਬ ਕਿ ਖੇਤਰ ਹੈ ਇਹਨਾਂ ਹਿੱਸੇ 'ਚ ਲੋਕ ਰਹਿੰਦੇ ਹੈਗੇ, ਉਹਨਾਂ ਨੂੰ ਆਪਣੀ ਲਿਪੀ ਅਤੇ ਭਾਸ਼ਾ ਅਤੇ ਸੱਭਿਆਚਾਰ ਹੋਣ ਦਾ ਅਧਿਕਾਰ ਪ੍ਰਾਪਤ ਹੈ। ਉਹ ਆਪਣੇ ਨੂੰ ਮਤਲਬ ਕਿ ਇਹਨੂੰ ਸੇਫ ਰੱਖ ਸਕਦੇ, ਆਪਦੇ ਸਕੂਲ, ਵਿੱਦਿਅਕ ਅਦਾਰੇ, ਆਪਦੇ ਉਹ ਸਾਰੇ ਇੱਕ ਚੀਜ਼ ਚਲਾ ਸਕਦੇ ਹੈਗੇ। ਸੋ ਇਹਨਾਂ ਲਈ ਸਰਕਾਰ ਉਹਨਾਂ ਨੂੰ ਸਪੈਸ਼ਲ ਫੰਡ ਵੀ ਦਿੰਦੀ ਹੈਗੀ। ਨੈਕਸਟ, ਹੇਠ ਲਿਖਿਆਂ 'ਚੋਂ ਕਿਹੜਾ ਬਿੱਲ ਸਿੱਧਾ ਹੀ ਰਾਜ ਸਭਾ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ? ਧਨ ਬਿੱਲ, ਰਾਸ਼ਟਰਪਤੀ 'ਤੇ ਮਹਾਦੋਸ਼ ਦਾ ਮੁਕੱਦਮਾ, ਰਾਸ਼ਟਰਪਤੀ ਸ਼ਾਸਨ ਦੇ ਅਧੀਨ ਲਿਆਉਣ ਵਾਲਾ ਬਿੱਲ, ਸਰਵਉੱਚ ਅਦਾਲਤ ਜਾਂ ਰਾਜ ਨਿਆਂਪਾਲਕਾਂ ਦੀਆਂ ਸ਼ਕਤੀਆਂ ਨਾਲ ਸੰਬੰਧਿਤ ਬਿੱਲ। ਸੋ ਕੀ ਹੈਗਾ ਧਨ ਬਿੱਲ ਸਿੱਧਾ ਰਾਜ ਸਭਾ ਦੇ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ। ਇਹ ਪਹਿਲਾਂ ਕਿੱਥੇ ਲੋਕ ਸਭਾ ਦੇ ਵਿੱਚ ਪੇਸ਼ ਕਰਨਾ ਪੈਂਦਾ ਹੈਗਾ। ਸੋ ਮਨੀ ਬਿੱਲ ਜਾਂ ਧਨ ਬਿੱਲ ਰਾਜ ਸਭਾ ਵਿੱਚ ਸਿੱਧਾ ਪੇਸ਼ ਨਹੀਂ ਕੀਤਾ ਜਾ ਸਕਦਾ। ਸੋ ਇਹ ਬਿੱਲ ਕੀ ਹੈਗਾ ਪਹਿਲਾਂ ਲੋਕ ਸਭਾ ਦੇ ਵਿੱਚ ਪੇਸ਼ ਕਰਨਾ ਪੈਂਦਾ ਰਾਸ਼ਟਰਪਤੀ ਦੀ ਸਿਫਾਰਿਸ਼ ਦੇ ਨਾਲ। ਸੋ ਕੀ ਹੈ ਰਾਜ ਸਭਾ ਜਦੋਂ ਇਹ ਲੋਕ ਸਭਾ ਦੇ ਵਿੱਚੋਂ ਪਾਸ ਹੋ ਗਿਆ ਫਿਰ ਰਾਜ ਸਭਾ 'ਚ ਭੇਜਿਆ ਜਾਂਦਾ, ਉੱਥੇ 14 ਦਿਨ ਹੀ ਸਿਰਫ ਇਹਨੂੰ ਰੋਕ ਸਕਦੀ ਹੈ, ਫਿਰ ਆਟੋਮੈਟਿਕ ਇਹਨੂੰ ਪਾਸ ਕਰਨਾ ਹੀ ਕਰਨਾ ਪੈਂਦਾ ਗਾ। ਸੋ ਕੀ ਹੈਗਾ ਆਰਟੀਕਲ 110 ਕੀ ਕਹਿੰਦਾ ਗਾ ਇਹ ਮਨੀ ਬਿੱਲ ਦੀ ਪਰਿਭਾਸ਼ਾ ਦਿੰਦਾ ਗਾ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜਾ ਸੰਵਿਧਾਨ ਦਾ ਅੰਗ ਨਹੀਂ ਹੈਗਾ? ਸੋ ਆਪਾਂ ਪਹਿਲਾਂ ਵੀ ਪਿੱਛੇ ਪੜ੍ਹਿਆ ਹੈਗਾ ਕਿਹੜਾ ਹੈਗਾ ਯੋਜਨਾ ਕਮਿਸ਼ਨ ਕੀ ਹੈ ਸੰਵਿਧਾਨ ਦਾ ਅੰਗ ਨਹੀਂ ਹੈਗਾ। ਨੈਕਸਟ, ਹੇਠ ਲਿਖੇ ਵਿੱਚੋਂ ਕਿ ਰਾਜ ਦੇ ਨੀਤੀ ਨਿਰਦੇਸ਼ਕ ਤੱਤਾਂ ਦਾ ਕਿਹੜੇ ਅਨੁਛੇਦ ਅੰਤਰਰਾਸ਼ਟਰੀ ਅਮਨ ਅਤੇ ਸੁਰੱਖਿਆ ਵਧਾਉਣ ਦਾ ਨਾਲ ਸੰਬੰਧਿਤ ਹੈਗਾ? ਆਰਟੀਕਲ 51, 48, 43 ਜਾਂ 41। ਸੋ ਆਰਟੀਕਲ 51 ਕੀ ਕਹਿੰਦਾ ਗਾ ਇਹ ਰਾਜ ਦੇ ਨੀਤੀ ਨਿਰਦੇਸ਼ਕ ਤੱਤਾਂ ਦੇ ਬਾਰੇ ਦੱਸਦਾ ਗਾ। ਸੋ ਮਤਲਬ ਕਿ ਕੀ ਹੈਗਾ ਭਾਰਤੀ ਸੰਵਿਧਾਨ ਦੇ ਵਿੱਚ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਅਤੇ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਦੇ ਵਿੱਚ ਸ਼ਾਮਲ ਕੀਤੇ ਗਏ ਹੈਗੇ। ਕਿਹੜੇ ਆਰਟੀਕਲ ਦੇ ਅਕੋਰਡਿੰਗ? ਆਰਟੀਕਲ 51 ਦੇ ਅਕੋਰਡਿੰਗ। ਸੋ ਇਹ ਵਿਵਸਥਾਵਾਂ ਭਾਰਤ ਦੇ ਸੰਵਿਧਾਨ 4 ਦੇ ਵਿੱਚ ਮਤਲਬ ਕਿ ਦਰਜ ਹੈਗਾ। ਆਰਟੀਕਲ ਕਿੱਥੋਂ ਤੋਂ ਲੈ ਕੇ 36 ਤੋਂ ਲੈ ਕੇ 51 ਤੱਕ। ਸੋ ਇਹ ਰਾਜਾਂ ਦਾ ਫਰਜ਼ ਬਣਦਾ ਕਿ ਲੋਕਾਂ ਦੀ ਭਲਾਈ ਲਈ ਕਾਨੂੰਨ ਬਣਾਉਣ ਅਤੇ ਨਿਰਦੇਸ਼ਕ ਸਿਧਾਂਤਾਂ ਦੇ ਵਿਚਾਰ ਕਰਨ। ਇਹ ਕਿਹੜੇ ਦੇਸ਼ ਤੋਂ ਅਡੋਪਟ ਕੀਤਾ ਗਿਆ? ਆਇਰਲੈਂਡ ਤੋਂ ਅਡੋਪਟ ਕੀਤਾ ਗਿਆ ਗਾ। ਨੈਕਸਟ, ਬਸਤੀਵਾਦੀ ਭਾਰਤ ਦੇ ਕਬੀਲਿਆਂ ਦਾ ਅੰਦੋਲਨ ਦੂਜੇ ਫਿਰਕਿਆਂ ਦੇ ਅੰਦੋਲਨਾਂ ਨਾਲੋਂ ਵੱਖਰਾ ਸੀ ਕਿਉਂਕਿ ਉਹ ਬਹੁਤ ਜੰਗਜੂ ਸਨ, ਨਿਵੇਕਲੇ ਸਨ, ਨਿਰੰਤਰ ਸਨ ਜਾਂ ਬੇਤਰਤੀਬੇ ਸਨ। ਸੋ ਜਿਹੜੇ ਕਿ ਇਹ ਮਤਲਬ ਕਿ ਕਬੀਲਿਆਂ ਦੇ ਅੰਦੋਲਨ ਇਹ ਕੀ ਹੈਗਾ ਬੇਤਰਤੀਬੇ ਸਨ। ਆਪਸ਼ਨ ਡੀ ਕੀ ਹੋ ਜੂ ਆਪਣਾ ਸਹੀ ਉੱਤਰ
ਹੋ ਜਾਊਗਾ। ਸੋ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਮਤਲਬ ਕਬਾਇਲੀ ਅੰਦੋਲਨਾਂ ਨਾਲ ਵੱਖਰੀਆਂ ਹੋਈਆਂ ਸਨ, ਜਿਵੇਂ ਕਿ ਅਕਸਰ ਖਾੜਕੂ ਅਤੇ ਹਿੰਸਕ। ਕਾਰਨ ਕਿਉਂ ਸੀ? ਕਬਾਇਲੀ ਅੰਦੋਲਨ ਕਈ ਕਾਰਨਾਂ ਕਰਕੇ ਹੋਏ ਸਨ, ਜਿਵੇਂ ਕਿ ਸ਼ਾਹੂਕਾਰਾਂ ਅਤੇ ਪੁਲਿਸ ਦੁਆਰਾ ਸ਼ੋਸ਼ਣ, ਕਬਾਇਲੀ ਯੋਜਨਾ, ਜੰਗਲਾਂ ਵਿੱਚ ਤਬਦੀਲੀਆਂ, ਸਾਂਝੀ ਮਾਲਕ ਦੀ ਪਰੰਪਰਾ ਆਦਿ। ਸੋ ਇਹ ਕੀ ਹੈ, ਇਹਨੇ ਸਾਂਝੇ ਮੁੱਦਿਆਂ ਨੂੰ ਉਠਾਇਆ ਅਤੇ ਕੀ ਹੋਇਆ ਸੀਗਾ, ਇਹ ਫਿਰ ਅੰਦੋਲਨ ਇੱਕ ਹੋ ਗਿਆ ਸੀਗਾ। ਨੈਕਸਟ, 5 ਸਾਲਾ ਯੋਜਨਾ ਨੂੰ ਅੰਤਿਮ ਪ੍ਰਵਾਨਗੀ ਕੌਣ ਦਿੰਦਾ? ਕੇਂਦਰੀ ਮੰਤਰੀ ਮੰਡਲ ਦਿੰਦਾ, ਰਾਸ਼ਟਰਪਤੀ ਸਲਾਹ ਦਿੰਦਾ, ਪ੍ਰਧਾਨ ਮੰਤਰੀ ਸਲਾਹ ਨਾਲ ਯੋਜਨਾ ਆਯੋਗ ਦਿੰਦਾ, ਜਾਂ ਰਾਸ਼ਟਰੀ ਵਿਕਾਸ ਪ੍ਰੀਸ਼ਦ ਦਿੰਦਾ ਗਾ। ਸੋ ਇਹਨੂੰ ਕੀ ਹੈਗਾ, ਜੋ ਕਿ ਇਹਨਾਂ ਨੂੰ ਅੰਤਿਮ ਪ੍ਰਵਾਨਗੀ ਦਿੰਦਾ, ਉਹ ਦਿੰਦਾ ਗਾ ਰਾਸ਼ਟਰੀ ਵਿਕਾਸ ਪ੍ਰੀਸ਼ਦ। ਸੋ ਰਾਸ਼ਟਰੀ ਵਿਕਾਸ ਪ੍ਰੀਸ਼ਦ ਕੀ ਹੈਗਾ? ਨੈਸ਼ਨਲ ਡਿਵੈਲਪਮੈਂਟ ਕਾਰਪੋਰੇਸ਼ਨ। ਸੋ ਇਹਦੀ 1952 ਦੇ ਵਿੱਚ ਇਹਦੀ ਸਥਾਪਨਾ ਹੋਈ ਸੀਗੀ। ਸੋ ਕੀ ਹੈਗਾ, ਇਹ 5 ਸਾਲਾਂ ਯੋਜਨਾ ਤੋਂ ਜਿਵੇਂ ਕਿ ਨੀਤੀਆਂ ਬਣਾਉਂਦਾ ਉਹਨਾਂ ਨੂੰ ਪ੍ਰਵਾਨਗੀ ਦਿੰਦਾ ਗਾ, ਜਿਵੇਂ ਕਿ 1951 ਦੇ ਵਿੱਚ ਸਟਾਰਟ ਹੋਈਆਂ ਸਨ। ਸੋ ਹੁਣ ਲੇਟੈਸਟ ਇਹ ਆਪਣੀਆਂ ਚੱਲ ਰਹੀਆਂ ਹੈਗੀਆਂ। ਨੈਕਸਟ, ਭਾਰਤ ਦੇ ਉਪ ਰਾਸ਼ਟਰਪਤੀ ਹਟਾਉਣ ਨੂੰ ਕਿੱਥੇ ਮਤਾ ਪਾਸ ਕੀਤਾ ਜਾਂਦਾ ਹੈਗਾ? ਲੋਕ ਸਭਾ 'ਚ, ਸੰਸਦ ਦੇ ਕਿਸੇ ਵੀ ਸਦਨ 'ਚ, ਸਾਂਝੀ ਬੈਠਕ 'ਚ, ਸੰਸਦ ਦੀ, ਜਾਂ ਰਾਜ ਸਭਾ ਵਿੱਚ। ਸੋ ਇਹ ਜੋ ਕਿ ਰਾਸ਼ਟਰਪਤੀ ਉਪ ਰਾਸ਼ਟਰਪਤੀ, ਕਿਉਂਕਿ ਉਪ ਰਾਸ਼ਟਰਪਤੀ ਰਾਜ ਸਭਾ ਦਾ ਚੇਅਰਮੈਨ ਹੁੰਦਾ, ਸੋ ਇਸ ਕਰਕੇ ਰਾਜ ਸਭਾ ਦੇ ਵਿੱਚ ਪਹਿਲਾਂ ਇਹਦਾ ਮਤਾ ਪੇਸ਼ ਕੀਤਾ ਜਾਂਦਾ ਗਾ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਸੋ ਇਹ ਹੁਣ ਆਪਣਾ ਜੂਨ 2013 ਦੇ ਵਿੱਚ ਜੋ ਪੇਪਰ ਹੋਇਆ ਸੀਗਾ, ਪਹਿਲਾਂ ਉਹ ਦਸੰਬਰ ਦੇ ਵਿੱਚ ਹੋਇਆ ਸੀਗਾ, 2013 ਦੇ ਵਿੱਚ 2 ਪੇਪਰ ਹੋਏ ਸਨ। ਸੋ ਇਹਦਾ ਕੀ ਆ, ਪਹਿਲਾ ਪ੍ਰਸ਼ਨ ਕਹਿੰਦਾ ਭਾਰਤ ਇੱਕ ਸਰਬ ਸੱਤਾਧਾਰੀ ਦੇਸ਼ ਹੈਗਾ। ਇੱਥੇ ਹੇਠ ਲਿਖੋ ਸਹੀ ਉੱਤਰ ਚੁਣੋ। ਇੱਥੋਂ ਦੇ ਪ੍ਰਤੀਨਿਧ ਲੋਕਾਂ ਲਈ ਕਾਨੂੰਨ ਬਣਾਉਂਦੇ ਆ। ਦੇਸ਼ ਦਾ ਮੁਖੀ ਲੋਕਾਂ ਦੁਆਰਾ ਚੁਣਿਆ ਜਾਂਦਾ, ਕਿਉਂਕਿ ਪੀੜ੍ਹੀ ਦਰ ਪੀੜ੍ਹੀ ਇਹ ਹਾਸਲ ਮਤਲਬ ਕਿ ਰਾਜਸ਼ਾਹੀ ਨਹੀਂ ਹੁੰਦੀ। ਨਾਗਰਿਕ ਨੂੰ ਭਾਸ਼ਣ 'ਤੇ ਅਵਿਅਕਤੀ ਦਾ ਅਧਿਕਾਰ ਹੈ। ਸੋ ਇਹ ਸਾਰੇ ਧਰਮਾਂ ਲਈ ਨਿਰਪੱਖ ਹੈਗਾ। ਸੋ ਕੀ ਹੈਗਾ, ਇਹ ਇੱਥੋਂ ਦੇ ਪ੍ਰਤੀਨਿਧ ਲੋਕਾਂ ਲਈ ਕੀ ਬਣਾਉਂਦੇ ਹੈਗੇ? ਕਾਨੂੰਨ ਬਣਾਉਂਦੇ ਹੈਗੇ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, 1935 ਤੋਂ 1950 ਦੀ ਸੰਸ਼ੋਧਨ ਦੀ ਇੱਕ ਮੇਲ ਖਾਂਦੀ ਚੀਜ਼ ਦੱਸੋ। ਦੋਨਾਂ ਕੋਲ ਸੰਸਦ ਦੀਆਂ ਸੀਮਤ ਸ਼ਕਤੀਆਂ ਸਨ, ਮਤਲਬ ਕਿ ਕੀ ਹੈਗਾ, ਦੋਨੇ ਬਾਲਗ ਵੋਟ ਪਾਉਣ ਦਾ ਅਧਿਕਾਰ ਦਿੰਦੇ ਹੈਗੇ, ਦੋਹੇ ਹੀ ਭਾਰਤ ਨੂੰ ਸੰਘ ਬਣਾਉਂਦੇ ਹੈ। ਬਿਲਕੁਲ ਸਹੀ ਹੈਗਾ। ਜਿਹੜਾ ਕਿ 1935 ਦੇ ਵਿੱਚ ਕੌਂਸਟੀਟਿਊਸ਼ਨ 1950 'ਚ ਬਣਿਆ, ਦੋਨੇ ਹੀ ਇਹ ਭਾਰਤ ਕੀ ਹੈਗਾ, ਰਾਜਾਂ ਦਾ ਸੰਘ ਹੈਗਾ ਗਾ। ਨੈਕਸਟ, ਇਹਨਾਂ ਨੂੰ ਸਹੀ ਕਰਮ ਦੇ ਵਿੱਚ ਲਾਉਣਾ ਗਾ। ਜ਼ਿਲ੍ਹਾ, ਤਾਲੁਕਾ ਜਾਂ ਪਰਗਨਾ, ਮਤਲਬ ਕਿ ਸਭ ਤੋਂ ਵੱਡਾ ਚੀਜ਼ ਕਿਹੜੀ ਹੁੰਦੀ ਹੈਗੀ? ਪਹਿਲਾਂ ਕੀ ਹੋ ਗਿਆ, ਜ਼ਿਲ੍ਹਾ। ਇੱਥੇ ਕੀ ਆ, ਆਪਣੇ ਉਪ ਜ਼ਿਲ੍ਹਾ ਤਾਂ ਬਾਅਦ ਵਿੱਚ ਆਊਗਾ। ਇੱਥੇ ਆਪਣੀਆਂ 2 ਆਪਸ਼ਨਾਂ ਹੋ ਗਈਆਂ, ਨੈਗਲੈਕਟ, ਜ਼ਿਲ੍ਹਾ ਆ ਗਿਆ, ਜ਼ਿਲ੍ਹਾ ਆ ਗਿਆ। ਸੋ ਫਿਰ ਇਸ ਤੋਂ ਬਾਅਦ ਉਪ ਜ਼ਿਲ੍ਹਾ ਆ ਗਿਆ, ਉਪ ਜ਼ਿਲ੍ਹਾ ਆ ਗਿਆ। ਫਿਰ ਉਪ ਜ਼ਿਲ੍ਹੇ ਤੋਂ ਬਾਅਦ ਕੀ ਹੁੰਦਾ ਗਾ? ਤਾਲੁਕਾ ਹੁੰਦਾ ਗਾ। ਫਿਰ ਇਸ ਤੋਂ ਬਾਅਦ ਕੀ ਹੁੰਦਾ ਗਾ? ਪਰਗਨਾ ਹੁੰਦਾ ਗਾ। ਸੋ ਕੀ ਹੋ ਜੂ ਆਪਣਾ ਆਪਸ਼ਨ, ਕੀ ਹੋ ਜੂ ਇਹਦੇ ਵਿੱਚ ਸਹੀ ਉੱਤਰ ਹੋ ਜਾਵੇਗਾ। ਸੋ ਪਰਗਨਾ ਇੱਕ ਛੋਟੀ ਜਿਹੀ ਇਕਾਈ ਹੁੰਦੀ, ਇਹਦੇ ਵਿੱਚ ਕਈ ਪਿੰਡਾਂ ਦਾ ਸਮੂਹ ਹੁੰਦਾ ਗਾ। ਸੋ ਇਹ ਕੀ ਹੈਗਾ, ਮਤਲਬ ਕਿ ਇੱਕ ਬਣਾ ਕੇ ਕੀ ਬਣਾਉਂਦੇ ਹੈਗੇ, ਪਰਗਨਾ ਬਣਾਉਂਦੇ ਹੈਗੇ। ਨੈਕਸਟ, ਭਾਰਤੀ ਸੰਵਿਧਾਨ ਦੇ 3 ਭਾਗ ਅਨੁਸਾਰ ਹੇਠ ਲਿਖੇ ਅਲਪਸੰਖਿਅਕ ਵਰਗ ਕਿਵੇਂ ਜਾਣੇ ਕੀਤੇ ਜਾਂਦੇ ਹੈਗੇ? ਅਥੈਂਟਿਕ, ਖੇਤਰੀ ਅਲਪਸੰਖਿਅਕ, ਦੋਨੇ ਏ ਅਤੇ ਬੀ, ਜਾਂ ਇਹ ਕੋਈ ਨਹੀਂ। ਮਤਲਬ ਕਿ ਕੀ ਹੈਗਾ, ਇਹਦਾ ਉੱਤਰ ਹੋ ਜਾਊ ਇਹਨਾਂ 'ਚੋਂ ਕੋਈ ਨਹੀਂ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਭਾਰਤੀ ਰਾਜ ਅਨੁਸਾਰ ਹੇਠ ਲਿਖਿਆਂ 'ਚੋਂ ਕਿਹੜਾ ਸਹੀ ਹੈਗਾ? ਇਹ ਜਿੱਥੇ ਜਿੰਨੇ ਰਾਜ ਆ ਉਨੀਆਂ ਹੀ ਉੱਚ ਅਦਾਲਤਾਂ, ਬਿਲਕੁਲ ਗਲਤ ਆ। ਮਤਲਬ ਕਿ ਆਪਣੇ ਜਿੰਨੇ ਰਾਜ ਉਨੀਆਂ ਉੱਚ ਅਦਾਲਤਾਂ ਨਹੀਂ ਹੈਗੀਆਂ, ਕਿਉਂਕਿ ਕਈ ਹੁਣ ਪੰਜਾਬ ਅਤੇ ਹਰਿਆਣੇ ਦੀ ਇੱਕ ਉੱਚ ਅਦਾਲਤ ਆ, ਕਈ ਅਲੱਗ-ਅਲੱਗ ਸਟੇਟਾਂ ਦੀਆਂ ਇੱਕ ਅਦਾਲਤਾਂ ਬਣਾਈਆਂ। ਭਾਰਤ ਵਿੱਚ ਦੋਹਰੀ ਨਾਗਰਿਕਤਾ, ਇਹ ਵੀ ਬਿਲਕੁਲ ਗਲਤ ਆ। ਭਾਰਤ ਦਾ ਸੁਪਰੀਮ ਕੋਰਟ ਸੰਸਦ ਦੇ ਅਧੀਨ ਆ, ਬਿਲਕੁਲ ਗਲਤ ਆ। ਭਾਰਤ ਵਿੱਚ ਏਕੀਕ੍ਰਿਤ ਨਿਆਇਕ ਪ੍ਰਬੰਧ ਆ, ਬਿਲਕੁਲ ਉੱਤਰ ਕੀ ਆਪਣਾ ਸਹੀ ਬਣ ਜੂਗਾ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ, ਕਿਉਂਕਿ ਭਾਰਤ ਵਿੱਚ ਇੱਕੋ ਜਿਹਾ ਕਾਨੂੰਨ ਆ, ਇੱਕੋ ਜਿਹੇ ਨਿਆਂ ਪ੍ਰਣਾਲੀ ਆ। ਸੋ ਉੱਤਰ ਕੀ ਹੋ ਜੂ, ਡੀ ਇਜ਼ ਦਾ ਰਾਈਟ ਆਨਸਰ। ਸੋ ਹੇਠ ਲਿਖਿਆਂ ਵਿੱਚੋਂ ਭਾਰਤੀ ਧਰਮ ਨਿਰਪੇਖਤਾ ਦੀ ਪ੍ਰਕਿਰਤੀ ਦੱਸਣ ਲਈ ਸਹੀ ਆ। ਹਰ ਸਟੇਟ ਦਾ ਲੋੜ ਅਨੁਸਾਰ ਆਪਣਾ ਧਰਮ ਹੋਵੇ। ਸਟੇਟ ਨੂੰ ਅਲਪਸੰਖਿਅਕਾਂ ਨੂੰ ਸਲਾਉਣਾ ਚਾਹੀਦਾ ਗਾ। ਰਾਜ ਅਤੇ ਧਰਮ ਬਿਲਕੁਲ ਅਲੱਗ-ਅਲੱਗ ਹੋਣੇ ਚਾਹੀਦੇ ਆ। ਰਾਜ ਇਸ ਤਰ੍ਹਾਂ ਦਾ ਹੋਵੇ ਜੋ ਕਿ ਧਰਮਾਂ ਨਾਲ ਉਚਿਤ ਦੂਰੀ ਰੱਖੇ ਅਤੇ ਦਖਲ ਅੰਦਾਜ਼ੀ ਵੀ ਕਰੇ।
ਮਤਲਬ ਕਿ ਇਹਦਾ ਉੱਤਰ ਹੋ ਜਾਊਗਾ ਡੀ। ਸਹੀ ਹੈ ਇਹ ਬਿਲਕੁਲ, ਕਿਉਂਕਿ ਰਾਜ ਆ ਜਿਹੜਾ ਮਤਲਬ ਕਿ ਧਰਮਾਂ ਨਾਲ ਤਾਂ ਉਚਿਤ ਦੂਰੀ ਵੀ ਰੱਖੇ ਅਤੇ ਉਹਨਾਂ ਦੀ ਮਤਲਬ ਕਿ ਦਖਲ ਅੰਦਾਜ਼ੀ ਵੀ ਕਰ ਸਕਦਾ ਗਾ। ਸੋ ਉੱਤਰ ਕੀ ਹੈਗਾ, ਡੀ ਇਜ਼ ਦਾ ਰਾਈਟ ਆਨਸਰ। ਧਰਮ ਨਿਰਪੱਖਤਾ ਧਰਮ ਅਤੇ ਵਿਚਾਰਾਂ ਦੀ ਉਦਾਸੀਨਤਾ ਜਾਂ ਅਸਵੀਕਾਰ ਜਾਂ ਬੇਦਖਲੀ ਹੈਗਾ। ਭਾਰਤ ਵਿੱਚ ਧਰਮ ਨਿਰਪੱਖਤਾ ਧਰਮ ਤੋਂ ਵੱਖਰੀ ਨਹੀਂ ਹੈ, ਸਗੋਂ ਰਾਜ ਦੇ ਸਾਰੇ ਧਰਮਾਂ ਨੂੰ ਇੱਕੋ ਜਿਹਾ ਦੇਖਦਾ। ਕਿਉਂਕਿ ਕੀ ਹੈਗਾ, ਹੁਣ ਹਰ ਇੱਕ ਪੰਜਾਬ 'ਚ ਤੁਸੀਂ ਦੇਖ ਲਓ ਹਰ ਇੱਕ ਧਰਮਾਂ ਦੇ ਲੋਕ ਰਹਿੰਦੇ ਆ, ਸਿੱਖ ਈਸਾਈ ਮੁਸਲਿਮ ਹਿੰਦੂ ਹਰ ਇੱਕ ਰਹਿੰਦੇ ਹੈਗੇ। ਕੀ ਹੈਗਾ ਉਹ ਸਟੇਟ ਉਹੀ ਹੈਗੀ ਜੋ ਕਿ ਸਾਰੇ ਧਰਮਾਂ ਨੂੰ ਇੱਕ ਬਰਾਬਰ ਸਮਝੇ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਸ ਨੂੰ ਲੋਕਤੰਤਰਿਕ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਮਤਲਬ ਕਿ ਕਹਿੰਦੇ ਹੈਗੇ। ਇਹ ਲੋਕਾਂ ਲਈ ਸਰਕਾਰ ਹੈ, ਇਹ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਹੈ ਜੋ ਕਿ ਉਹਨਾਂ ਲਈ ਫੈਸਲੇ ਲੈਂਦੀ ਹੈ, ਧਰਮ ਨਿਰਪੱਖਤਾ ਨੂੰ ਬਣਾਏ ਲਈ ਵਚਨਬੱਧ ਹੈ, ਜਾਂ ਇਹ ਸਮਾਜ ਵਿੱਚ ਖੁਸ਼ਹਾਲੀ ਲਿਆਉਣ ਲਈ ਵਚਨਬੱਧ ਹੈ। ਬਿਲਕੁਲ ਇਹ ਲੋਕਾਂ ਦੀ ਚੁਣੀ ਹੋਈ ਸਰਕਾਰ ਆ ਗਈ। ਸੋ ਇਹ ਕੀ ਕਰਦੀ ਹੈਗੀ, ਫੈਸਲੇ ਕਰਦੀ ਹੈਗੀ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਕਿਹੜੀਆਂ ਕਦਰਾਂ ਕੀਮਤਾਂ ਨੇਕਤਾ ਦੇ ਪੱਖ ਵਿੱਚ ਨਹੀਂ ਹੁੰਦੀਆਂ। ਬਹੁ ਸੰਸਕ੍ਰਿਤੀਵਾਦ, ਧਾਰਮਿਕ ਆਜ਼ਾਦੀ, ਅਲਪ ਸੰਖਿਅਕ ਅਧਿਕਾਰ ਜਾਂ ਦੂਜੇ ਧਰਮਾਂ ਲਈ ਆਦਰ ਭਾਵ ਨਾ ਰੱਖਣਾ। ਸੋ ਕੀ ਹੈਗਾ, ਦੂਜੇ ਧਰਮਾਂ ਲਈ ਆਦਰ ਭਾਵ ਨਾ ਰੱਖਣਾ ਇਹ ਨੇਕਤਾ ਦੇ ਪੱਖ ਵਿੱਚ ਨਹੀਂ ਆਉਂਦੀਆਂ। ਸੋ ਸਾਰੇ ਧਰਮਾਂ ਲਈ ਆਦਰ ਹੋਣਾ ਚਾਹੀਦਾ ਗਾ, ਹਰ ਇੱਕ ਧਰਮ ਬਰਾਬਰ ਹੈਗਾ। ਯੋਜਨਾ ਆਯੋਗ ਦਾ ਮੁਖੀ ਕੌਣ ਹੁੰਦਾ। ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਵਿੱਤ ਮੰਤਰੀ ਜਾਂ ਉਪ ਪ੍ਰਧਾਨ ਮੰਤਰੀ। ਸੋ ਯੋਜਨਾ ਆਯੋਗ ਦਾ ਪਲੈਨਿੰਗ ਕਮਿਸ਼ਨ ਦਾ ਪ੍ਰਧਾਨ ਹੁੰਦਾ ਗਾ ਜੋ ਕਿ ਪ੍ਰਧਾਨ ਮੰਤਰੀ ਇਹਦਾ ਮੁਖੀ ਹੁੰਦਾ ਗਾ। ਸੋ ਇਹ ਕੀ ਹੈਗਾ, ਯੋਜਨਾ ਕਮਿਸ਼ਨ ਰਾਸ਼ਟਰੀ ਏਕਤਾ ਚੇਅਰ ਪ੍ਰਧਾਨ ਮੰਤਰੀ ਹੁੰਦਾ। ਰਾਸ਼ਟਰੀ ਏਕਤਾ ਕੌਂਸਲ ਦੀ ਸਥਾਪਨਾ 1961 'ਚ ਕੀਤੀ ਗਈ ਦੀ ਪਹਿਲੀ ਮੀਟਿੰਗ 1962 ਦੇ ਵਿੱਚ ਹੋਈ ਸੀਗੀ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜਾ ਰਾਲਸ ਦੇ ਨਿਆਂ ਦੇ ਸਿਧਾਂਤ ਲਈ ਸਹੀ ਆ। ਬਾਜ਼ਾਰ ਸਦਾ ਚੰਗਾ ਸਮਾਨ ਅਤੇ ਸੇਵਾ ਲੋਕਾਂ ਨੂੰ ਚੰਗੇ ਢੰਗ ਨਾਲ ਦਿੰਦੇ ਆ, ਹਰ ਕਿਸੇ ਨੂੰ ਉਹਦੀ ਯੋਗਤਾ ਦੇ ਅਨੁਸਾਰ ਜ਼ਰੂਰਤ ਅਨੁਸਾਰ ਦਿਓ, ਨਿਆਂ ਹਮੇਸ਼ਾ ਸਭ ਨੂੰ ਸਮਾਨਤਾ ਮਿਲਣੀ ਚਾਹੀਦੀ ਆ, ਵੰਡ ਦੀ ਪ੍ਰਕਿਰਿਆ ਵਿੱਚ ਸਭ ਤੋਂ ਜ਼ਿਆਦਾ ਲਾਭ ਸਮਾਜ ਦੇ ਤਰਸਯੋਗ ਵਰਗ ਲਈ ਹੋਣਾ ਚਾਹੀਦਾ ਗਾ। ਮਤਲਬ ਕਿ ਕੀ ਹੈਗਾ, ਵੰਡਣ ਦੀ ਪ੍ਰਕਿਰਿਆ ਸਭ ਤੋਂ ਵੱਧ ਲਾਭ ਸਮਾਜ ਦੇ ਤਰਸਯੋਗ ਵਾਲੀ ਹੋਣੀ ਚਾਹੀਦੀ ਹੈਗੀ। ਇਹਦੇ ਵਿੱਚ ਕੀ ਹੋ ਜੂ, ਆਪਣਾ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਹੇਠ ਲਿਖਿਆਂ ਸਤਰਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਹਨਾਂ ਨੂੰ ਉੱਤਰ ਦਿਓ। ਕਹਿੰਦਾ ਜੇਕਰ ਕੋਈ ਇੱਕ ਰਾਜ ਆ ਉਹਦੇ ਵਿੱਚ XYZ ਨੂੰ 8 ਨਿਰਵਾਚਨ ਖੇਤਰਾਂ ਵਿੱਚ ਵੰਡਿਆ, ਮਤਲਬ ਕਿ XYZ ਇੱਕ ਮਤਲਬ ਕਿ ਰਾਜ ਹੈਗਾ, ਜਿਵੇਂ ਕਿ ਸਪੋਜ਼ ਕਰੋ ਪੰਜਾਬ ਆ, ਇੱਥੇ 68 ਸੀਟਾਂ ਆ। ਸੋ ਉਹਨਾਂ ਦੇ ਵਿੱਚ ਇੱਕ ਪ੍ਰਤੀਨਿਧ ਚੁਣਿਆ ਜਾਂਦਾ, ਉਹ ਪ੍ਰਤੀਨਿਧ ਨੂੰ ਕੀ ਕਹਿੰਦੇ ਹੈਗੇ। ਸੰਸਦ ਦਾ ਮੈਂਬਰ ਕਹਿੰਦੇ ਆ, ਵਿਧਾਨ ਪਰਿਸ਼ਦ ਦਾ ਮੈਂਬਰ ਕਹਿੰਦੇ ਹੈਗੇ, ਵਿਧਾਨ ਸਭਾ ਦਾ ਮੈਂਬਰ ਕਹਿੰਦੇ ਹੈਗੇ, ਜਾਂ ਕੋਈ ਵੀ ਨਹੀਂ ਕਹਿੰਦੇ ਗੇ। ਸੋ ਕੀ ਹੈਗਾ, ਇਹਨਾਂ ਦੇ ਵਿੱਚੋਂ ਜੋ ਕਿ ਆਪਾਂ ਮੰਨ ਕੇ ਚੱਲੋ ਮੈਂਬਰ ਚੁਣਦੇ ਹੈਗੇ, ਉਹਨਾਂ 'ਚੋਂ ਪ੍ਰਤੀਨਿਧ ਆਪਣੇ ਚੁਣੇ ਹੋਏ ਮੈਂਬਰ ਅੱਗੇ ਉਹਨਾਂ ਨੂੰ ਚੁਣਦੇ ਆ ਅਤੇ ਉਹ ਕਾਹਦੇ ਮੈਂਬਰ ਬਣਦੇ ਹੈਗੇ, ਵਿਧਾਨ ਪਰਿਸ਼ਦ ਦੇ ਮੈਂਬਰ ਬਣਦੇ ਹੈਗੇ। ਜਿਵੇਂ ਕਿ ਹੁਣ ਪੰਜਾਬ 'ਚ ਇਕੱਲੀ ਕੀ ਹੈਗੀ, ਵਿਧਾਨ ਸਭਾ। 2 ਸਟੇਟਾਂ ਹੁੰਦੀਆਂ, 2 ਜਿਵੇਂ ਕਿ ਲੋਕ ਸਭਾ ਅਤੇ ਰਾਜ ਸਭਾ ਹੁੰਦੇ। ਕਈ ਰਾਜ ਅਜਿਹੇ ਹੈਗੇ ਜਿਨ੍ਹਾਂ 'ਚ ਵਿਧਾਨ ਪਰਿਸ਼ਦ ਵੀ ਹੁੰਦੀ ਹੈ ਅਤੇ ਵਿਧਾਨ ਸਭਾ ਵੀ ਹੁੰਦੀ ਹੈਗੀ। ਮਤਲਬ ਕਿ ਵਿਧਾਨ ਪਰਿਸ਼ਦ ਦੇ ਕੁੱਲ ਮੈਂਬਰ 5/6 ਸਿੱਧੇ ਤੌਰ 'ਤੇ ਚੁਣੇ ਜਾਂਦੇ, 1/6 ਕਿਹਦੇ ਦੁਆਰਾ ਨੋਮੀਨੇਟ ਕੀਤੇ ਜਾਂਦੇ ਹੈਗੇ, ਰਾਜਪਾਲ ਦੇ ਦੁਆਰਾ। ਨੈਕਸਟ, 71ਵੇਂ ਸੰਵਿਧਾਨ ਸੰਸ਼ੋਧਨ ਕਾਨੂੰਨ ਐਕਟ ਦੁਆਰਾ 1992 'ਚ ਹੇਠ ਲਿਖੀ ਕਿਹੜੀ ਭਾਸ਼ਾ ਭਾਰਤੀ ਸੰਵਿਧਾਨ ਵਿੱਚ ਸ਼ਾਮਲ ਨਹੀਂ ਕੀਤੀ ਗਈ ਸੀਗੀ। ਕੋਂਕਣੀ, ਮਣੀਪੁਰੀ, ਸਿੰਧੀ ਜਾਂ ਨੇਪਾਲੀ। ਸੋ ਸਿੰਧੀ ਕੀ ਹੈ, ਇਹ ਮਤਲਬ ਕਿ ਸ਼ਾਮਲ ਨਹੀਂ ਕੀਤੀ ਗਈ ਸੀਗੀ। 1992 ਦੇ 71ਵੇਂ ਅਮੈਂਡਮੈਂਟ ਦੇ ਵਿੱਚ ਸਿੰਧੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀਗਾ। ਸੋ ਕਿਹੜੀਆਂ ਕੀਤੀਆਂ ਗਈਆਂ ਸੀ, ਪਰ ਕੋਂਕਣੀ, ਮਣੀਪੁਰ ਅਤੇ ਨੇਪਾਲੀ ਨੂੰ 8ਵੀਂ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀਗਾ। ਸਿੰਧੀ ਨੂੰ 1967 ਦੇ 21ਵੇਂ ਸੋਧ ਐਕਟ ਦੁਆਰਾ 8ਵੀਂ ਅਨੁਸੂਚੀ ਵਿੱਚ ਸ਼ਾਮਲ ਕੀਤਾ ਗਿਆ। ਸੋ 2003 ਦੇ 92ਵੇਂ ਅਮੈਂਡਮੈਂਟ ਦੇ ਬੋਡੋ, ਡੋਗਰੀ, ਮੈਥਲੀ, ਸੰਥਾਲੀ ਨੂੰ 8ਵੀਂ ਅਨੁਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀਗਾ। ਨੈਕਸਟ, ਸੁਪਰੀਮ ਕੋਰਟ ਦੁਆਰਾ 1980 ਦੀ ਪਹਿਲ ਇੱਕ ਪ੍ਰਬੰਧ ਸਥਾਪਿਤ ਕੀਤਾ ਗਿਆ ਜੋ ਨਿਆਂ ਨੂੰ ਵਧਾਉਣ ਦੇ ਹੱਕ ਵਿੱਚ ਸੀ, ਅਤੇ ਉਹ ਸੂਚਨਾ ਦਾ ਅਧਿਕਾਰ, ਨਿਆਂਇਕ ਪੁਨਰ ਨਿਰੀਖਣ, ਜਨਤਕ ਜਾਚਕਾ ਜਾਂ ਨਿਆਂ ਕਾਰਜਸ਼ੀਲਤਾ। ਸੋ ਇਹ ਕੀ ਆ, ਜਨਹਿਤ ਜਾਚਕਾ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। 1980 ਦੇ ਦਹਾਕੇ ਵਿੱਚ ਸ਼ੁਰੂ ਦੇ ਵਿੱਚ ਭਾਰਤੀ ਸੁਪਰੀਮ ਕੋਰਟ ਨੇ ਨਿਆਂ ਤੱਕ ਪਹੁੰਚ ਨੂੰ ਵਧਾਉਣ ਲਈ
ਪਬਲਿਕ ਇੰਟਰਸਟ ਲਿਟੀਗੇਸ਼ਨ ਨਾਮਕ ਇੱਕ ਪ੍ਰਣਾਲੀ ਦੀ ਸਥਾਪਨਾ ਕੀਤੀ। ਸੋ PIL ਵਿਅਕਤੀਆਂ ਜਾਂ ਸੰਸਥਾਵਾਂ ਨੂੰ ਉਹਨਾਂ ਤਰਫੋਂ ਮੁਕੱਦਮਾ ਦਾਇਰ ਕਰਨ ਦੀ ਇਜਾਜ਼ਤ ਦਿੰਦਾ ਅਤੇ ਜਿਨ੍ਹਾਂ ਦੇ ਅਧਿਕਾਰ ਦੀ ਉਲੰਘਣਾ ਕੀਤੀ ਜਾ ਰਹੀ ਹੈਗੀ। ਨੈਕਸਟ, ਭਾਰਤ ਦਾ ਪ੍ਰਧਾਨ ਮੰਤਰੀ ਭਾਰਤ ਦੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਮੁਕਾਬਲੇ ਇੱਕ ਉੱਚ ਪਦ ਗ੍ਰਹਿਣ ਕਰਦਾ, ਕਿਉਂਕਿ ਪ੍ਰਧਾਨ ਮੰਤਰੀ ਦਾ ਦਫ਼ਤਰ ਸੰਵਿਧਾਨ ਦੀ ਦੇਣ ਹੈਗੀ। ਪ੍ਰਧਾਨ ਮੰਤਰੀ ਨੂੰ ਪਦ ਤੋਂ ਹਟਾਉਣ ਲਈ ਬ੍ਰਿਟੇਨ ਦੇ ਮਤਲਬ ਇਹ ਵੀ ਗਲਤ ਆ, ਉਹ ਦਫ਼ਤਰ ਦਾ ਖਤਮ ਨਹੀਂ ਬਿਲਕੁਲ ਕੀਤਾ ਜਾ ਸਕਦਾ। ਸਭ ਤੋਂ ਵੱਡਾ ਲੋਕਤੰਤਰਿਕ ਮੁੱਖ ਇਹ ਵੀ ਗਲਤ ਆ। ਸੋ ਉੱਤਰ ਕੀ ਹੋ ਜੂ ਆਪਣਾ ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਭਾਰਤੀ ਸਰਕਾਰ ਦੁਆਰਾ ਦਿੱਤੇ ਜਾਣ ਵਾਲੇ ਭਾਰਤ ਰਤਨ ਅਤੇ ਪਦਮ ਸ਼੍ਰੀ ਅਵਾਰਡ ਸ਼ਾਮਲ ਹੁੰਦੇ ਕਿਹੜੇ ਆਰਟੀਕਲ 'ਚ ਆਉਂਦੇ ਆ? 14, 18, 21 ਜਾਂ 25 ਦੇ ਵਿੱਚ। ਸੋ ਆਰਟੀਕਲ 18 ਦੇ ਅਕੋਰਡਿੰਗ ਭਾਰਤ ਦੇ ਮਤਲਬ ਕਿ ਭਾਰਤ ਰਤਨ ਨੂੰ ਇਹ ਦਿੱਤਾ ਜਾਂਦਾ ਕਿਹਦੇ ਦੁਆਰਾ? ਭਾਰਤੀ ਸਰਕਾਰ ਦੇ ਦੁਆਰਾ। ਸੋ ਭਾਰਤ ਰਤਨ ਅਤੇ ਪਦਮ ਸ਼੍ਰੀ ਭਾਰਤ ਦੇ ਸੰਵਿਧਾਨ ਦੇ ਆਰਟੀਕਲ 18 ਦੇ ਵਿੱਚ ਸ਼ਾਮਲ ਆ। ਆਰਟੀਕਲ 18 ਦੇ ਤਹਿਤ ਕੋਈ ਵੀ ਉਪਾਧੀ ਨਾ ਕਿ ਫੌਜੀ ਅਕਾਦਮਿਕ ਵਖਰੇਵੇਂ ਵਜੋਂ ਰਾਜ ਦੁਆਰਾ ਇਹ ਪ੍ਰਦਾਨ ਨਹੀਂ ਕੀਤਾ ਜਾਵੇਗਾ। ਸੋ ਭਾਰਤ ਦਾ ਕੋਈ ਵੀ ਨਾਗਰਿਕ ਕਿਸੇ ਵਿਦੇਸ਼ੀ ਰਾਜ ਤੋਂ ਉਪਾਧੀ ਸਵੀਕਾਰ ਮਤਲਬ ਕਿ ਸਟੇਟ ਤੋਂ ਮਤਲਬ ਕਿ ਆਪਣੇ ਦੇਸ਼ ਦੀ ਮਨਜ਼ੂਰੀ ਤੋਂ ਬਿਨਾਂ ਦੂਜੇ ਦੇਸ਼ ਦੇ ਵਿੱਚ ਕੋਈ ਵੀ ਆਪਣੀ ਸਰਕਾਰੀ ਉਪਾਧੀ ਆ ਜਾਂ ਕੋਈ ਹੋਈ ਵੀ ਹੈਗਾ ਉਹ ਅਪਲਾਈ ਨਹੀਂ ਕਰ ਸਕਦਾ ਹੈਗਾ। ਨੈਕਸਟ ਇਹ ਜੁਲਾਈ 2011 ਦੇ ਵਿੱਚ ਪੇਪਰ ਹੋਇਆ ਸੀਗਾ, ਮਤਲਬ ਕਿ ਜੇ ਕਿ ਲਾਸਟ ਪੇਪਰ ਆ ਇਹ। ਸੋ ਦੇਖਦੇ ਹਾਂ ਇਹ ਪਹਿਲਾ ਪ੍ਰਸ਼ਨ, ਜਵਾਹਰ ਲਾਲ ਨਹਿਰੂ ਦੀ ਮੌਤ ਪਿੱਛੋਂ ਪ੍ਰਧਾਨ ਮੰਤਰੀ ਕੌਣ ਬਣਿਆ ਸੀ? ਗੁਲਜ਼ਾਰੀ ਲਾਲ ਨੰਦਾ, ਮੁਰਾਰਜੀ ਦੇਸਾਈ, ਲਾਲ ਬਹਾਦਰ ਸ਼ਾਸਤਰੀ ਜਾਂ ਇੰਦਰਾ ਗਾਂਧੀ। ਸੋ ਐਕਟਿੰਗ ਪ੍ਰਾਈਮ ਮਿਨਿਸਟਰ ਬਣਿਆ ਸੀਗਾ ਇਹ ਕੌਣ ਬਣਿਆ ਸੀ? ਗੁਲਜ਼ਾਰੀ ਲਾਲ ਨੰਦਾ। ਬਹੁਤੇ ਕੀ ਕਰਨਗੇ ਲਾਲ ਬਹਾਦਰ ਸ਼ਾਸਤਰੀ, ਪਰ ਕਰੰਟ ਬਾਅਦ ਤਾਂ ਕੌਣ ਬਣਿਆ ਸੀਗਾ? ਗੁਲਜ਼ਾਰੀ ਲਾਲ ਨੰਦਾ ਹੀ ਬਣਿਆ ਸੀਗਾ, ਜੋ ਕਿ ਐਕਟਿੰਗ ਪ੍ਰਾਈਮ ਮਿਨਿਸਟਰ ਬਣਿਆ ਸੀਗਾ ਕਾਰਜਕਾਰੀ। 1964 ਦੇ ਵਿੱਚ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਦੇਹਾਂਤ ਤੋਂ ਬਾਅਦ ਇਹ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਸੀ। ਸੋ ਲਾਲ ਬਹਾਦਰ ਸ਼ਾਸਤਰੀ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 13 ਦਿਨ ਤੱਕ ਪ੍ਰਧਾਨ ਮੰਤਰੀ ਰਹੇ। 1966 ਵਿੱਚ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਤੋਂ ਬਾਅਦ ਉਹ ਦੁਬਾਰਾ ਪ੍ਰਧਾਨ ਮੰਤਰੀ ਬਣੇ। ਸੋ 1997 ਦੇ ਵਿੱਚ ਭਾਰਤ ਰਤਨ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਸੋ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਕੌਣ ਆ? ਇੰਦਰਾ ਗਾਂਧੀ। ਨੈਕਸਟ, ਮੌਜੂਦਾ ਜਿਹੜੀ ਕਿ ਕਰੰਟ 'ਚ ਲੋਕ ਸਭਾ ਦੀਆਂ ਹੁਣ ਵੋਟਾਂ ਪਈਆਂ ਸੀ ਉਹ ਕਿੰਨਵੇਂ ਨੰਬਰ ਦੀਆਂ ਸੀ? 14ਵੇਂ ਦੀਆਂ, 15, 17 ਜਾਂ 18। ਸੋ ਜਿਹੜੀਆਂ ਮੌਜੂਦਾ ਬਣੀਆਂ ਸੀ ਉਹ 2011 ਦੇ ਪੇਪਰ ਉਦੋਂ ਤਾਂ ਘੱਟ ਹੋਊਗਾ, ਪਰ ਹੁਣ ਕਰੰਟ ਦੇ ਵਿੱਚ ਕਿਹੜੀਆਂ ਹੋਈਆਂ ਵੋਟਾਂ ਪਈਆਂ ਸੀਗੀਆਂ? ਇਹ 18ਵੀਂ ਲੋਕ ਸਭਾ ਦੀਆਂ ਵੋਟਾਂ ਪਈਆਂ ਸੀਗੀਆਂ। ਨੈਕਸਟ, ਭਾਰਤ ਵਿੱਚ ਮੂਲ ਅਧਿਕਾਰ ਕਾਹਦੇ ਲਈ ਡਿਜ਼ਾਈਨ ਕੀਤੇ ਗਏ ਸੀ? ਕਹਿੰਦੇ ਮਨੁੱਖਾਂ ਦੇ ਅਧਿਕਾਰ ਨੂੰ ਯਕੀਨੀ ਬਣਾਉਣ ਲਈ, ਇਹ ਯਕੀਨੀ ਬਣਾਉਣ ਲਈ ਕਿ ਕੀ ਸਾਰੇ ਭਾਰਤੀ ਭਾਰਤ ਦੇ ਨਾਗਰਿਕਾਂ ਵਜੋਂ ਆਪਣਾ ਜੀਵਨ ਸ਼ਾਂਤੀ ਅਤੇ ਇਕਸੁਰਤਾ ਨਾਲ ਬਤੀਤ ਕਰ ਸਕਣ, ਆਜ਼ਾਦੀ ਦੀ ਸੁਰੱਖਿਆ ਲਈ ਜਾਂ ਸੁਤੰਤਰਤਾ ਦੀ ਸੁਰੱਖਿਆ ਲਈ। ਸੋ ਕੀ ਹੈਗਾ ਇਹ ਜਿਹੜਾ ਕਿ ਡਿਜ਼ਾਈਨ ਕੀਤਾ ਗਿਆ ਸੀਗਾ ਭਾਰਤ ਦਾ ਮੂਲ ਅਧਿਕਾਰ, ਇਹ ਕਿ ਯਕੀਨੀ ਬਣਾਉਣ ਲਈ ਕਿ ਸਾਰੇ ਭਾਰਤ ਦੇ ਨਾਗਰਿਕਾਂ ਵਜੋਂ ਆਪਣੀ ਜੀਵਨ ਸ਼ਾਂਤੀ ਅਤੇ ਇਕਸਾਰਤਾ ਨਾਲ ਬਤੀਤ ਕਰ ਸਕਣ। ਆਪਸ਼ਨ ਬੀ ਕੀ ਹੋ ਜੂ? ਸਹੀ ਉੱਤਰ ਹੋ ਜੂਗਾ। ਸੋ ਕੀ ਹੈਗਾ ਭਾਰਤ ਵਿੱਚ ਮੌਲਿਕ ਅਧਿਕਾਰਾਂ ਨੂੰ ਯਕੀਨੀ ਬਣਾਉਣ ਲਈ ਇਹ ਤਿਆਰ ਕੀਤਾ ਗਿਆ ਸੀਗਾ। ਸੋ ਇਹ ਨਾਗਰਿਕਾਂ ਵਜੋਂ ਸ਼ਾਂਤੀ ਅਤੇ ਸਦਭਾਵਨਾ ਨਾਲ ਆਪਣੀ ਜ਼ਿੰਦਗੀ ਜੀ ਸਕਣ। ਸੋ ਆਰਟੀਕਲ 12 ਤੋਂ 35 ਦੇ ਵਿੱਚ ਦਰਜ ਆ ਕਿਹੜੇ ਦੇਸ਼ ਤੋਂ ਅਡੋਪਟ ਕੀਤੇ ਗਏ ਹੈਗੇ? USA ਤੋਂ ਕੀਤੇ ਗਏ ਹੈਗੇ। ਮਤਲਬ ਕਿ ਕੀ ਆ? ਬਰਾਬਰੀ ਦਾ ਅਧਿਕਾਰ ਹੋ ਗਿਆ, ਜਿਵੇਂ ਕਾਨੂੰਨ ਦੇ ਸਾਹਮਣੇ ਸਾਰੇ ਕੀ ਆ? ਬਰਾਬਰ ਆ, ਵਿਤਕਰੇ ਦੀ ਮਨਾਹੀ, ਰੁਜ਼ਗਾਰ ਵਿੱਚ ਮੌਕੇ ਬਰਾਬਰ ਮਿਲਣੇ ਹੈਗੇ। ਸੋ ਬੋਲਣ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਹੈਗਾ। ਇਸ ਵਿੱਚ ਇਕੱਠੇ ਹੋਣ, ਸੰਗਤ ਕਰਨ ਜਾਂ ਜਾਣ ਦਾ ਅਧਿਕਾਰ ਸ਼ਾਮਲ ਹੈਗਾ, ਜਿਵੇਂ ਕਿ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਹੋ ਗਿਆ, ਜਬਰੀ ਮਜ਼ਦੂਰੀ, ਬਾਲ ਮਜ਼ਦੂਰੀ, ਮਨੁੱਖੀ ਤਸਕਰੀ ਦੀ ਮਨਾਹੀ ਹੋ ਗਈ। ਸੋ ਜ਼ਮੀਰ ਦੀ ਆਜ਼ਾਦੀ ਦਾ ਅਧਿਕਾਰ, ਇਹ ਧਰਮ ਦਾ ਅਭਿਆਸ ਅਤੇ ਪ੍ਰਚਾਰ ਕਰਨ ਦਾ ਅਧਿਕਾਰ ਇਹਦੇ 'ਚ ਸ਼ਾਮਲ ਹੈਗਾ। ਨੈਕਸਟ, ਸੰਪੱਤੀ ਦਾ ਅਧਿਕਾਰ ਕੀ ਹੈਗਾ? ਸੋ ਸੰਪੱਤੀ ਦਾ ਅਧਿਕਾਰ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ, ਆਰਟੀਕਲ 300A ਦੇ ਅਕੋਰਡਿੰਗ ਇਹ ਕੀ ਬਣਾਤਾ ਸੀਗਾ? ਕਾਨੂੰਨੀ ਅਧਿਕਾਰ ਬਣਾਤਾ ਸੀਗਾ। ਆਪਸ਼ਨ ਸੀ ਕੀ ਹੋ ਜੂ? ਇਹ ਆਪਣਾ ਸਹੀ ਉੱਤਰ ਹੋ ਜੂਗਾ। ਭਾਰਤ ਵਿੱਚ JPC ਦਾ ਮਤਲਬ ਕੀ ਹੈਗਾ? JPC ਦਾ ਪੂਰਾ ਮਤਲਬ ਕੀ ਹੈ? ਮਤਲਬ ਕਿ ਫੁੱਲ ਫਾਰਮ ਪੁੱਛੀ ਹੈਗੀ, ਜੁਆਇੰਟ ਪਾਰਲੀਮੈਂਟਰੀ ਕਮੇਟੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ।
ਸੋ ਇਹ JPC ਦਾ ਅਰਥ ਸੰਸਦੀ ਕਮੇਟੀ ਹੁੰਦੀ ਹੈਗੀ। ਇਸ ਦੁਆਰਾ ਕਿਸੇ ਖਾਸ ਜਾਂ ਬਿੱਲ ਦੀ ਜਾਂਚ ਕਰਨ ਜਾਂ ਖਾਸ ਮੁੱਦੇ ਦੀ ਜਾਂਚ ਕਰਨ ਦੁਆਰਾ ਬਣਾਈ ਹੁੰਦੀ ਆ। ਐਡਹੌਕ ਕਮੇਟੀ ਹੁੰਦੀ ਹੈ। JPC ਦਾ ਗਠਨ ਅਕਸਰ ਵਿੱਤੀ ਦੁਰਵਿਵਹਾਰ ਜਾਂ ਭ੍ਰਿਸ਼ਟਾਚਾਰ ਦੇ ਦੋਹਾਂ ਨਾਲ ਜੁੜਿਆ ਹੁੰਦਾ ਗਾ। ਉਦਾਹਰਨ ਲਈ 2024 'ਚ ਵਾਕਿਫ ਸੋਧ ਬਿੱਲ 2024 ਦੀ ਸਮੀਖਿਆ ਲਈ 31 ਮੈਂਬਰੀ JPC ਦਾ ਗਠਨ ਕੀਤਾ ਗਿਆ ਸੀ। ਸੋ ਲੋਕ ਸਭਾ ਦੇ ਆਰਟੀਕਲ 21 ਅਤੇ ਰਾਜ ਸਭਾ ਦੇ 10 ਮੈਂਬਰ। ਸੋ ਲੋਕ ਸਭਾ ਦੇ 21 ਅਤੇ ਰਾਜ ਸਭਾ ਦੇ 10 ਮੈਂਬਰਾਂ ਦੀ ਇਹ ਬਣੀ ਹੁੰਦੀ ਹੈਗੀ। ਸੋ ਸੰਵਿਧਾਨ ਦੇ ਆਰਟੀਕਲ 370 ਕਿਹਦੇ ਨਾਲ ਰਿਲੇਟਡ ਹੈ? ਇਹ ਕਿਹਦੇ ਨਾਲ ਰਿਲੇਟਡ ਹੈਗਾ? ਜੰਮੂ ਕਸ਼ਮੀਰ ਦੇ ਨਾਲ ਰਿਲੇਟਡ ਹੈਗਾ। ਸੋ 370 ਕੀ ਹੈਗਾ? ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਪ੍ਰਾਪਤ ਕਰਦਾ ਸੀ। ਖੁਦ ਦਾ ਝੰਡਾ ਸੀਗਾ, ਖੁਦ ਹੀ ਖੁਦ ਮੁਖਤਿਆਰੀ ਦਾ ਇਹ ਅਧਿਕਾਰ ਦਾ ਇੱਕ ਸਬੂਤ ਸੀਗਾ ਦਿੰਦਾ ਆਰਟੀਕਲ। ਪਰ ਕੀ ਹੋਇਆ, ਇਹ 2019 ਦੇ ਵਿੱਚ ਇਹਨੂੰ ਕੀ ਕਰਤਾ ਸੀਗਾ, ਸੰਸਦ ਦੀ ਮਨਜ਼ੂਰੀ ਦੇ ਨਾਲ ਇਹਨੂੰ ਖਤਮ ਕਰਤਾ ਸੀਗਾ। ਸੋ 2023 ਦੇ ਵਿੱਚ ਸੁਪਰੀਮ ਕੋਰਟ ਨੇ ਇਹਨੂੰ ਆਪਦਾ ਬਰਕਰਾਰ ਫੈਸਲੇ ਨੂੰ ਰੱਖਿਆ ਸੀਗਾ। ਨੈਕਸਟ, ਲੋਕ ਅਦਾਲਤ ਕੀ ਹੈਗਾ? ਸਭ ਨਾਲੋਂ ਉੱਪਰ ਆ ਸਮਝੌਤੇ ਜਾਂ ਨਿਪਟਾਰੇ ਲਈ ਹੈਗਾ, ਝਗੜਿਆਂ ਦੇ ਨਿਪਟਾਰੇ ਲਈ ਹੈਗਾ, ਵਕਤ ਨੂੰ ਘਟਾ ਸਕਦੀ ਆ, ਲੋਕਾਂ ਲਈ ਵੱਲੋਂ ਚਲਾਈ ਗਈ ਇਹ ਇੱਕ ਅਦਾਲਤ ਆ। ਲੋਕ ਅਦਾਲਤ ਕੀ ਆ? ਸਮਝੌਤੇ ਜਾਂ ਨਿਪਟਾਰੇ ਲਈ ਝਗੜਿਆਂ ਦਾ ਸਮਾਪਨ ਕਰਨ ਵਾਲੀ ਇਹ ਕੀ ਹੈਗੀ? ਅਦਾਲਤ ਆ ਗਈ। ਨੈਕਸਟ, ਭਾਰਤ ਦੇ ਲੋਕਾਂ ਦੀ ਭਾਸ਼ਾਈ ਪ੍ਰਦੇਸ਼ਾਂ ਵਿੱਚ ਵੰਡ ਦੇ ਸਿਧਾਂਤ 'ਤੇ ਆਧਾਰਿਤ ਸੀ। ਮਤਲਬ ਕਿ ਭਾਰਤ ਦੀ ਜਿਹੜੀ ਲੋਕਾਂ ਦੀ ਭਾਸ਼ਾਈ ਪ੍ਰਦੇਸ਼ ਹੈ ਕਿਹੜੇ ਸਿਧਾਂਤ 'ਤੇ ਆਧਾਰਿਤ ਹੈਗੀ? ਸੋ ਇਹ ਜੋ ਆਧਾਰਿਤ ਆ ਇਹ ਕਹਿੰਦੀ ਹੈਗੀ ਇਹ ਸਾਰੀ ਹੈਗੀ ਲੋਕਾਂ ਨੂੰ ਉਹਨਾਂ ਦੀ ਭਾਸ਼ਾ ਮਤਲਬ ਕਿ ਪ੍ਰਸ਼ਾਸਨ ਦੇਣ ਦਾ ਕੰਮ ਕਰਦੀ ਆ। ਸਥਾਨਕ ਭਾਸ਼ਾਵਾਂ ਦੀ ਵਰਤੋਂ ਪ੍ਰਸ਼ਾਸਨ ਨੂੰ ਸੌਖਾ ਬਣਾਉਂਦੀ ਆ। ਇੱਕ ਮਹੱਤਵਪੂਰਨ ਬੰਧਨ ਆ ਜੋ ਕਿ ਲੋਕਾਂ ਨੂੰ ਜੋੜ ਕੇ ਰੱਖਦੇ। ਇਸ ਕਰਕੇ ਕੀ ਹੋ ਜੂ? ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੀ ਆ? ਰੋਜੀ ਕਮਾਉਣਾ ਕੀ ਹੈਗਾ? ਮਤਲਬ ਕਿ ਆਪਾਂ ਰੋਜੀ ਰੋਟੀ ਕਮਾਉਣਾ ਕਹਿੰਦੇ ਆ। ਸਰਕਾਰ ਵੱਲੋਂ ਸਾਨੂੰ ਦਿੱਤਾ ਗਿਆ ਅਧਿਕਾਰ ਆ, ਰੱਬੀ ਅਧਿਕਾਰ ਆ, ਅਦਾਲਤਾਂ ਵੱਲੋਂ ਦਿੱਤਾ ਗਿਆ ਅਧਿਕਾਰ ਆ ਜਾਂ ਇੱਕ ਮੂਲ ਅਧਿਕਾਰ ਹੈਗਾ। ਸੋ ਰੋਜੀ ਰੋਟੀ ਕਮਾਉਣਾ ਕੀ ਹੈ? ਇੱਕ ਮੂਲ ਅਧਿਕਾਰ ਹੈਗਾ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਰੋਜੀ ਰੋਟੀ ਕਮਾਉਣਾ ਭਾਰਤ ਦਾ ਇੱਕ ਮੌਲਿਕ ਅਧਿਕਾਰ ਹੈਗਾ। ਭਾਰਤ ਦੇ ਸੰਵਿਧਾਨ ਦੇ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈਗਾ। ਆਰਟੀਕਲ 21 ਦੇ ਅਨੁਸਾਰ ਇਹ ਦੱਸਦਾ ਹੈਗਾ ਕਿ ਰੋਜੀ ਰੋਟੀ ਢੁਕਵੇਂ ਸਾਧਨਾਂ ਦਾ ਅਧਿਕਾਰ ਹੈਗਾ। ਸੋ ਜੀਵਨ ਵਿੱਚ ਕੰਮ ਕਰਨ ਦਾ ਅਧਿਕਾਰ ਰੋਜੀ ਰੋਟੀ ਕਮਾਉਣ ਦਾ ਇੱਕ ਅਧਿਕਾਰ ਹੈਗਾ। ਉਲਗਾ ਟੇਲਸ ਬਨਾਮ ਬੰਬੇ ਨਗਰ ਨਿਗਮ 1985 ਵਿੱਚ ਕਿਸ ਅਦਾਲਤ ਨੇ ਆਰਟੀਕਲ 21 ਦੇ ਤਹਿਤ ਰੋਜੀ ਰੋਟੀ ਦੇ ਅਧਿਕਾਰ ਨੂੰ ਜੀਵਨ ਦੇ ਅਧਿਕਾਰ ਦਾ ਇੱਕ ਅਣਖੜਵਾਂ ਅੰਗ ਬਣਾਇਆ ਗਾ? ਸੋ ਉੱਤਰ ਕੀ ਹੋ ਜੂ? ਆਪਣਾ ਡੀ ਇਜ਼ ਦਾ ਰਾਈਟ ਆਨਸਰ। ਕਰਾਦਾਨ ਜਿਵੇਂ ਕਿ ਆਮਦਨੀ ਕਰ, ਆਬਕਾਰੀ, ਚੁੰਗੀ, ਮਾਲਗੁਜ਼ਾਰੀ ਆਦਿ ਦੇ ਰੂਪ ਵਿੱਚ ਸਰਕਾਰ ਦੁਆਰਾ ਪ੍ਰਾਪਤ ਸਾਰੀ ਆਮਦਨੀ ਬਣਾਉਂਦੀ ਆ। ਭਾਰਤ ਸਰਕਾਰ, ਆਕਸਮਿਕਤਾ ਫੰਡ, ਭਾਰਤ ਸੰਚਿਤ ਫੰਡ ਜਾਂ ਉਪਰੋਕਤ ਸਾਰੇ ਹੀ। ਸੋ ਇਹ ਕੀ ਆ? ਭਾਰਤ ਦਾ ਸੰਚਿਤ ਫੰਡ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਭਾਰਤ ਦੀ ਸੰਸਦੀ ਪ੍ਰਣਾਲੀ ਕਿਹੜੇ ਸਿਧਾਂਤ ਉੱਪਰ ਆਧਾਰਿਤ ਹੈਗੀ? ਬਹੁਗਿਣਤੀ ਵੋਟਾਂ ਦੀ ਚੋਣ ਪ੍ਰਣਾਲੀ, ਅਨੁਪਾਤਕ ਪ੍ਰਤੀਨਿਧਤਾ, ਬਹੁਗਿਣਤੀ ਵੋਟ ਜਾਂ ਲੋਕ ਪ੍ਰਚਲਿਤ ਲੋਕਤੰਤਰ। ਸੋ ਭਾਰਤ ਦੀ ਜਿਹੜੀ ਸੰਸਦੀ ਪ੍ਰਣਾਲੀ ਹੈ ਇਹ ਕਾਹਦੇ ਨਾਲ ਹੈਗੀ? ਬਹੁਗਿਣਤੀ ਵੋਟਾਂ ਦੀ ਚੋਣ ਪ੍ਰਣਾਲੀ ਦੇ ਉੱਪਰ ਆਧਾਰਿਤ ਹੈਗੀ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਪ੍ਰਸਾਰ ਭਾਰਤੀ ਕੀ ਹੈਗਾ? ਭਾਰਤ ਦਾ ਲੋਕ ਸੇਵਾ ਪ੍ਰਸਾਰਣ NGO ਆ, TV ਸੰਗਠਨ ਆ ਜਾਂ ਰੇਡੀਓ ਸੰਗਠਨ ਹੈਗਾ। ਸੋ ਪ੍ਰਸਾਰ ਭਾਰਤੀ ਕੀ ਹੈਗਾ? ਭਾਰਤੀ ਦਾ ਲੋਕ ਸੇਵਾ ਕੀ ਹੈ? ਇਹ ਪ੍ਰਸਾਰਣ ਹੈਗਾ। ਪ੍ਰਸਾਰ ਖੁਦ ਮੁਖਤਿਆਰ ਸੰਸਥਾ ਹੈਗੀ। ਆਲ ਇੰਡੀਆ ਰੇਡੀਓ ਜਿਵੇਂ ਕਿ ਦੂਰਦਰਸ਼ਨ ਦੋਨੇ ਸ਼ਾਮਲ ਆ ਗਏ। ਹੁਣ ਤਾਂ ਦੂਰਦਰਸ਼ਨ ਨੂੰ ਮੈਨੂੰ ਲੱਗਦਾ ਕਿਸੇ ਨੇ ਦੇਖਿਆ ਹੀ ਨਹੀਂ ਹੁਣ ਅੱਜ ਦੇ ਸਮੇਂ 'ਚ। ਪਹਿਲਾਂ ਦੂਰਦਰਸ਼ਨ ਚੈਨਲ ਚੱਲਦਾ, ਹੁਣ ਵੀ ਚੱਲਦਾ ਵੈਸੇ ਤਾਂ। ਉਹਨੂੰ ਮੈਨੂੰ ਨਹੀਂ ਲੱਗਦਾ ਗਾ ਸਿਰਫ 0.1% ਕੋਈ ਦੇਖਦਾ ਹੋਊਗਾ, ਨਹੀਂ ਅਦਰਵਾਈਜ਼ ਇਹ ਚੈਨਲ ਨੂੰ ਕੋਈ ਨਹੀਂ ਦੇਖਦਾ ਗਾ। ਸੋ ਇਹ ਸਟਾਰਟਿੰਗ ਦਾ ਆਪਣਾ ਦੂਰ ਸੰਚਾਰ ਚੈਨਲ ਸੀਗਾ। ਸੋ 1997 ਦੇ ਵਿੱਚ ਇਹ ਹੋਂਦ ਦੇ ਵਿੱਚ ਆਇਆ ਸੀਗਾ। ਨੈਕਸਟ, ਨਾਰੀਵਾਦ ਕਿਸ ਵੱਲ ਸੰਕੇਤ ਕਰਦਾ ਗਾ? ਇੱਕ ਵਿਚਾਰਧਾਰਾ ਕਿ ਔਰਤਾਂ ਨੂੰ ਬਰਾਬਰ ਸਮਝਣਾ ਚਾਹੀਦਾ, ਇੱਕ ਵਿਚਾਰਧਾਰਾ ਔਰਤਾਂ ਨੂੰ ਸ਼ਾਸਨ ਕਰਨਾ ਚਾਹੀਦਾ, ਇੱਕ ਵਿਚਾਰਧਾਰਾ ਪੁਰਸ਼ਾਂ ਨੂੰ ਸ਼ਾਸਨ ਕਰਨਾ ਚਾਹੀਦਾ ਗਾ, ਇੱਕ ਵਿਚਾਰਧਾਰਾ ਕਿ ਔਰਤਾਂ ਨੂੰ ਪੁਰਸ਼ਾਂ ਨਾਲੋਂ ਵਧੇਰੇ ਮੌਕੇ ਪ੍ਰਾਪਤ ਕਰਨੇ ਚਾਹੀਦੇ ਹੈਗੇ। ਸੋ ਨਾਰੀਵਾਦ ਕੀ ਕਹਿੰਦਾ? ਇਹ ਕਹਿੰਦਾ ਔਰਤਾਂ ਨੂੰ ਬਰਾਬਰ ਸਮਝਣਾ ਚਾਹੀਦਾ ਗਾ। ਹੁਣ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਔਰਤ ਮਰਦ ਦੇ ਬਰਾਬਰ ਹੈਗੀ। ਔਰਤ ਮਤਲਬ ਕਿ ਕੁਛ ਵੀ ਕਰ ਸਕਦੀ ਹੈਗੀ। ਨੈਕਸਟ, ਭਾਰਤ ਦੇ ਚੀਫ ਜਸਟਿਸ ਦੀ ਨਿਯੁਕਤੀ ਕੌਣ ਕਰਦਾ? ਪ੍ਰਧਾਨ ਮੰਤਰੀ, ਭਾਰਤ ਦੀ ਸੰਸਦ, ਰਾਸ਼ਟਰਪਤੀ ਜਾਂ ਲੋਕ ਸਭਾ। ਸੋ ਭਾਰਤ ਦੇ ਚੀਫ ਜਸਟਿਸ ਦੀ ਨਿਯੁਕਤੀ ਕੌਣ ਕਰਦਾ? ਭਾਰਤ ਦਾ ਰਾਸ਼ਟਰਪਤੀ।
ਆਰਟੀਕਲ 124 ਦੇ ਤਹਿਤ ਰਾਸ਼ਟਰਪਤੀ ਕੀ ਕਰਦਾ, ਨਿਯੁਕਤੀ ਕਰਦਾ ਗਾ। ਬਾਕੀ ਸਾਰਾ ਤੁਹਾਨੂੰ ਪਤਾ ਹੀ ਆ ਕਰੰਟ ਦੇ ਵਿੱਚ ਕੌਣ ਹੈਗਾ ਅਤੇ ਪਹਿਲਾਂ ਕੌਣ ਸੀਗਾ। ਸੋ ਭਾਰਤ ਦਾ ਸੈਨਾ ਦਾ ਸੁਪਰੀਮ ਕਮਾਂਡਰ ਕੌਣ ਹੁੰਦਾ, ਰਾਸ਼ਟਰਪਤੀ ਹੁੰਦਾ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਜਾਂ ਰੱਖਿਆ ਮੰਤਰੀ। ਸੋ ਭਾਰਤ ਵਿੱਚ ਸੈਨਾ ਦਾ ਜੋ ਸੁਪਰੀਮ ਕਮਾਂਡਰ ਹੁੰਦਾ ਇਹ ਹੁੰਦਾ ਭਾਰਤ ਦਾ ਰਾਸ਼ਟਰਪਤੀ। ਤਿੰਨਾਂ ਇਹ ਮਤਲਬ ਕਿ ਜਿਹੜੀਆਂ ਕਿ ਆਪਣੀਆਂ ਹਥਿਆਰਬੰਦ ਹੁੰਦੇ ਹੈਗੇ, ਜਿਵੇਂ ਕਿ ਆਪਣੀ ਜਲ ਸੈਨਾ ਹੋ ਗਈ, ਹਵਾਈ ਸੈਨਾ ਹੋ ਗਈ ਅਤੇ ਥਲ ਸੈਨਾ ਹੋ ਗਈ। ਨੈਕਸਟ, ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ਅਧਿਨਿਯਮ ਕਿਸ ਵਾਸਤੇ ਤਿਆਰ ਕੀਤੀ ਗਈ ਹੈਗੀ। ਵਿਅਕਤੀਆਂ ਦੇ ਨਾਗਰਿਕ ਅਧਿਕਾਰਾਂ ਨੂੰ ਨਿਸ਼ਚਿਤ ਕਰਨਾ, ਛੂਆ-ਛਾਤ ਦੇ ਵਿਵਹਾਰ ਲਈ ਸਜ਼ਾ ਨਿਸ਼ਚਿਤ ਕਰਨਾ, ਸਮਾਜਿਕ ਸਮੂਹਾਂ ਦੇ ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ਕਰਨਾ ਜਾਂ ਨਾਗਰਿਕਾਂ ਦੇ ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ਕਰਨਾ। ਸੋ ਕੀ ਹੈਗਾ ਇਹ, ਨਾਗਰਿਕ ਅਤੇ ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ਕਰਨਾ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਇਹ ਸਤਰਾਂ ਕਿਹਦੀਆਂ, ਵੇਅਰ ਇਜ਼ ਦਾ ਮਾਈਂਡ ਵਿਦਾਊਟ ਫੀਅਰ। ਸੋ ਇਹ ਸਤਰਾਂ ਕਿਹਦੀਆਂ, ਗੁਰੂ ਦੇਵ ਰਵਿੰਦਰ ਨਾਥ ਦੀਆਂ ਇਹ ਸਤਰਾਂ ਹੈਗੀਆਂ ਗਾ। ਸੋ ਇਹ ਸੀਗੇ ਆਪਣੇ ਪੋਲੀਟੀਕਲ ਜਿੰਨੇ ਵੀ ਹੁਣ ਤੱਕ ਪੇਪਰ ਹੋਏ ਸੀਗੇ ਜਾਣਕਾਰੀ। ਸੋ ਉਮੀਦ ਹੈ ਤੁਹਾਨੂੰ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਕਿ ਤੁਹਾਨੂੰ ਕਲਾਸ ਕਿਵੇਂ ਲੱਗੀ। ਤਾਂ ਮਿਲਦੇ ਹਾਂ ਆਪਾਂ ਨੈਕਸਟ ਕਲਾਸ ਦੇ ਵਿੱਚ, ਅਤੇ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।